ਤੁਹਾਨੂੰ ਸਤਸੰਗ ਆਪਣਾ ਸੁਣਾਇਆ ਸੀ ਤੇ ਮੈਂ ਬੜੀ ਕਿਸਮਤ ਵਾਲਾ ਕਿ ਮੈਂ ਗੁਰੂ ਜੀ ਦੇ ਬਚਪਨ 'ਚ ਜੁੜਿਆ ਗੁਰੂ ਜੀ ਨਾਲ। 1962 ਦੇ ਵਿੱਚ 1962 ਜਦ ਛੋਟੇ ਛੋਟੇ ਹੁੰਦੇ ਸੀ, ਮੈਨੂੰ ਯਾਦ ਆ ਸਾਡੇ ਪੈਰਾਂ 'ਚ ਜੁੱਤੀ ਵੀ ਨਹੀਂ ਸੀ ਹੁੰਦੀ, ਨੰਗੇ ਪੈਰ ਹੁੰਦੇ ਸੀ ਅਸੀਂ ਦੋਨੋਂ ਜਾਣੇ। ਗਲੀਆਂ ਦੇ ਵਿੱਚ ਖੇਡਣਾ, ਦੁਗਰੀ ਪਿੰਡ ਦੇ ਵਿੱਚ ਘੁੰਮਣਾ, ਜਿੱਥੇ ਹੋਣਾ ਉਹਦੇ ਗੁਰੂ ਜੀ ਦੇ ਘਰ ਹੋਣਾ, ਗੁਰੂ ਜੀ ਦੇ ਘਰ ਸੌਂ ਜਾਣਾ। ਮੇਰੇ ਘਰ ਹੁੰਦੇ ਸੀ, ਮੇਰੇ ਘਰ ਸੌਂ ਜਾਂਦੇ ਸੀ। 1962 ਦੇ ਵਿੱਚ ਸਾਡਾ ਪਿਆਰ ਹੋਇਆ ਸੀ। ਇੱਕ ਸਕੂਲ ਦੇ ਵਿੱਚ ਪੜ੍ਹਦੇ ਸੀ। ਸਾਡਾ ਸਕੂਲ ਬਚਪਨ ਬੀਤਿਆ, ਟਾਈਮ ਬੀਤਦਾ ਗਿਆ। ਬਚਪਨ ਦੇ ਵਿੱਚ ਬੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਗੁਰੂ ਜੀ ਨੇ ਦੱਸਣੀਆਂ। ਅੱਛੇ ਬੇਟਾ ਹੋ, ਮੈਂ ਗੁਰੂ ਜੀ ਨੂੰ ਮਜ਼ਾਕ ਕਰਨ ਲੱਗ ਜਾਂਦਾ, ਤੂੰ ਯਾਰ ਪੰਡਿਤ ਬਣ ਗਿਆ, ਜੋਸ਼ੀ ਬਣ ਗਿਆ, ਛੱਡ ਆਪਾਂ ਨੇ ਪੜ੍ਹਨਾ। ਪਰ ਗੁਰੂ ਜੀ ਜੋ ਕਹਿ ਦਿੰਦੇ ਸੀ ਉਹ ਹੀ ਹੋ ਜਾਂਦਾ ਸੀ। ਪਰ ਮੈਂ ਗੁਰੂ ਜੀ ਨੂੰ ਮਤਲਬ ਨਾ ਤਾਂ ਗੁਰੂ ਜੀ ਨੇ ਮੈਨੂੰ ਦੱਸਿਆ ਕਿ ਸ਼ਿਵ ਤੇਰਾ ਦੋਸਤ ਕੌਣ ਹੈ, ਨਾ ਮੈਨੂੰ ਸਮਝਾਇਆ ਉਹਨੇ, ਦੱਸਿਆ ਕੁਛ ਵੀ। ਮੈਂ ਉਹੀ ਦੋਸਤੀ 'ਚ ਉਲਝਿਆ ਰਿਹਾ, ਜਿਹੜੀ ਕਿ 31 ਮਈ 2007 ਤੱਕ ਮੇਰਾ ਪਿਆਰ ਦੋਸਤੀ 'ਚ ਹੀ ਬਦਲਿਆ ਰਿਹਾ। ਮੈਂ ਗੁਰੂ ਜੀ ਦਾ ਨਿੱਕ ਨਾਮ ਲੈਂਦਾ ਸੀ, ਪਰ ਮੈਂ ਹੁਣ ਨਿੱਕ ਨਾਮ ਨਹੀਂ ਲੈਣਾ ਚਾਹੁੰਦਾ, ਕਿਉਂਕਿ ਗੁਰੂ ਜੀ ਭਗਵਾਨ ਤੇ ਹੁਣ ਮੈਨੂੰ ਸਮਝ ਆਈ ਹੈ, ਸ਼ਿਵ ਤੂੰ ਤਾਂ ਭੁਲੇਖੇ 'ਚ ਰਹਿ ਗਿਆ ਕਿ ਤੇਰਾ ਦੋਸਤ ਹੈ। ਕਿ ਤੇਰਾ ਦੋਸਤ ਨਹੀਂ ਸੀ, ਤਾਂ ਸਾਕਸ਼ਾਤ ਭਗਵਾਨ ਸੀ ਜਿਹੜੇ ਤੇਰੇ ਨਾਲ ਜ਼ਿੰਦਗੀ ਦੇ ਵਿੱਚ ਸਾਥ ਦੇ ਗਏ, ਤੈਨੂੰ ਬਲੈਸ ਕਰ ਗਏ। 1962 ਦੇ ਵਿੱਚ ਮੇਰੇ ਤੇ ਗੁਰੂ ਜੀ ਦਾ ਪਿਆਰ ਹੋਇਆ। ਅਸੀਂ ਇਕੱਠੇ ਸਕੂਲ ਜਾਣਾ, ਇਕੱਠੇ ਆਉਣਾ, ਤੇ ਇੱਕ ਸਾਈਕਲ ਹੁੰਦਾ ਸੀ ਸਾਡੇ ਕੋਲੇ। ਕਦੇ ਗੁਰੂ ਜੀ ਨੇ ਅੱਧੇ ਰਸਤੇ ਚਲਾਉਣਾ, ਅੱਧੇ ਰਸਤੇ ਮੈਂ ਚਲਾਉਣਾ। ਗੁਰੂ ਜੀ ਨੇ ਕਦੇ ਵੀ ਆਪਣਾ ਭੇਜ ਨਾ ਮੈਨੂੰ ਦਿੱਤਾ। ਉਹ ਇਸ ਕਰਕੇ ਮੈਂ ਹੁਣ ਸਮਝਦਾ ਭੇਜ ਦਿੱਤਾ ਵੀ ਜੇ ਸ਼ਿਵ ਨੂੰ ਮੈਂ ਭੇਜ ਦਿੱਤਾ ਤਾਂ ਇਹ ਮੈਨੂੰ ਗੁਰੂ ਪਰਮਾਤਮਾ ਮੰਨਣ ਲੱਗ ਜੂਗਾ, ਸਾਡੀ ਦੋਸਤੀ ਖਤਮ ਹੋ ਜੂਗੀ। ਉਹ ਆਪਣੀ ਦੋਸਤੀ ਨਿਭਾਉਂਦੇ ਰਹੇ, ਤੂੰ ਮੇਰਾ ਦੋਸਤ ਹੈ, ਤੂੰ ਮੇਰਾ ਦੋਸਤ ਹੈ। ਬਸ ਇਸੇ ਚੱਕਰ 'ਚ ਮੈਂ ਉਲਝਿਆ ਰਿਹਾ। ਛੋਟੀਆਂ ਛੋਟੀਆਂ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਬੀਤ ਰਹੀਆਂ। ਮੈਂ ਤੇ ਗੁਰੂ ਜੀ ਤਕਰੀਬਨ 16-17 ਸਾਲ ਇੱਕ ਮੰਜੀ ਤੇ ਸੁੱਤੇ ਹੋਏ। ਬੜਾ ਲੰਬਾ ਸਮਾਂ ਸੀ। 16-17 ਸਾਲ ਇੱਕ ਮੰਜੀ ਹੁੰਦੀ ਸੀ ਜਿਹਦੇ ਉੱਤੇ ਸੌ ਜਾਣਾ, ਗੱਪਾਂ ਮਾਰਨੀਆਂ, ਤੇ ਗੁਰੂ ਜੀ ਨੇ ਰਾਤ ਨੂੰ ਬੈਠ ਕੇ ਆਪਣੀ ਕੋਈ ਤਪੱਸਿਆ ਕਰਨੀ। ਮੈਂ ਬੜੀ ਵਾਰੀ ਕਹਿਣਾ, ਤੁਸੀਂ ਦੋਸਤ ਮੈਨੂੰ ਦੱਸੋ ਕੀ ਕਰਦੇ ਹੋ, ਪਰ ਗੁਰੂ ਜੀ ਨੇ ਕਦੇ ਨਾ ਮੈਨੂੰ ਦੱਸਿਆ ਮੈਂ ਕੀ ਕਰਦਾ। ਟਾਈਮ ਬੀਤਦਾ ਗਿਆ। ਛੋਟੇ ਹੁੰਦੇ ਸੀ, ਕੋਈ ਪ੍ਰੋਬਲਮ ਸੀ ਆਉਂਦੀ। ਜਿਉਂ-ਜਿਉਂ ਵੱਡੇ ਹੁੰਦੇ ਗਏ, ਸਾਡੇ ਸਰੀਰ ਵੀ ਵੱਡੇ ਹੁੰਦੇ ਗਏ। ਸਭ ਨਾਲੋਂ ਪਹਿਲੀ ਗੱਲ, ਜਦੋਂ ਮੈਂ ਤਕਰੀਬਨ 16 ਸਾਲ ਦਾ ਸੀ ਜਾਂ 15 ਸਾਲ ਦਾ ਸੀ, ਮਾਰਚ 70 ਦੀ ਗੱਲ ਹੈ, 15 ਸਾਲ ਦਾ ਹੀ ਸੀ। ਗੁਰੂ ਜੀ ਮੇਰੇ ਤੋਂ 2 ਸਾਲ ਵੱਡੇ ਸੀ, 17 ਸਾਲ। ਮੈਂ ਗੁਰੂ ਜੀ ਨੇ ਕਿਹਾ, ਦੋਸਤ ਤੁਸੀਂ ਹੁਣ ਸੌਂ ਜਿਆ ਕਰੋ, ਰਾਤ ਨੂੰ ਬੈਠ ਜਾਂਦੇ ਹੋ, ਮੈਂ ਇੱਕ ਸਾਈਡ ਤੇ ਲੇਟਿਆ ਰਹਿਣਾ ਸਾਰੀ ਸਾਰੀ ਰਾਤ, ਤੁਸੀਂ ਪਤਾ ਨਹੀਂ ਸਾਰੀ ਰਾਤ ਕੀ ਕਰਦੇ ਹੋ, ਮੈਂ ਪਰੇਸ਼ਾਨ ਬਹੁਤ ਹੋ ਜਾਂਦਾ। ਗੁਰੂ ਜੀ ਕਹਿੰਦੇ ਨਹੀਂ ਸ਼ਿਵ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਨੂੰ ਡਾਲਦੇ ਰਹੇ। ਇੱਕ ਦਿਨ ਮੈਂ ਜਿੱਦ ਫੜ ਲਈ, ਜਦੋਂ ਮੈਂ ਥੋੜਾ ਪਰੇਸ਼ਾਨ ਹੋ ਗਿਆ ਕਿਉਂਕਿ ਮੈਂ ਇੱਕ ਸਾਈਡ ਤੇ ਸੁੱਤਾ ਸੁੱਤਾ ਥੱਕ ਗਿਆ। ਦੋਸਤ ਤੁਸੀਂ ਮੈਨੂੰ ਦੱਸੋ ਕੀ ਕਰਦੇ ਹੋ। ਕਹਿੰਦੇ ਸ਼ਿਵ ਤੂੰ ਉੱਠ, ਤੇਰਾ ਦੋਸਤ ਆ ਮੈਂ, ਤੂੰ ਮੇਰਾ ਦੋਸਤ ਹੈ, ਚਲ ਅੱਜ ਤੈਨੂੰ ਮੈਂ ਦੱਸ ਦਿੰਦਾ ਮੈਂ ਕੀ ਕਰਨਾ। ਗੁਰੂ ਜੀ ਦੇ ਕਹਿਣ ਤੇ ਮੈਂ ਉੱਠ ਖੜਿਆ। ਰਾਤ ਦਾ ਉਸ ਟਾਈਮ ਘੜੀ ਦਾ ਤਾਂ ਕੋਈ ਟਾਈਮ ਮੈਨੂੰ ਨਹੀਂ ਪਤਾ ਕੀ ਹੋਇਆ ਸੀ, ਪਰ ਪਿੰਡਾਂ 'ਚ ਇਹੀ ਕਹਿੰਦੇ ਸੀ ਵੀ ਅੱਧੀ ਰਾਤ ਹੋ ਗਈ ਹੈ। ਮੈਂ ਉੱਠਿਆ, ਬੈਠ ਗਿਆ। ਮੈਂ ਗੁਰੂ ਜੀ ਦਾ ਦੱਸੋ, ਪਰ ਗੁਰੂ ਜੀ ਮੈਨੂੰ ਕਹਿੰਦੇ ਸ਼ਿਵ ਅੱਖਾਂ ਬੰਦ ਕਰ ਲੈ। ਮੈਂ ਕਿਹਾ ਦੋਸਤ ਅੱਖਾਂ ਬੰਦ ਕਰਨ ਦੀ ਕੀ ਲੋੜ ਹੈ, ਅੱਖਾਂ ਬੰਦ ਕਰਨ ਦੀ ਕੀ ਲੋੜ ਹੈ, ਹਨੇਰਾ ਇੰਨਾ ਹੈ, ਪਿੰਡ 'ਚ ਲਾਈਟ ਤਾਂ ਵੈਸੇ ਨਹੀਂ ਸੀ ਹੁੰਦੀ, ਦੀਵਾ ਆਪਾਂ ਨੇ ਬੰਦ ਕਰਤਾ ਜਿਹਦੇ ਦੀਵੇ 'ਚ ਆਪਾਂ ਪੜ੍ਹਦੇ ਹਾਂ। ਨਹੀਂ ਸ਼ਿਵ ਤੂੰ ਅੱਖਾਂ ਬੰਦ ਕਰ ਲੈ। ਗੁਰੂ ਜੀ ਦੇ ਜ਼ਿਆਦਾ ਕਹਿਣ ਤੇ ਮੈਂ ਅੱਖਾਂ ਬੰਦ ਕਰ ਲਈਆਂ। ਹਾਰਡਲੀ 7-8 ਜਾਂ 10 ਸੈਕਿੰਡ ਹੀ ਹੋਏ ਸੀ। ਸ਼ਿਵ ਅੱਖਾਂ ਖੋਲ ਕੇ ਦੇਖ ਲੈ ਮੈਂ ਕੀ ਕਰਦਾ। ਅੱਜ ਉਹ ਸੀਨ ਜਦੋਂ ਮੈਂ ਯਾਦ ਕਰਦਾ, ਮੇਰੇ ਸਰੀਰ ਨੂੰ ਝਨਾਹਟ ਆ ਜਾਂਦੀ ਹੈ, ਮੇਰੇ ਸਰੀਰ ਨੂੰ ਕੰਬ ਜਾਂਦਾ ਕਿ ਮੇਰੇ ਸਾਕਸ਼ਾਤ 2 ਫੁੱਟ ਦੀ ਦੂਰੀ ਦੇ ਉੱਤੇ ਸਾਕਸ਼ਾਤ ਜਿੱਥੇ ਗੁਰੂ ਜੀ ਬੈਠੇ ਸੀ ਹਨੇਰੇ ਵਿੱਚ, ਉੱਥੇ ਚਾਨਣ ਸੀ ਤੇ ਮੇਰੇ ਸਾਹਮਣੇ ਸ਼ਿਵ ਜੀ ਦੇ ਰੂਪ ਵਿੱਚ ਗੁਰੂ ਜੀ ਬੈਠੇ ਸੀ। ਇਹ ਮਾਰਚ 1970 ਦੀ ਗੱਲ ਹੈ। ਮੈਂ ਦਾਅਵੇ ਨਾਲ ਕਹਿਣਾ, ਇਸ ਤੋਂ ਪਹਿਲਾਂ ਕਿਸੇ ਇਨਸਾਨ ਨੂੰ ਇਹ ਨਹੀਂ ਸੀ ਪਤਾ ਕਿ ਜੋ ਨਿਰਮਲ ਸਿੰਘ ਲੜਕਾ, ਇਹ ਸਾਕਸ਼ਾਤ ਭਗਵਾਨ ਨੇ। ਉਹਨਾਂ ਨੇ ਮੈਨੂੰ 1970 ਦੇ ਵਿੱਚ ਆਪਣਾ ਰੂਪ ਦਿਖਾਇਆ ਕਿ ਸ਼ਿਵ ਤੂੰ ਕਿਹੜੇ ਚੱਕਰਾਂ 'ਚ ਫਿਰਦਾ, ਤੇਰਾ ਦੋਸਤ ਆ ਭਗਵਾਨ ਹੈ, ਸ਼ਿਵ ਭੋਲੇਨਾਥ ਜੀ ਨੇ। ਮੈਂ ਉਹਨਾਂ ਨੂੰ ਤਕਰੀਬਨ ਇਸ ਰੂਪ ਦੇ ਵਿੱਚ 10 ਸੈਕਿੰਡ ਦੇਖਿਆ। ਪਹਿਲਾਂ ਮੈਂ ਡਰ ਗਿਆ, ਬਹੁਤ ਡਰ ਗਿਆ ਵੀ ਮੇਰਾ ਦੋਸਤ ਕਿੱਥੇ ਹੈ, ਇਹ ਤਾਂ ਕੌਣ ਆ ਗਿਆ, ਕਿਉਂਕਿ ਸਾਨੂੰ ਡਰਾ ਦਿੰਦੇ ਸੀ ਬੱਚਿਆਂ ਨੂੰ ਕਿ ਭੂਤ ਆ ਗਿਆ, ਅੰਦਰ ਆ ਜਾਓ, ਭੂਤ ਆ ਜਾਊਗਾ, ਅੰਦਰ ਆ ਜਾਓ। ਪਹਿਲਾਂ ਮੈਂ ਡਰ ਗਿਆ ਕੌਣ ਆ ਗਿਆ, ਲੇਕਿਨ ਮੈਂ ਇੱਕਦਮ ਸਮਝਿਆ ਕਿ ਇਹ ਤਾਂ ਸਾਕਸ਼ਾਤ ਭੋਲੇਨਾਥ ਜੀ ਨੇ। ਅਸੀਂ ਕੈਲੰਡਰਾਂ 'ਤੇ ਇਹਨਾਂ ਦੀਆਂ ਫੋਟੋਆਂ ਦੇਖਦੇ ਹਾਂ, ਮੰਦਿਰ 'ਚ ਜਾ ਕੇ ਮੱਥਾ ਟੇਕਦੇ ਹਾਂ ਭੋਲੇਨਾਥ ਜੀ ਨੂੰ, ਇਹ ਤਾਂ ਭੋਲੇਨਾਥ ਜੀ ਨੇ ਸਾਕਸ਼ਾਤ। ਹਾਲੇ ਮੈਂ ਸਮਝਣ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਤੇ ਮੈਂ ਅੱਖਾਂ ਝਪਕੀਆਂ, ਦੁਆਰਾ ਹਨੇਰਾ ਸੀ। ਮੈਨੂੰ ਕਹਿੰਦੇ ਸ਼ਿਵ ਦੇਖ ਲਿਆ ਜੋ ਮੈਂ ਕਰਦਾ। ਮੈਂ ਡਰਿਆ ਹੋਇਆ ਸੀ। ਮੈਂ ਕਿਹਾ ਦੋਸਤ ਤੁਸੀਂ ਕਰਦੇ ਰਹੋ, ਮੈਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਡਿਸਟਰਬ ਨਹੀਂ ਕਰੂੰਗਾ। ਗੁਰੂ ਜੀ ਨੇ ਰਿਸ਼ਤਿਆਂ ਨੂੰ ਐਸਾ ਬਾਸ਼ ਕਰ ਦਿੱਤਾ ਸੀ ਸ਼ਿਵ ਦੀ ਗੱਲ ਦੱਸੇ ਤਾਂ ਮੈਂ ਹੁਣ ਮਹਿਸੂਸ ਕਰਦਾ ਜਦੋਂ ਮੈਨੂੰ ਗੱਲਾਂ ਯਾਦ ਨੇ। ਗੁਰੂ ਜੀ ਵਿੱਚ ਦਿਖਾਤਾ ਸੀ ਕਿ ਮੈਂ ਕੌਣ ਹੈ, ਪਰ ਮੇਰੀ ਸਮਝ ਦੇ ਵਿੱਚ ਨਹੀਂ ਆਇਆ ਕਿ ਮੈਂ ਉਹੀ ਫਿਰ ਦੋਸਤੀ, ਚਲੋ ਨਿਰਮਲ ਸਿੰਘ ਖੇਡੀਏ, ਚਲੋ ਆਪਾਂ ਚੱਲੀਏ, ਚਲੋ ਸਾਈਕਲ ਚਲਾਈਏ, ਬਸ ਉਹੀ ਸਾਡਾ ਰੂਟੀਨ ਚੱਲਦਾ ਰਿਹਾ। ਉਸ ਤੋਂ 2 ਮਹੀਨੇ ਬਾਅਦ ਦੀ ਗੱਲ ਹੈ, ਸਿਰਫ 2 ਮਹੀਨੇ, ਮਾਰਚ, ਅਪ੍ਰੈਲ, ਮਈ, ਜੂਨ
जून की गल है, साडा एक दोस्त तुहाडे हायो कोई स्टेट है मेरे ख्याल उत्थे सैटल ने, उन्हों का नाम भी निर्मल सिंह है, वो साडा दोस्त सी वो भी, ते लेकिन वो मेरे ख्याल दे विच सैटल ने हायो। असीं तीनों दोस्त हुंदे सी, दिने तुहानूं दस्सिया मैं कि दुगरी पिंड विच लाइट नहीं हुंदी सी, गर्मी हुंदी सी, असीं खेतां दे विच चले जाना। वो जिहड़ा निर्मल सिंह मेरा दोस्त सी, उन्हां दा खूह हुंदा सी खेतां दे विच, असीं मैं ते निर्मल सिंह ने जंप लाना, स्विमिंग करनी, थक जाना, बाहर आ जाना गर्मी के टाइम च। एक दिन गुरु जी ने कहा, दोस्त चलो तुसीं कदे भी पानी दे विच नहीं जंप लाया, अज तुसीं एक बारी जंप लाओ, असीं तुहानूं स्विमिंग सिखाने। गुरु जी बड़े हस के कहंदे, शिव तुसीं मैनूं की सिखाओगे? मैं जानदा तेरे नाल, मैं तेरे नाल जानदा, स्विमिंग जानदी है मैनूं। मैं कहा निर्मल सिंह दोस्त तुसीं कदे पानी के नज़दीक नहीं गए, तुहानूं कित्थों आ गया तेरे नाल? खैर जी असीं जबरदस्ती गुरु जी दे फड़ के, साडा दोस्त सी, हर जान तो भी असीं उहनूं ज़्यादा प्यार करदे सी, क्योंकि इन्ना शरीफ सी गुरु जी कि कदे उच्चा नहीं बोले, कभी किसी ने रुखा नहीं बोले, गाल नहीं कड्डी, निमरता। जे कोई माड़ा उन्होंने कुछ कह भी गया तो उन्होंने माफ करता, हालांकि गुरु जी जी भगवान जी कुछ भी कर सकते थे, पर उन्होंने किसी का गुस्से नाल कोई जवाब ना दिता। खैर गुरु जी के कपड़े उतारते जबरदस्ती। मैं मेरे दोस्त निर्मल सिंह कहा तुसीं खूह दे विच जंप लाओ पहला, तो तुसीं टिंडा फड़ के खड़े हो जिहड़ियां पानी के डब्बे च बाहर पानी कढ़दे हुंदे सी, उस तो बाद गुरु जी जंप लाणगे, जो पानी च उपर आउणगे तुसीं फड़ दिओ, तो नहीं फड़िया जाऊगा तो मैं भी पिछे जंप लाऊंगा, आपां गुरु जी नूं बाहर लै आवांगे। खैर जी गुरु मेरे दोस्त ने जंप लाया, वो टिंडा फड़ के खड़ गए, उसके पिछे मैं खड़ा सी, मैं गुरु जी ने किनारे के उत्ते खड़ा सी, खड़ा किया हुआ सी। मैं कहा लो दोस्त तुसीं जंप लाओ, जंप लाओ, दो तीन बार कहा, गुरु जी ने जंप जो ना लाया, मैं दोनों हाथों नाल पिछों धक्का लाता तो गुरु जी खूह के अंदर चले गए। मैनूं डर सी कि मेरा दोस्त डुब ना जाए, क्योंकि तो कदे भी खूह जंप नहीं सी लाया। मैं अपने दूजे दोस्त नूं कहा, निर्मल सिंह जिहड़ा दूसरा निर्मल सिंह सी, मैं कहा तुसीं फड़ दिओ किते अपने दोस्त डुब ना जाए, की जवाब देवांगे घर जाके? अंदरों आवाज आई, शिव मैं की फड़ा इन्हां नूं, मैं की फड़ा इन्हां नूं, ये तो पानी के उत्ते चौकड़ी मार के बैठे ने। देख मेरे दिल नूं विश्वास नहीं होया, क्योंकि असीं जदों जंप मारदे सी तकरीबन 7-8 फुट तक पानी के अंदर जांदे सी, फिर उपर आंदे सी, साडा दोस्त पानी के उत्ते किद्दां चौकड़ी मार के बैठा। जब मैं चुक के देखना चाहया कि किद्दां बैठे ने मेरे दोस्त जी, तो मैनूं लैफ्ट साइड तो बांह ते हत्थ लग्या, शिव बिच की देखदा, मैं तो तेरे कोले बाहर ही खड़ा। ये मैनूं समझ ना आया कि मैं तो पानी के उत्ते बैठा देखिया ही ना, वो बाहर किद्दां आ गए, कोई वो भिजे भी नहीं होए, सुके ने बिल्कुल। ये दो गल्लां ने मेरे झंझोड़ के रखता मैनूं कि मैं समझ ना सकिया कि मेरा दोस्त कौन है, की शक्ति है जिहड़ा इदां बाहर आया। ये बचपन दीयां गल्लां ने। उस तो बाद मैं तुहानूं दसना चाहना भी गुरु जी की शक्ति, शक्ति बारे दसना चाहना कि मैं पहला भी दसिया सी कि अज परसों चौथ भी मैं निकलिया सी उस रोड के उत्तों दी, तो मेरी मिसी ने मैनूं पुछया कि मूर्तियां वाली जगह ते गड्डी रोक लो जिथे मूर्तियां निकलियां सी। मैं गड्डी रोकी, अपनी मिसी नूं भी दिखाया कि यह जगह नाला पट्टिया सी, बट वो हाले भी नाला तो उत्थे है भी, इत्थों जो पटाई हो रही सी तो इत्थों नाला मूर्तियां निकलियां सी। तो दुगरी पिंड के पैरल एक नाला की खुदाई हो रही सी, जिहड़ा कि मतलब कि बरसाती नाला सी। तो दुगरी तो 3-4 किलोमीटर अगे जाके पिंड मंडियां तो पहला ही लैफ्ट साइड से जो नाले की खुदाई हो रही सी, नीचे तो मतलब कि शिव जी, ब्रह्मा, विष्णु, महेश, माता दी मूर्तियां निकल आईयां। वो लेबर ने साफ करके धो के वो नाले के किनारे रखियां। तो जब किनारे रखियां, तुहानूं पता साडा हिंदू धर्म है, आउण जाण वालियां ने मत्था टेकना शुरू करता। 10-15 दिनों के विच एक साधु महात्मा आए, उन्होंने उत्थे झुग्गी पा ली। असीं उस टाइम मेरे ख्याल 72 की गल है, असीं उस टाइम मलेरकोटले कॉलेज में पढ़ते हुंदे सी। तो जो असीं मलेरकोटले कॉलेज तो वापस आ रहे थे पढ़ के, साडा पीरियड तकरीबन 2:30 बजे खत्म होंदा, तो असीं नहीं सॉरी 1:45-2 बजे खत्म होंदा सी, असीं 2:30 बजे उत्थों निकलदे सी। 2:30-3 जो उत्थों निकल रहे सी, तो मैं अपने गुरु जी नूं कहा, दोस्त ये तो कोई देखो महात्मा आ गए ने, देखो बैठे ने अंदर जिथे मूर्तियां निकलियां ने। तो गुरु जी कहते शिव महात्मा थोड़ी होंदे ने, तो ठग है, तो आपां नहीं जाना। मैं कहा नहीं दोस्त, आपां तो जरूर देख के तानिया मत्था टेक के आने महात्मा जी तो आशीर्वाद आने रहन दे, शिव महात्मा नहीं है तो ठग है। जी दोस्त जी असीं जिद फड़ी नहीं, आपां तो देख के आवांगे, नाले मूर्तां देख के आवांगे, नाले महात्मा नूं देख के आवांगे। असीं जी चले गए, पर गुरु जी मुड़ चुग्गी के अंदर नहीं गए, गुरु जी तो बाहर ही खड़े रहे, जिहड़ी हट टाई बनाई हुई सी उन्होंने। ते असीं मेरे दोस्त 3-4 होर ते असीं अंदर चले गए, मेरा दोस्त जिहड़े हायो च ने ये भी नाल सी साडे। असीं अंदर जाके महात्मा नूं मत्था टेकिया। महात्मा जी ने सानूं बहुत ज्ञान दीयां गल्लां दस्सियां, शिव जी बारे, पार्वती बारे, धर्म बारे बहुत कुछ दस्सिया। असीं बड़े इंप्रैस हो गए भी तो महात्मा जी बहुत अच्छे इंसान ने। साडा रूटीन बन गया, मलेरकोटले कॉलेज तो जो पढ़ के वापस आते सी तो उत्थे आके असीं साइकिल खड़े सड़क ते करने, आके महात्मा जी नूं मत्था टेकना। पर गुरु जी कदे भी महात्मा नूं मत्था टेकन नहीं गए सी। असीं उदों नहीं समझे कि असीं साक्षात भोलेनाथ जी नूं कहने मत्था टेको। ये साडियां गलतियां दियां मूर्खताई चीज़ां सानूं पर समझ नहीं सी कौन ने साडे दोस्त, असीं अपनी दोस्ती दोस्त समझदे। खैर जी
5-7 दिन लंघे, सानू जो रोज का काम हो गया, हौली हौली 10 दिनों के 15 दिन महात्मा जी ने ऐसिया गल्लां कीतियां, सानू पता लग गया कि महात्मा नहीं, ये तो कोई बदमाश है, कितने क्राइम करके दौड़िया होया, ये अपना भेस बदल के इत्थे बैठा। गुरु जी कहते शिव मैं तो तुहानू पहले दिन ही कहा सी बदमाश है, ये भेस बदल के बैठा, तुसीं क्यों इहनू मत्था टेकन जांदे हो। खैर जी, नेक्स्ट डे जो सी मेरे कोल कॉल तो आ रही थी, जैसे लीव करके दोबारा ज्वाइन करूंगी तो आराम से हो जाएगा। हेलो हेलो, हाँ जी अंकल आप बोलिए प्लीज। हाँ जी अच्छा अच्छा, ते वो बीच में कुछ बोलने लग गया था मेरे ख्याल, इसलिए मैं रुक गया था। वो हमने कर दिया, ठीक कर दिया। हाँ जी अच्छा अच्छा, तो बेटे गुरु जी कहते हैं ये हमारे धर्म को बदनाम कर रहा है, शिव इसको भगाओ इधर से। तो गुरु जी थोड़ा वही हमारे दोस्तों वाली बात की, मैं गुरु जी कैसे भगाएं इसको, कहते शिव पत्थर सड़क के किनारे पत्थर बहुत पड़े थे, एक पत्थर उठाओ, इसकी झुग्गी पे पत्थर मारो, अपने आप भाग जाएगा डरता। तो हमने गुरु जी के कहने पे पत्थर उठाए, गुरु जी झुग्गी पे 2-4 सबने मारे, 5-6 लड़के थे, हम मारकर आगे चले गए। हमारा रूटीन बन गया कि इसको भगाना है, रोज निकलते निकलते 5-4 पत्थर मारने, झुग्गी पे निकल जाना, और गाली गोली भी निकाल देते थे हम लोग। गुरु जी चुपचाप रहते थे, ना पत्थर मारते थे ना वो गाली निकालते थे। गुरु जी ने तो कभी ऊंचा नहीं बोला, मैंने देखा जिंदगी भर, कभी ऊंचा भी नहीं बोला। अगर गुरु जी के घर में भी कोई चोरी कर ले कोई, तो गुरु जी उसको भी माफ कर देते थे, उसको भी माफ कर देते थे। तो खैर एक दिन बात है कि 6-7 दिन जब निकल गए तो हम लोग आ रहे थे, तो पहला पत्थर अभी मैंने मारा ही था कि मैंने देखा कि महात्मा था, उसके हाथ में त्रिशूल पकड़ा हुआ था और बड़ी स्पीड से हमारे पीछे भाग लिया। तो हम भी भाग लिए कि हमें मारेगा जी। सब लड़के के पास तो एक कल्ले के पास साइकिल था, मेरे और गुरु जी के पास एक साइकिल था, दोनों के पास। सभी बच्चों ने साइकिल डरा लिए। तो मैं जब जोर लगाने लगा तो चैन उत्तर के पास गई, हम दोनों, मैं और गुरु जी वहीं गिर गए। जब दोनों गिरे तो महात्मा भी पास आ रहा था, मैं साइकिल फेंका और भाग लिया। तो मैं अभी 10-15 फुट भागा ही था कि मेरा दोस्त तो भागा ही नहीं। मैंने पीछे मुड़कर देखा कि निर्मल सिंह तो भागा ही नहीं है, क्यों नहीं दौड़ा। तो मैं क्या, भाग दोस्त भाग, ये मारेगा, ये हमें मारेगा, आपको त्रिशूल मारेगा। मैं तो भाग लिया। कहते शिव तू वापस आ जा, ये कुछ नहीं करेगा, नहीं मार सकेगा, हमें नहीं मारेगा। गुरु जी के कहने पे मैं क्या, दोस्त भाग ले, इसके हाथ में त्रिशूल है। कहते नहीं शिव तू वापस आ जा, नहीं मारेगा। तो मैं सोचा कि मेरा दोस्त है, अकेला रह गया, कहीं इसको मारे ना। तो मेरे हाथ में 2-3 पत्थर थे, एक डंडा था, मैं भी वापस आके गुरु जी के पास रुक गया। तो जो महात्मा था वो तकरीबन 10-12 फुट आके गुरु जी के पास जब आया, 10-12 फुट दूरी पे आकर रुक गया। तो जब वो एक कदम आगे बढ़ाता था, 2 कदम पीछे हटता था, फिर महात्मा आगे बढ़ने की कोशिश करता, फिर पीछे हट जाता, फिर आगे बढ़ता, फिर पीछे हट जाता। फिर उसके हाथ में जो त्रिशूल पकड़ा हुआ था, उसने ऐसे मारने की कोशिश की थी, तो उसका ग्रिप था, जो ऐसे हाथ खुल जाता था और त्रिशूल गिर जाता था। उसने फिर नीचे से आया, 5-4 बार उसने त्रिशूल भी उठाया, आगे बढ़ने की कोशिश की, ना वो आगे बढ़ सका, ना वो त्रिशूल मार सका। खैर जी, उसके बाद उसने त्रिशूल था वो तो फेंक ही दिया था, हाथ से गिर गया था। उसने हाथ जोड़े और आगे बढ़ा। आगे आकर उसने गुरु जी के पांव को पैरी हाथ लगाए और आशीर्वाद कहा कि मैं नहीं जानता आप कौन हो। गुरु जी के चरणों में आकर माथा टेका और आकर बोले, मैं नहीं जानता आप कौन हो, क्या इंसान हो, क्या चीज हो, लेकिन मैं जितनी बार आगे बढ़ने की कोशिश की थी कि वो कौन सी शक्ति थी, जो जितना मैं आगे बढ़ने की कोशिश करता था तो एक कदम आगे बढ़ता था, वो शक्ति मेरे को 2 कदम पीछे ले जाती थी, फिर आगे बढ़ता था, फिर पीछे ले जाती थी। जब मैं त्रिशूल मारने लगता था तो मेरा हाथ ऐसे खुल जाता था। कौन हो मैं नहीं जानता, लेकिन जो भी आप हो, मेरी आपको नमस्कार, प्रणाम, मैंने माफ कर दो, मैं तो गलती होगी। गुरु जी बड़े भोले थे। गुरु जी ने कदे गुस्सा करना ਜਾਂ किसी ਨੂੰ माड़ा शब्द कहना सीखा ही नहीं सी, क्या ही नहीं सी। गुरु जी कहने जा तेरा कल्याण करता, तेरे पुराने गुनाह माफ करते, जा तू अपनी नवी जिंदगी जी। इन्नी गल कही, उस महात्मा जी अपना त्रिशूल चक के वापस चले गए। ਅਸੀਂ साइकिल की चैन चढ़ाई तो मैं गुरु जी ने कहा, गुरु जी तुसीं की माफ करता, की गनाह कसते थे, तुसीं की करता है गल। खैर जी, गुरु जी कहते नहीं नहीं शिव मैं तो मजाक कर रहा हूँ। उन्होंने मैंने टालता क्योंकि गुरु जी नहीं दसना चाहते थे कि मैं कौन हाँ। चैन चढ़ाई, ਅਸੀਂ दुगरी आ गए। नैक्सट डे मॉर्निंग जो ਅਸੀਂ पढ़न वास्ते जा रहे थे तो ना उत्थे झुग्गी सी, ना उत्थे महात्मा सी। ये गुरु जी की महिमा सी कि महात्मा जिहड़ा गुरु जी नूं मारन आया सी, गुरु जी ने उन्होंने भी ब्लैस करता, कल्याण करता, माफ करता। गुरु जी कहने शिव ये हुण अपनी नवी जिंदगी जीऊंगा, ये पुराने गुनाह माफ करते, ये पुराने क्राइम जो किया हुआ माफ करता। ये गुरु जी सी जिहड़े कि हर एक नूं ब्लैस कर दिंदे सी। सिर्फ गुरु जी देखते हैं कि आगे वाला इंसान जो उनके पास आया है, वो गुरु जी जानते थे कि इसके दिल में क्या है, वो ब्लेस कर देते थे। शर्त है कि उसमें दिल में भावनाएं होनी चाहिए गुरु जी के प्रति।
गुरु जी जाने जानते कि जो आगे वाला आ रहा है उसके दिल में क्या है। टाइम बीतता गया 5 मार्च 1975 मेरे याद है कि मेरे अंकल जो से 5 मार्च 1975 को डुगरी गांव से रिटायर हुए, जो पटवारी थे, तो हमने ट्रॉली में सामान डाला हुआ था शिफ्ट करने के लिए कि हम अपने गांव जाना था, क्योंकि मेरा गांव तो डुगरी नहीं था। मैं तो इसलिए आया हुआ था 1962 से लेकर 1975 तक 13 साल इसलिए था क्योंकि मेरे अंकल की पोस्टिंग एज ए पटवारी डुगरी गांव की थी। जब हम शिफ्ट करने के लिए ट्रॉली में सामान पाकर जाना वाले थे तो गुरुजी मेरे को सी ऑफ करने आए थे, और जो मेरा दोस्त निर्मल सिंह आपके हायो में है वो भी मेरे साथ सी ऑफ करने वाला, वो भी साथ ही खड़े थे। तो मैंने देखा कि गुरुजी की आंखों में आंसू थे। मैं कहा दोस्त आप उदास तो आओगे, क्या बात होगी? कहते शिव आज तो चला जाएगा। मैं कहा दोस्त मैंने जाना ही था, मैं तो 13 साल आपके गांव में बिताए, आपकी और मेरी दोस्ती रिकॉर्ड है, मिसाल है कि इतनी दोस्ती किसी की नहीं होगी जितनी हमारा प्यार रहा। हम प्यार छोटे होते थे, हम झगड़ा भी कर लेते थे, लेकिन हमारा झगड़ा 2-4 मिनट का ही होता था, घंटों का भी नहीं होता था, फिर हम एक हो जाना। तो मैं कहा दोस्त मैंने तो जाना ही था एक दिन गाँव अपने, ये तो आपका गाँव आप ही रहना है। नाले मैं गुरुजी को कहा कि आपने MA कर ली है, और मैंने तो ग्रेजुएशन के बाद आगे नहीं पढ़ा था, मैं ग्रेजुएशन के बाद आगे नहीं पढ़ा, तो आपने तो MA की है, और हमने तो पता नहीं आपकी नौकरी कहाँ लगे मेरी नौकरी कहाँ लगे, जुदा तो हमें होना ही पड़ेगा। तो गुरुजी ने फर्स्ट टाइम उस टाइम कहा कि शिव मैं नौकरी नहीं करनी, नौकरी तो तू ही करेगा, मैं नौकरी नहीं करनी, मेरी लाइन नौकरी वाली नहीं है। मैं क्या जानता था कि मैं साक्षात भगवान से नौकरी करवाने लगा हूँ, उनको कह रहा हूँ कि नौकरी करोगे। खैर गुरुजी की आंखों में आंसू देखे मैंने, मैं गुरुजी को प्यार किया, जफ्फी में लिया। मैं कहा दोस्त जुदा तो होना ही पड़ना है, कब तक एक साथ रहेंगे? नहीं शिव हम जुदा नहीं होंगे। खैर मेरे फादर साहब खड़े थे, वो आगे कहते क्या बात होगी? मैं कहा जी मेरा दोस्त आज बहुत उदास से जा रहे हैं। गुरुजी से को देखा नहीं गया मेरे फादर साहब से भी, उनकी आंखों में आंसू। वो कहते बापू जी मस्तराम जी को बुलाओ। बापू मस्तराम जी को बुलाया, उनको यही बताया कि गुरुजी पढ़ लिख लिए, MA कर रही है, शिव ने BA कर रही है। अभी डुगरी गांव में ना तो कोई इंडस्ट्री है, ना कोई सरकारी ऑफिस है, ना कोई हॉस्पिटल है, ना कुछ और है जहाँ इनकी नौकरी लगेगी। इन्होंने तो नौकरी करने के लिए बाहर जाना पड़ेगा, डुगरी गांव में कोई नौकरी नहीं है। तो इनकी नौकरी, मेरे बुआ जी चंडीगढ़ से, कि शिव ने अपने बुआ जी के पास जाना है, इनको भी कहोगे तैयार हो जाएं। इस शिव और गुरु जी दोनों अपने चंडीगढ़ जाएंगे, फॉर्म भरेंगे, नौकरी तलाश करेंगे और नौकरी करेंगे। गुरु जी के पिताजी कहते मेरे को कोई ऑब्जेक्शन नहीं जी, पहला भी इकट्ठी रहंदे सी, हुण भी इकट्ठी रहेंगे, मैंने कोई ऑब्जेक्शन नहीं, तुसीं लै जाओ, जांदे होए नाल लै जाओ। ते गुरु जी फटाफट अपना कुर्ता पजामा एक थैले च पा के लै आए सी। मैनूं याद है 5 मार्च 1975 ਨੂੰ मैं ते गुरु जी ने नौकरी ਲੱਭਣੀ, ਆਪਾਂ ਨੇ नौकरी तलाश की, डुगरी गांव ਛੱਡਤਾ ਸੀ। ਅਸੀਂ ਮੇਰੇ ਪਿੰਡ ਚਲੇ ਗਏ ਸੀ, 2 ਮਹੀਨੇ ਮੇਰੇ ਪਿੰਡ ਰਹਿਣ ਤੋਂ ਬਾਅਦ ਅਸੀਂ ਚੰਡੀਗੜ੍ਹ ਆ ਗਏ ਵੀ ਅਸੀਂ ਆਪਾਂ ਨੌਕਰੀਆਂ ਕਰਨੀਆਂ ਨੇ, ਫਾਰਮ ਭਰਾਂਗੇ, ਨੌਕਰੀਆਂ ਚੰਡੀਗੜ੍ਹ ਹੀ ਹੁੰਦੀਆਂ ਨੇ ਜ਼ਿਆਦਾ ਉਸ ਟਾਈਮ। खैर जी मैं बड़ी बार, मेरी भूआ जी चंडीगढ़ से उत्थे 34 सैक्टर रहन लग गया कि मैं बड़िया नौकरियों वास्ते अप्लाई करना, एजुकेशन बोर्ड दे विच, रेलवे दे विच, सैक्रेटरीएट दे विच, पंजाब गौरमेंट दी नौकरियां, LIC दे विच बड़ी जगह से अप्लाई करना। मैं गुरु जी नूं कहना दोस्त लो फार्म तो ले आया, तुसीं भी भर लो। बस गुरु जी ओही, मैं शिव नौकरी नहीं करनी, नौकरी दा तू ही करनी है। मैं फार्म भी भर दिंदा सी गुरु जी दा भी, पर गुरु जी साइन भी नहीं सी करदे। उस तो बाद खैर 3 साल मेरे भूआ जी दे घर 75, 76, 77 रहे असीं। उस तो बाद मेरी 78 ਦੇ ਵਿੱਚ ਆਰਮੀ ਮੈਂ ਜੁਆਇਨ ਕੀਤੀ। ਮੈਂ ਆਰਮੀ ਦੇ ਵਿੱਚ ਚਲਾ ਗਿਆ ਤਾਂ ਮੈਂ ਗੁਰੂ ਜੀ ਨੂੰ ਕਿਹਾ ਦੋਸਤ ਹੁਣ ਮੈਂ ਆਰਮੀ ਚਲਾ ਗਿਆ, ਤੁਸੀਂ ਕੀ ਕਹਾਂ ਆਪਾਂ ਹੁਣ ਤਾਂ ਜੁਦਾ ਹੋਣਾ ਪੈਣਾ। ਨਹੀਂ ਸ਼ਿਵ ਆਪਾਂ ਉੱਥੇ ਵੀ ਇਕੱਠੀ ਰਹਾਂਗੇ। ਖੈਰ ਜੀ ਮੈਨੂੰ ਕੁਆਰਟਰ ਮਿਲ ਗਿਆ ਸੀ ਆਰਮੀ ਦੇ ਵਿੱਚ ਜਾਂਦੀ, ਤਾਂ ਮੈਂ ਤੇ ਗੁਰੂ ਜੀ 78, 79, 80 ਦੇ ਅੱਧ ਦੇ ਤਕਰੀਬਨ ਜੂਨ ਜੁਲਾਈ 80 ਤੱਕ ਅਸੀਂ ਮੇਰੀ ਯੂਨਿਟ ਦੇ ਵਿੱਚ ਰਹੇ। ਯੂਨਿਟ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਜੀ ਨੇ ਬਲੈਸ ਕੀਤਾ। 78 ਦੀ ਗੱਲ ਹੈ, ਮੈਂ ਡਿਊਟੀ 'ਤੇ ਹੁੰਦਾ ਸੀ। जब ड्यूटी से मैं हुंदा सी ते मेरे पिछों गुरु जी तां घर ही हुंदे सी, अपनी तपस्या करते सी। मैनूं नहीं पता ये तपस्या, पता नहीं किद्दां ये मगन हुंदे सी, इन्हां नूं पता नहीं सी हुंदा दुनिया च की हो रहा जदों बैठदे सी, चौंकड़ी मार के बैठदे सी ते बुला लो तां इन्हां नूं पता नहीं सी लगदा मैनूं कोई बुला रहा, ये अपने मगन इन्ने हुंदे सी। खैर जी ये गुरु जी पिछों मेरे तां साडा एक माली हुंदा बलविंदर सिंह, मैनूं याद है, तो गुरु जी ने उन्होंने कितने दिन आवाज मारी भी बलविंदर सिंह इधर आओ। तो बलविंदर सिंह दौड़े आया, कहना हाँ जी अंकल दसो, क्योंकि अंकल तो हुण आपां कहने उस टाइम अंकल नहीं कहने हुंदे सी, सिर्फ दोस्त गुरु जी का अंकल कहने लग गए सी बाद दे विच जाके 1985 तो बाद। उस तो पहला तो मतलब कि अंकल का भी तो मैं क्लीयर कर दिना, क्योंकि अंकल गुरु जी क्यों कहते सी, गुरु जी की बहुत छोटी उम्र सी, छोटी उम्र सी। गुरु जी को जिन्ने भी सेवक जिन्ने भगत आंदे सी वड्डियां होण वाले हुंदे सी।
गुरु जी हर एक का नाम नहीं सी लेंदे हुंदे, सारे बड़े हुंदे सी, गुरु जी अंकल ही कहने हुंदे सी, अंकल आ जाओ, अंकल बैठो, आंटी बैठो। इस करके गुरु जी ने अंकल आंटी कहने दे नाल अज असीं संगत दे विच भी देखते हैं कि गुरु जी नूं याद करने वास्ते भी गुरु जी अंकल आंटी कहंदे सी, सारी संगत भी अंकल आंटी दे नाम नाल ही एक दूजे नूं पुकारदी है। ये गुरु जी की मतलब कि याद ही समझ लो या जो भी समझ लो, क्योंकि जो कोई अंकल आंटी कहता मैनू गुरु जी की गल्लां याद आंदियां ने, गुरु जी आवाज मारदे अंकल उस अंकल नूं बुलाओ, कहो भी अज आशीर्वाद देता ब्लैस करता जाओ, तो अंकल कहते खैर जी गुरु जी ने बलविंदर सिंह नूं बुलाया, उन्होंने पूछा बलविंदर सिंह तेरा बच्चा बीमार रहिंदा, जिहड़ा उत्थे अपना माली, वो बलविंदर सिंह हैरान हो गया कि मेरे बच्चे बारे इन्होंने किद्दां पता लग गया, मैं तो इन्होंने जानता तक नहीं। वो हाथ जोड़ के कहना हाँ जी मेरा बच्चा 9 साल का है, ज्यादा जम्मिया पैदा होया, वो बीमार ही चल रहा, दवाइयां डॉक्टर सर जिन्नी मैं तनख्वाह लेना डॉक्टर को चले जाते हैं पैसे, डॉक्टर दवाइयां दे ही जाता, मेरा बच्चा बस दवाइयां सिर से चल रहा। गुरु जी कहने जा तेरा कल्याण करता, एक पानी की बोतल लेके आ, तो फटाफट पानी की बोतल लेके आया। गुरु जी के कोल एक रुद्राक्ष की माला होंदी सी, जिहड़ी कि पानी के विच पाउंदे सी, पानी अमृत बन जाता सी, किसी इंसान नूं ला के वो सिर ते हाथ फेर दिंदे सी, कोई मंत्र पढ़ दिंदे सी, वो इंसान का कल्याण हो जाता सी। गुरु जी ने माला अपनी और गिलास बोतल के नाल टच की, पानी के नाल कोई मंत्र जाप किया, थोड़ी फूक मारी, कहने जा कल्याण करते, इनू 2 चमच रोज पिलाया कर, जिद्दे बोतल खत्म होगी तेरे बच्चे का कल्याण हो गया, ठीक हो गया। लो जी 25 दिन बाद मेरा ख्याल माली आ गया, हाथ जोड़ के गुरु जी के पैरों च पै गया, कहना जी अज 10 दिन हो गए मेरा बच्चा कोई दवाई नहीं खा रहा, बिल्कुल ठीक है, बच्चा खेल रहा। ये गुरु जी महिमा सी। मैं तो ड्यूटी से हुंदा सी, तो माली 2 बंदियां नूं लिया, 2 4 नूं लिया, 4 8 10 12 14 20 25 30। खैर जी मैनू मेरे पीएन ने दसिया सर तुहाडे क्वार्टर जब तुसीं ड्यूटी से हुंदे मेला लग्या हुंदा, उत्थे बड़े लोग आंदे ने तुहाडे गुरु जी कोल ब्लैस कर दिंदे ने सब नूं। मैं शाह नूं आया, गुरु जी नूं पुछया दोस्त तुसीं इत्थे मेरे पिछे कोई आंदा तुहाडे कोले? कहंदे नहीं शिव इत्थे की नहीं आना, मैं तो कल्ला ही हुंदा। मैं कहा जी मैनूं तो मेरे पीर ने दसिया भी तुहाडे कोल तां बड़े लोग आंदे ने, तुसीं ब्लैस करदे हो, आशीर्वाद दिंदे हो, सब दा कल्याण करता। पहले तो गुरु जी हसे, फिर मैंने याद आ बड़े भोले जी हस के कहने शिव तेरी यूनिट च बड़े परेशान ने लोग, इन्होंने ब्लैस करने की लोड़ थी, मैं ब्लैस करता, कल्याण करता। मैं दोस्त नूं हसन लग गया, मैं दोस्त मैं आर्मी च इत्थे तां बंब गोलियां होंदियां ने, तुसीं ब्लैसिंग किहड़ियां शुरू करतियां, मैनूं मजाक करनगे लोग भी गुरु जी ने एक पंडित भी बिठाया घर च। गुरु जी हस के टाल दिंदे सी मजाक नूं। अज वो बंदे जिन्होंने गुरु जी ने 78 दे विच ब्लैस किया सी, कोई 70 साल का, कोई 75 साल का, कोई 80 साल का, मैनू किसी ना किसी वोट से मिल जाते हैं। वो लोग रिटायर होंगे, सब रिटायर हो गए। वो यही कहते तुहाडे दोस्त कित्थे ने? मैं उन्होंने यही दसा कि सर मेरा दोस्त अज फिजिकल रूप साडे नहीं है, पर उन्होंने प्रेजेंस पल पल साडे नाल है। ਅਸੀਂ गुरु जी ने जिथे भी याद कर लीए गुरु जी साडे नाल ने। वो मैनू यही दसदे ने कहते ਜਦੋਂ ਤੁਹਾਡੇ ਦੋਸਤ ਨੇ ਸਾਨੂੰ ਬਲੈਸ ਕੀਤਾ ਸੀ, ਸਾਨੂੰ ਤਾਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਆਈ, ਸਾਡੇ ਪਰਿਵਾਰਾਂ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ। ਇਹ ਗੁਰੂ ਜੀ ਦੀ ਮਹਿਮਾ ਸੀ। मैं ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਗੁਰੂ ਜੀ ਨਾਲ ਡਾਇਰੈਕਟ ਜੁੜਨ ਦੀ ਲੋੜ ਹੈ। ਗੁਰੂ ਜੀ ਬਾਰ-ਬਾਰ ਕਹਿੰਦੇ ਸੀ डायरेक्ट कनैक्शन रखो। मैं ਤੁਹਾਡੇ सामने आ, मैं सिर्फ एक इंसान है, मैं ना तो कोई विद्वान है, ना मैनू कोई मंत्र जाप है जी आंदे ने, सिर्फ गुरु जी का मंत्र आंदा ओम नमः शिवाय। मैं तो आर्मी जिंदगी गुजारी है। जे कोई ये कहता आके कि मैं ब्लैस कर देना, मैं कल्याण कर देना, वो गलत गल है। वो गुरु जी एक शक्ति, वो ही एक पावर है जो ब्लैस करने वास्ते शक्ति है। गुरु जी डायरेक्ट कनैक्शन का मतलब है मैं तो तुहानू गुरु जी बारे गाइड ही कर सकदा। ब्लैसिंग तो गुरु जी दियां ने, उन्होंने देनियां ने। कई संगतें कहन लग गई है कि गुरु जी मैनू देख कह गए सी कि तू जिथे जाएगा वो घर ब्लैस हो जाऊगा, जिन्हों तू जफ्फी पाएगा वो बंदा ब्लैस हो जाऊगा। ऐसी कोई गल नहीं है, ये सब गलत गल्लां ने। मैं कंडैम करदा गल्लां नू, क्योंकि मेरे नू ज़्यादा गुरु जी नज़दीक कोई रहा नहीं है। जो मैं नॉर्मल आदमी हाँ, मेरे च कोई शक्ति नहीं, किसी च और किद्दां शक्ति आ गई। कदे भी गलत फहमी च ना रहो कि जी पुरानी संगत के फलाने बंदे नू आपां मिल लैंदे शायद साडी ब्लैसिंग। नो, ब्लैसिंग तो तुहाडे मनन नाल डायरेक्ट कनैक्शन नाल ही ने, जिहड़े कि गुरु जी बार बार कहंदे रहे। मैं सिर्फ तुहानू गाइड कर सकदा। ब्लैसिंग तो तुहाडे शरधा, तुहाडा अंदरला भाव, तुसीं किस निगाह नाल देख रहे हो। गुरु जी कहने हुंदे सी तुसीं मंत्र जाप की माला फेरन लग जाओगे 108 बार, तुहाडा ध्यान 108 बार च नहीं लगूगा, क्योंकि तुसीं 1-2 बार तो ध्यान लाओगे, फिर तुहाडा ध्यान जो अपने बच्चों वाल, अपने घर वाल, अपने कामकाज वाल चलता रहूगा, लेकिन बुल मंत्र जाप करते रहेंगे। इस करके ध्यान में तुसीं 2-4 बार मंत्र जाप कर लो, ध्यान ला के कर लो। जब तुसीं अखां बंद करके गुरु जी का ध्यान ला के सवेरे उठो, कुरली करो, बैठ से बैठ के अखां बंद करके गुरु जी का ध्यान लाओ। ध्यान जो लाओगे तुहानू गुरु जी के दर्शन भी हो जाएंगे। तुसीं सवेर तो जमा लो,
ਤੁਹਾਨੂੰ ਜਦੋਂ ਅੱਖਾਂ ਬੰਦ ਕਰਕੇ ਗੁਰੂ ਜੀ ਦਾ ਧਿਆਨ ਲਾਓਗੇ, ਉਹਨਾਂ ਦਾ ਤੁਹਾਡੇ ਸਾਕਸ਼ਾਤ ਜੋ ਉਹਨਾਂ ਦਾ ਸਰੂਪ ਹੈ ਤੁਹਾਡੇ ਅੱਗੇ ਆ ਜਾਊਗਾ। ਕਿ ਤੁਸੀਂ 2 ਵਾਰੀ ਮੰਤਰ ਜਾਪ ਕਰ ਲਓ, ਮੈਂ ਦਾਅਵੇ ਨਾਲ ਕਹਿਣਾ ਕਿ ਤੁਹਾਨੂੰ ਕੱਲ ਤੋਂ ਹੀ ਬਲੈਸਿੰਗ ਸ਼ੁਰੂ ਹੋ ਜਾਣਗੀਆਂ। ਬਾਕੀ ਇਨਸਾਨ, ਅਸੀਂ ਲੋਕ ਦਾ ਇਨਸਾਨ ਹੈ, ਮੈਨੂੰ ਵੀ ਉਹਨਾਂ ਦੀ ਬਲੈਸਿੰਗ ਨੇ, ਸੰਗਤ ਨੂੰ ਵੀ ਉਹਨਾਂ ਦੀ ਬਲੈਸਿੰਗ ਨੇ। ਬਸ ਸਿਰਫ ਇਹੀ ਫਰਕ ਹੈ ਕਿ ਮੈਂ ਉਹਨਾਂ ਦਾ ਦੋਸਤ ਹਾਂ, ਬਚਪਨ ਤੋਂ ਜ਼ਿੰਦਗੀ ਗੁਜ਼ਾਰੀ ਹੈ, ਇਹੀ ਫਰਕ ਹੈ, ਹੋਰ ਕੋਈ ਫਰਕ ਨਹੀਂ। ਬਾਕੀ ਮੈਂ ਤੁਹਾਡੇ ਵਰਗੇ ਇਨਸਾਨ। दूसरी गल, सत्संग तो बाद गुरु जी बार बार कहने होंगे सी, सत्संग तो बाद सीधा घर जाओ, सत्संग तो बाद ब्लैसिंग्स लैके सीधा घर जाओ। रस्ते दे विच शॉपिंग मॉल, कोई सब्जी खरीदनी, कोई होर समान खरीदन ना लगो, तुहाडी ब्लैसिंग उत्ती रह जाणगियां। तुसीं ब्लैसिंग लैके एक बारी घर जाओ, अपना ब्लैसिंग नाल घर भर लो। जे तुसीं 4 बंदे हैगे, 4 नहीं आ सकदे, एक बंदा भी आ गया तां भी तुहाडे घर ब्लैसिंग जाणगियां। तीसरी गल, सत्संग दे विचों लंगर प्रशाद मैं देखिया लोग कई लिफाफे भर के घरां नूं लै जांदे ने। ये बहुत गुरु जी कहने सी, तुसीं लंगर इत्थे खाओगे दवाई है, घरे ले जाओगे मिठाई है। तुसीं सत्संग दा लंगर प्रशाद सत्संग दे विच ही खा के जाओ, घर मत लैके जाओ। मैं हुण नां नहीं किसी दे लैणे चाहता, बड़े लोग तो लिफाफे भर के फ्रिजां च रख लैंदे ने। इंडिया दे विच हाल है भी लिफाफा पहले भर लैंदे ने, सब्जी दा फ्रिज रख लिया। तुसीं गुरु जी तो लो, ये सत्संगां तो क्यों लेने? जो गुरु जी बैठे ने देण वाले, असीं गुरु जी ने देना, सानूं मैनू देंदे ने, तुहानूं भी गुरु जी देणगे। इस करके सीधे घर जाओ, कोई बुजुर्ग है उहदे वास्ते सत्संग का प्रसाद लैके जाओ। तीसरी गल, जदों भी आपां सत्संग करते हैं, गुरु जी हलवा बहुत पसंद करते, हलवा बहुत पसंद करते सी। बचपन दे विच मैं ते गुरु जी जदों गुरुद्वारे जांदे सी, असीं लाइन च लग के जो हलवा प्रसाद लैंदे सी तां फटाफट असीं मूँह च पा के हलवा दोबारा फिर आके लाइन च लग जांदे सी, एक बारी फिर लेना, फिर असीं हत्थ उतारदे साफ कपड़े नाल इदां पहुंच लेने, पहुंच के फिर लाइन च लग जाना। मैं दोबारा प्रसाद लैंदे सी। जदों अंपायर स्टेट दे विच मैं आंदा हुंदा सी बाहर दे विच, तां मैं प्रसाद लेना, गुरु जी ने मैनूं हੱਸ पैना, शिव वो गुरुद्वारे का दौरा नहीं प्रसाद लेना। मैं गुरु जी प्रसाद तो दे दो, पर मैं हाथ नहीं, हुण कपड़े ना पहुंचने, मेरे हाथ खराब, कपड़े खराब हो जाने हुंदा। तो गुरु जी हੱसदे रहंदे सी। गुरु जी वो बचपन दी गल्लां मैनूं याद करांदे रहंदे सी, शिव आपा इदां करदे सी, इदां करदे सी। गुरु जी की महिमा सी। पता नहीं गुरु जी ने मैनूं क्यों इन्ना प्यार किया, हालांकि मैं तो कोई इन्ना काबिल आम भी नहीं थी कि मेरे चाहे जी कोई काबिलियत थी। मैं धर्म वाला बंदा सी, मैं तो एक फौज का बंदा सी, गुरु जी का दोस्त ही सी। बाकी मेरे च कोई काबिलियत नहीं है बेटे, मैं क्लीयर करना चाहना। सिर्फ माल कोई ने, मत किसी के पिछे लगो, तुहानूं बहुत मिसगाइड करने वाले मिल जाएंगे। जेडे कई बंदे यहो ਜਿਹੇ भी नहीं जेडे कहते हैं मैं ब्लैस कर देना, तुसीं समझ गए होंगे शायद जेडे बंदे ब्लैस करन आंदे ने, सिर्फ गुरु जी ब्लैस करनगे, सिर्फ गुरु जी। उस तो बाद मेरी शादी हुई। मेरी शादी मोहाली, मेरे सौरे चंडीगढ़ सी, मेरी शादी मोहाली में, मेरे को अपना मकान नहीं सी उदों मोहाली चंडीगढ़ दे विच। मैं मोहाली एक किराए ते मकान लिया। मैं कहा दोस्त हुण मेरी शादी है, हुण मैं आपां मोहाली किराए ते मकान लेना। कहंदे शिव मेरा ही कमरा भी लै ली नाल, एक कमरा मैं गुरु जी दा भी नाल लैंदा हुंदा। मेरी शादी तो बाद गुरु जी नाल ही मेरी मिस्सी नूं मैं दस्सिया मेरी शादी तो बाद। मैं कहा मेरी शादी की फोटो शायद मैं कई बार सेंड की है लोगों को, गुरु ब्लैक एंड वाइट दे विच गुरु जी की शादी मेरी साइड से खड़े ने, शायद तुसीं लोगों ने देखी होवे। एक साइड से गुरु जी खड़े ने मेरी शादी मिलनी के टाइम ते गुरु जी मेरी मिसे नाल, मेरी मिसे थोड़ा ना कह देंदी सी तुहाडा दोस्त है, मैं रोटी बना के रख दी, ये गर्म रोटी क्यों नहीं खाते, ये ठंडी रोटी करके खाते हैं। मैं क्या तू सुन, तू इन्हों नहीं जानती, इन्होंने जब दिल करता खा लिया करनगे। मेरी मिस्सी कई बार गुरु जी नाल लड़ पैंदी सी, तुसीं गर्म रोटी क्यों नहीं खाते जब मैं तुहानूं गर्म गर्म करके दिंदी हाँ, क्योंकि साडे उस टाइम गैस नहीं हुंदी सी, स्टोव हुंदा सी जिहड़ा बार बार पकाउणा बड़ा औखा हुंदा। तो मेरी मिस्सी थोड़ी गुरु जी नूं लड़ पैंदी सी कि तू गर्म रोटी तुसीं क्यों नहीं खाते गुरु जी, तुसीं इन्हां दे दोस्त हो, मैं चाहनी हाँ तुसीं भी गर्म रोटी खाओ जिन्हें गर्म खाते हैं। मैनूं दोबारा स्टोव पकाउणा बड़ा औखा लगदा, पर गुरु जी उही भरजाई, कोई गल नहीं मैं ठंडी खा लूँगा, इन्नी मतलब कि उन्हां च निमरता सी गुरु जी, कोई गल नहीं। खैर मेरी मिस ने भी अपना गर्म खला रोटी खिलाने की कोशिश करनी, पर गुरु जी जो तपस्या से बैठ जाते थे उदों उन्होंने ये नहीं सी मेरी रोटी ठंडी हो रही है, मेरी चाह ठंडी हो रही है, वो अपनी पूरा करके ही जो करना सी करते। उस तो बाद मैं थोड़ा मेरी मिसी दिखाना। जजी हेलो नीलम, जजी ये आंदे ने, ये हुण मैं थानू दिखाता आंदे ने ते एक गुरु जी नाल। अंकल अपना माइक्रोफोन थोड़ा सा दूर रखिए, हाँ। कट रही है। हाँ साथ ही आवाज आती है। हाँ अब बेटर है। ठीक है बेटे, ठीक है। वो मैंने देखा कि मेरी आवाज ना कम आती है, इसलिए मैं नजदीक लगा लिया था। मेरे मिसेज आ गए ने। जय गुरु जी। जय गुरु जी ना झगड़ा बहुत करते रहे,
जय गुरु जी आंटी, गुरु जय जी गुरु जी। आपको देख के जय बहुत गुरु चंगा जी। लगा। सारी ਇਹ ਗੁਰੂ ਜੀ ਨੂੰ 3 ਸਾਲ ਇਹਨਾਂ ਨੇ, ਪਰ ਅਸੀਂ ਬੇਟੇ ਦਾ ਮਹਿਸੂਸ ਕਰਦੇ ਹਾਂ ਵੀ ਗੁਰੂ ਜੀ ਅੱਜ ਵੀ ਸਾਡੇ ਚ ਹੀ ਨੇ। ਇਸ ਕਮਰੇ ਦੇ ਵਿੱਚ, ਜਿਹੜੇ ਕਮਰੇ 'ਚ ਮੈਂ ਬੈਠਾ ਬੇਟੇ, ਇੱਥੇ ਸੋਫਾ ਦੂਸਰਾ ਲੱਗਿਆ ਹੁੰਦਾ ਸੀ, ਜਿਹੜਾ ਮੈਂ ਸੋਫਾ ਕਿਤੇ ਸੰਭਾਲ ਕੇ ਰੱਖਿਆ ਹੋਇਆ। ਅਕਸਰ ਗੁਰੂ ਜੀ ਆ ਕੇ ਲੇਟਦੇ ਸੀ। ਜਦੋਂ ਗੁਰੂ ਜੀ ਨੇ ਚੰਡੀਗੜ੍ਹ ਸੀ, ਜਦੋਂ 1996-97 ਦੇ ਵਿੱਚ ਗੁਰੂ ਜੀ ਨੇ ਥਕਾਵਟ ਮਹਿਸੂਸ ਕਰਨੀ, ਸੰਗਤ ਚੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਵੀ ਸੰਗਤ ਮੈਨੂੰ ਪਰੇਸ਼ਾਨ ਕਰ ਰਹੀ ਹੈ, ਤਾਂ ਗੁਰੂ ਜੀ ਨੇ ਆ ਕੇ ਸੋਫਾ ਜਿੱਥੇ ਮੈਂ ਬੈਠਾ, ਇੱਥੇ ਆ ਕੇ ਸੋਫਾ ਸੀ, ਇੱਥੇ ਆ ਕੇ ਲੇਟ ਜਾਂਦੇ ਸੀ। ਮੇਰੀ ਮਿਸ ਨੇ ਕਹਿਣਾ ਨਿਕਨੇਮ ਲੈ ਕੇ, ਨਿਰਮਲ ਸਿੰਘ ਉੱਠ ਮੈਂ ਸੋਫੇ ਦੇ ਉੱਤੇ ਕੱਪੜਾ ਵਿਛਾਇਆ ਪ੍ਰੈਸ ਕਰਕੇ, ਤੁਸੀਂ ਫਿਰ ਮੇਰਾ ਸੋਫਾ ਖਰਾਬ ਕਰੋਗੇ, ਚਲੋ ਬੈੱਡ ਤੇ ਲੇਟੋ। ਗੁਰੂ ਜੀ ਕਹਿੰਦੇ ਭਰਜਾਈ ਤੁਸੀਂ ਮੈਨੂੰ ਉਠਾਉਣ ਲੱਗੇ, ਲੋਕ ਮੈਨੂੰ ਘਰੇ ਬੁਲਾਉਂਦੇ ਨੇ, ਤੁਸੀਂ ਮੈਨੂੰ ਸੋਫੇ ਤੇ ਨਹੀਂ ਸੌਣ ਦਿੰਦੇ। ਗੁਰੂ ਜੀ ਬੜੇ ਪਿਆਰ ਨਾਲ, ਬੜੇ ਭੋਲੇ, ਤੁਸੀਂ ਮੈਂ ਤਾਂ ਇੱਥੇ ਹੀ ਸੌਂਗਾ। ਮੇਰੀ ਮਿਸ ਨੇ ਜ਼ੋਰ ਲਾ ਲੈਣਾ, ਜਦੋਂ ਇਹਨੇ ਕਹਿਣਾ ਵੀ ਤੁਸੀਂ ਬੈੱਡ ਤੇ ਸੌਂ, ਮੇਰੀ ਮਿਸ ਗੁਰੂ ਜੀ ਨੇ ਕਰਨਾ ਇੱਕ ਇਹੋ ਜਿਹਾ ਸਾਹ ਚੱਕਣਾ, ਕੁਸ਼ਨ ਜਾ ਚੱਕ ਕੇ ਸਰਾਣੇ ਹੇਠਾਂ ਲੈ ਲੈਣਾ, ਕਹਿੰਦੇ ਲਓ ਭਰਜਾਈ ਸਰਾਣਾ। ਜਾਂ ਮੇਰੀ ਮਿਸ ਨੇ ਦੋ ਨਾ ਫਿਰ ਕੁਸ਼ਨ ਹੋਰ ਲੈ ਲੈਣਾ। ਮੇਰੀ ਮਿਸ ਨੂੰ ਮੈਂ ਬਾਹਰ ਸੀ, ਉਹਨਾਂ ਦਾ ਟਾਈਮ ਬੀਤਦਾ ਗਿਆ। ਇੱਥੇ ਇਹ ਜਗ੍ਹਾ ਤੇ ਜਿੱਥੇ ਮੈਂ ਬੈਠਾ, ਇੱਥੇ ਅਕਸਰ ਸੌਂ ਜਾਂਦੇ ਸੀ ਆ ਕੇ, ਮਹੀਨੇ 'ਚ ਮੇਰੇ ਖਿਆਲ 7-8 ਵਾਰ ਇੱਥੇ ਸੌਂਦੇ ਸੀ ਆ ਕੇ, ਜਿਹੜੀ ਜਗ੍ਹਾ ਤੇ ਇਸ ਟਾਈਮ ਮੈਂ ਬੈਠਾ। ਤੇ ਉਸ ਤੋਂ ਬਾਅਦ ਟਾਈਮ ਬੀਤਿਆ। ਇੱਕ ਦਿਨ ਗੁਰੂ ਜੀ ਕਹਿੰਦੇ ਸ਼ਿਵ ਮੈਨੂੰ ਇਕਾਂਤ ਵਾਤਾਵਰਨ ਚਾਹੀਦਾ, ਮੈਨੂੰ ਡਿਸਟਰਬ ਨਾ ਕਰੇ। ਮੈਨੂੰ ਯਾਦ ਹੈ, ਮੈਂ ਕਿਹਾ ਦੋਸਤ ਬਾਕੀ ਤਾਂ ਠੀਕ ਹੈ ਯਾਰ, ਉਹਨੇ ਡਿਸਟਰਬ ਨਾ, ਇਕਾਂਤ ਵਾਤਾਵਰਨ, ਤੁਹਾਡਾ ਤਾਂ ਕਮਰਾ ਹੀ ਲੱਗ ਹੈ। ਸ਼ਿਵ ਨਹੀਂ ਮੈਨੂੰ ਬੁਲਾਇਓ ਨਾ ਤੁਸੀਂ। ਮੈਂ ਠੀਕ ਹੈ। ਮੈਂ ਆਪਣੀ ਮਿਸ ਨੂੰ ਕਿਹਾ ਜੋ ਇਹਨਾਂ ਨੇ ਕਰਨਾ ਕਰਨ ਦੋ, ਆਪਾਂ ਡਿਸਟਰਬ ਨਹੀਂ ਕਰ ਮੇਰੇ ਦੋਸਤ। ਮੈਂ ਗੁਰੂ ਜੀ ਨੂੰ ਇੰਨਾ ਪਿਆਰ ਕਰਦਾ ਸੀ, ਮੈਂ ਉਹਨਾਂ ਨੂੰ ਇੰਨਾ ਸ਼ਾਂਤ ਭਾਵ ਦੇਖ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਨਿਮਰਤਾ ਸਿੱਖੀ, ਕੀ ਨਿਮਰਤਾ ਚੀਜ਼ ਹੁੰਦੀ ਹੈ, ਉਹਨਾਂ ਤੋਂ ਆਪ ਦੂਰ ਕਰਨਾ ਸਿੱਖਿਆ। ਬੇਟੇ ਲੋਕਾਂ 'ਚ ਹੰਕਾਰ ਵੀ ਮੈਂ, ਪਰ ਮੇਰੇ 'ਚ ਹੰਕਾਰ ਨਹੀਂ, ਮੈਂ ਸਭ ਨੂੰ ਨੀਵਾਂ, ਸਭ ਨੂੰ ਆਪਣੇ ਆਪ ਨੂੰ ਨੀਵਾਂ ਸਮਝਦਾ। ਸਾਰੀ ਦੁਨੀਆ ਮੈਂ ਤੋਂ ਉੱਚੀ ਹੈ। ਇਸ ਕਰਕੇ ਮੇਰੇ ਪਿਆਰ ਨੇ, ਨਿਮਰਤਾ ਨੇ ਅੱਜ ਸੰਗਤ ਦੇ ਵਿੱਚੋਂ ਮੈਨੂੰ ਪਿਆਰ ਆ। ਤੁਸੀਂ ਲੋਕ ਮੈਨੂੰ ਮਿਲੇ ਨਹੀਂ ਹੋ, ਪਰ ਤੁਸੀਂ ਮੈਨੂੰ ਇੰਨਾ ਰਿਗਾਰਡ ਦਿੰਦੇ ਹੋ, ਇੰਨਾ ਪਿਆਰ ਦਿੰਦੇ ਹੋ, ਇਹਦਾ ਕੋਈ ਮੁੱਲ ਨਹੀਂ ਹੈ। ਖੈਰ ਗੁਰੂ ਜੀ ਨੇ, ਮੈਂ ਵੀ ਇੱਕ ਚੱਦਰ ਵਿਛਾਤੀ ਹੈ, ਉਹਦੇ ਤੇ ਦਰੀ ਉਹ ਵਿਛਾਤੀ, ਇੱਕ ਗਦੈਲਾ ਰੱਖਤਾ ਤੇ ਗੱਦੀ ਲਾ ਕੇ ਗੁਰੂ ਜੀ ਬੈਠ ਗਏ। ਮੈਂ ਮਿਸਤਰੀ ਨੂੰ ਕਿਹਾ ਚਾਹ ਦੇ ਟਾਈਮ ਤੁਸੀਂ ਚਾਹ ਰੱਖ ਦਿਓ, ਰੋਟੀ ਦੇ ਟਾਈਮ ਰੋਟੀ ਦੇ ਦਿਓ, ਡਿਸਟਰਬ ਨਾ ਕਰਿਓ ਗੁਰੂ ਜੀ ਨੂੰ। ਖੈਰ ਜੀ, ਇੱਕ ਮੇਰੇ ਕੋਲ ਛੋਟਾ ਜਿਹਾ ਘੜਾ ਲਿਆਇਆ, ਸਾਡੇ ਕੋਲ ਫਰਿੱਜ ਨਹੀਂ ਸੀ ਹੁੰਦਾ ਉਸ ਟਾਈਮ, ਫਰਿੱਜ ਦਾ ਬਾਅਦ 'ਚ ਅਸੀਂ ਲਿਆ, ਕਿਤੇ ਜਾ ਕੇ 5-4 ਸਾਲ ਬਾਅਦ ਲਿਆ। ਉਦੋਂ ਛੋਟਾ ਜਿਹਾ ਘੜਾ ਹੁੰਦਾ ਸੀ ਮਿੱਟੀ ਦਾ, ਅਸੀਂ ਉਹ ਲਿਆ ਕੇ ਰੱਖਤਾ, ਗੁਰੂ ਜੀ ਨੂੰ ਪਾਣੀ ਭਰ ਕੇ ਰੱਖਤਾ ਵੀ ਗੁਰੂ ਜੀ ਜਦ ਤੁਹਾਨੂੰ ਪਾਣੀ ਦੀ ਪਿਆਸ ਲੱਗੂ ਗਲਾਸ ਰੱਖਤਾ, ਤੁਸੀਂ ਆਪੇ ਪੀ ਲਿਓ, ਅਸੀਂ ਡਿਸਟਰਬ ਨਹੀਂ ਕਰਦੇ। ਮੈਂ ਡਿਊਟੀ ਚਲਾ ਗਿਆ। ਸ਼ਾਮ ਨੂੰ ਆਇਆ ਤੇ ਆ ਕੇ ਮੈਂ ਪੁੱਛਿਆ ਮਿਸੀ ਨੂੰ ਕਿ ਇਹਨਾਂ ਨੇ ਕੁਝ ਖਾਧਾ ਪੀਤਾ ਕਿ ਨਹੀਂ ਖਾਧਾ ਪੀਤਾ। ਮਿਸੀ ਕਹਿੰਦੀ ਵੀ ਨਾ ਤਾਂ ਇਹਨਾਂ ਨੇ ਰੋਟੀ ਖਾਧੀ ਆ, ਨਾ ਇਹਨਾਂ ਨੇ ਪਾਣੀ ਪੀਤਾ, ਤੇ ਜਿੱਦਾਂ ਤੁਸੀਂ ਛੱਡ ਗਏ ਸੀ ਇਹ ਉੱਦਾਂ ਹੀ ਬੈਠੇ ਨੇ। ਚਲੋ ਮੈਂ ਥੱਕਿਆ ਹੋਇਆ ਆਇਆ ਸੀ, ਮੈਂ ਸੌਂ ਗਿਆ। ਤਾਂ ਨੈਕਸਟ ਡੇ ਸਵੇਰੇ ਡਿਊਟੀ ਚਲਾ ਗਿਆ, ਆਉਂਦਾ ਰਿਹਾ, ਮੈਂ ਜਾਂਦਾ ਰਿਹਾ। 4 ਰਾਤਾਂ ਨਿਕਲ ਗਈਆਂ, ਮੈਨੂੰ ਯਾਦ ਹੈ 4 ਰਾਤਾਂ ਨਿਕਲ ਗਈਆਂ। 5ਵਾਂ ਦਿਨ ਆ ਗਿਆ, ਸ਼ਾਮ ਨੂੰ ਮੈਂ ਡਿਊਟੀ ਤੋਂ ਆਇਆ, ਆ ਕੇ ਮਿਸ ਨੂੰ ਪੁੱਛਿਆ ਵੀ ਅੱਜ ਕੁਛ ਖਾਧਾ ਪੀਤਾ ਕਿ ਨਹੀਂ ਖਾਧਾ ਪੀਤਾ। ਕਹਿੰਦੀ ਜੀ ਅੱਜ 5 ਦਿਨ ਹੋ ਗਏ, ਤੁਹਾਡੇ ਦੋਸਤ ਨੂੰ ਕੁਛ ਹੋ ਨਾ ਜਾਵੇ, ਇਹ 5 ਦਿਨ ਤੋਂ ਨਾ ਪਾਣੀ ਪੀਤਾ ਨਾ ਰੋਟੀ ਖਾਧੀ ਹੈ, ਤੁਸੀਂ ਇਹਨਾਂ ਗੱਲ ਕਰ ਲਓ, ਇਹਨਾਂ ਨੂੰ ਬੁਲਾਓ, ਇਹਨਾਂ ਨੂੰ ਰੋਟੀ ਦਾ ਖਿਲਾ ਦਿਓ। ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਮੈਂ ਮੋਟਰਸਾਈਕਲ ਸੀ ਮੇਰੇ ਕੋਲ, ਮੈਂ ਮੋਟਰਸਾਈਕਲ ਆਪਣੀ ਡਿਊਟੀ ਜਾਂਦਾ ਸੀ, ਖੜਾ ਕੀਤਾ, ਫਟਾਫਟ ਅੰਦਰ ਆਇਆ, ਗੁਰੂ ਜੀ ਨੂੰ ਜੱਫੀ ਪਾਈ, ਗੁਰੂ ਜੀ ਦੇ ਕਮਰੇ ਨੂੰ ਖੋਲ ਕੇ ਖੜਾ ਕਰਤਾ ਗੁਰੂ ਜੀ ਨੂੰ, ਦੋਸਤ ਪਹਿਲਾਂ ਰੋਟੀ ਖਾ ਲੈ, ਚਾਹ ਪੀ ਲਾ ਤੂੰ। ਮੈਂ ਕਿਉਂਕਿ ਮੈਂ ਵੀ ਦੁਬਾਰਾ ਸਵੇਰੇ ਉੱਠਦਾ, ਬ੍ਰੇਕਫਾਸਟ ਕਰਦਾ, ਲੰਚ ਕਰਦਾ, ਡਿਨਰ ਕਰਦਾ, ਤੇ ਮੈਂ ਭੁੱਖ ਲੱਗਦੀ ਹੈ, ਮੈਂ ਸਭ ਕੁਝ ਖਾਣਾ ਪੀਣਾ। ਮੇਰਾ ਦੋਸਤ 5 ਦਿਨ ਤੋਂ ਭੁੱਖਾ, ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਕਿ ਗੁਰੂ ਜੀ ਨੂੰ ਖੜਾ ਕਰਤਾ। ਮੈਨੂੰ ਯਾਦ ਆ ਉਹ ਟਾਈਮ ਜਦੋਂ ਮੈਂ ਗੁਰੂ ਜੀ ਦੀ ਸਾਰੀ ਭਗਤੀ ਦਾ ਸਤਿਆਨਾਸ਼ ਕਰਤਾ 5 ਦਿਨ ਦਾ। ਗੁਰੂ ਜੀ ਨੇ ਮੇਰੇ ਕਨੀ ਦੇਖਿਆ, ਸਿਰਫ ਸਮਾਈਲ ਦਿੱਤੀ, ਹੱਸੇ ਗੁਰੂ ਜੀ, ਸ਼ਿਵ ਤੂੰ ਮੈਨੂੰ ਕਿੰਨਾ ਪਿਆਰ ਕਰਦਾ, ਤੂੰ ਮੈਨੂੰ ਕਿੰਨਾ ਪਿਆਰ ਕਰਦਾ। ਨਾ ਮੈਨੂੰ ਭੁੱਖ ਲੱਗੀ ਸੀ, ਨਾ ਮੈਨੂੰ ਪਿਆਸ ਲੱਗੀ ਸੀ। ਮੈਂ ਤੈਨੂੰ ਕਿੱਦਾਂ ਦੱਸਾਂ ਕਿ ਮੈਂ ਕਿਹੜੀ ਦੁਨੀਆ 'ਚ ਸੀ। ਮੈਂ ਦੁਨੀਆ 'ਚ ਨਹੀਂ ਸੀ, ਤੁਸੀਂ ਮੇਰਾ ਸਰੀਰ ਦੇਖ ਰਹੇ ਸੀ, ਮੇਰੀ ਆਤਮਾ ਇਸ ਦੁਨੀਆ ਇੱਥੇ ਨਹੀਂ ਸੀ। ਮੈਂ ਕਿਹਾ ਦੋਸਤ ਇਹ ਆਤਮਾ ਤਾਂ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਰੋਟੀ ਖਾ ਲੈ ਤੂੰ ਯਾਰ, ਬਾਅਦ 'ਚ ਫੇਰ ਬੈਠਣੀ ਹੈ, ਇਹ ਆਪਣੀ ਕੋਈ ਗੱਲ ਨਹੀਂ। ਮੈਂ ਜ਼ਬਰਦਸਤੀ ਰੋਟੀ ਖਿਲਾਤੀ ਗੁਰੂ ਜੀ ਨੂੰ, ਤੇ ਗੁਰੂ ਜੀ ਨੇ ਦੁਬਾਰਾ ਨਹੀਂ ਭਗਤੀ ਕੀਤੀ। ਉਹਨੂੰ ਪਤਾ ਵੀ ਸ਼ਿਵ ਨੇ ਮੈਨੂੰ ਫੇਰ ਉਠਾ ਦੇਣਾ। ਉਸ ਤੋਂ ਬਾਅਦ ਪਿਆਰ ਸਾਡਾ ਇੰਨਾ ਸੀ ਵੀ ਮੈਂ ਤੁਹਾਨੂੰ ਕੀ ਦੱਸਾਂ। ਉਸ ਤੋਂ ਬਾਅਦ ਗੁਰੂ ਜੀ, ਇੱਕ ਦਿਨ ਮੈਂ ਡਿਊਟੀ ਤੋਂ ਆਇਆ, ਮੈਂ ਇਸੇ ਨੂੰ ਪੁੱਛਿਆ ਗੁਰੂ ਜੀ ਕਿੱਥੇ ਨੇ। ਇਹ ਗੱਲ 1983 ਦੀ ਗੱਲ ਹੈ, ਸ਼ੁਰੂ ਦੇ 82 ਐਂਡ ਦੀ ਗੱਲ ਹੈ, ਦਸੰਬਰ ਜਾਂ ਨਵੰਬਰ, ਕਿਉਂਕਿ ਮੇਰੀ ਮਿਸੀ ਮਾਰਚ, ਮੇਰਾ 80 'ਚ ਸ਼ਾਦੀ ਹੋਈ ਸੀ, ਮੇਰੀ 81 ਦੇ ਵਿੱਚ ਮਿਸੀ, ਮਾਰਚ 81 ਮੇਰੀ ਮਿਸੀ ਪ੍ਰੈਗਨੈਂਟ ਸੀ। ਮੈਂ ਕਿਹਾ ਗੁਰੂ ਜੀ ਸਾਰਿਆਂ ਨੂੰ ਤੁਸੀਂ ਦੱਸ ਦਿੰਦੇ ਹੋ ਤੇਰੇ ਇਹ ਹੋਊ, ਤੇਰੇ ਇਹ ਹੋਊ, ਸਾਡੇ ਦੱਸੋ ਕੀ ਹੋਊ। ਦਸੰਬਰ 81 ਡਿਊ ਆ,
ਕਹਿੰਦੇ ਤੁਹਾਡੇ ਅਕਤੂਬਰ 82 ਚ ਮੁੰਡਾ ਹੋਊਗਾ। ਮੈਂ ਕਿਹਾ ਗੁਰੂ ਜੀ ਅਕਤੂਬਰ 82, ਇਹ ਤਾਂ ਸਾਡਾ ਤਾਂ ਦਸੰਬਰ ਚ ਡਿਊ ਹੈ, ਇਸੇ ਦਸੰਬਰ ਚ। ਨਹੀਂ ਸ਼ਿਵ, ਅਕਤੂਬਰ 82 ਤੁਹਾਡੇ ਬੇਟਾ ਹੋਊਗਾ। ਖੈਰ ਜੀ ਉਹ ਮਿਸਕੈਰੇਜ ਹੋ ਗਿਆ। ਮੇਰਾ ਚੇਤਨ ਕੌਸ਼ਲ ਆਸਟ੍ਰੇਲੀਆ ਸੈਟਲ ਹੈ ਗੁਰੂ ਜੀ ਦੀ ਬਲੇਸਿੰਗ ਦੇ ਨਾਲ, ਉੱਥੇ ਦਾ ਸਿਟੀਜ਼ਨ ਹੈ। ਅਕਤੂਬਰ 82 ਦੇ ਫਸਟ ਵੀਕ ਦੇ ਵਿੱਚ, ਜਿਸ ਡੇਟ ਨੂੰ ਕਿਹਾ ਵੀ ਫਸਟ ਵੀਕ ਚ ਬੇਟਾ ਹੋ ਤੁਹਾਡੇ, ਉਹ ਪਹਿਲੇ ਮਹੀਨੇ ਦੇ ਵਿੱਚ ਹੀ, ਪਹਿਲੇ ਹਫ਼ਤੇ ਦੇ ਵਿੱਚ ਅਕਤੂਬਰ 82 ਦੇ ਵਿੱਚ ਹੋਇਆ। ਜਦੋਂ ਹੋਇਆ ਸੀ, ਮੈਨੂੰ ਯਾਦ ਅੱਜ ਵੀ, ਮੈਂ ਤੇ ਗੁਰੂ ਜੀ PGI ਦੇ ਵਿੱਚ ਬਾਹਰ ਖੜੇ ਸੀ ਲੇਬਰ ਰੂਮ ਦੇ, ਤਾਂ ਨਰਸ ਨੇ ਅੰਦਰੋਂ ਆਈ, ਰਾਤ ਦਾ ਟਾਈਮ ਸੀ, 12:01 ਹੋਇਆ ਸੀ। ਉਹਨੂੰ ਨਹੀਂ ਸੀ ਪਤਾ ਨਰਸ ਅੰਦਰ ਆਈ ਵੀ ਦੋਹਾਂ ਚੋਂ ਕਿਹੜੇ ਗੁਰੂ ਦੇ ਫਾਦਰ ਨੇ। ਉਹਨੇ ਆ ਕੇ ਗੁਰੂ ਜੀ ਦੀ ਝੋਲੀ ਦੇ ਵਿੱਚ ਲਓ ਜੀ, ਉਹ ਨਰਸ ਚਾਹੁੰਦੀ ਸੀ ਮੈਨੂੰ ਕੋਈ ਥੋੜਾ ਬਲੈਸਿੰਗ, ਕੋਈ ਪੈਸਾ ਦੇਣਗੇ। ਤਾਂ ਗੁਰੂ ਜੀ ਦੀ ਝੋਲੀ ਦੇ ਵਿੱਚ ਜਦੋਂ ਰੱਖਿਆ ਤਾਂ ਮੈਨੂੰ ਯਾਦ ਆ ਗੁਰੂ ਜੀ ਨੇ ਏਦਾਂ ਹੱਥ ਕੀਤਾ, ਐਂ ਕਰਿਆ, ਬੇਟੇ ਦੇ ਹੱਥ 'ਚ 10 ਦਾ ਨੋਟ ਫੜਾਤਾ। ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਗੁਰੂ ਜੀ ਕੋਲ ਤਾਂ ਪੈਸਾ ਹੁੰਦਾ ਹੀ, ਕਿੱਥੋਂ 10 ਦਾ ਨੋਟ ਹੈ। ਉਹ ਬਲੈਸਿੰਗ ਮੇਰੇ ਬੇਟੇ ਨੂੰ ਜਿਹੜੀ ਜੰਮਣ ਤੋਂ 2 ਮਿੰਟ ਬਾਅਦ ਗੁਰੂ ਜੀ ਨੇ 10 ਰੁਪਏ ਦਿੱਤੇ। ਅੱਜ ਤੱਕ ਮੇਰੇ ਖਿਆਲ ਮੇਰੇ ਬੇਟੇ ਨੇ ਕਦੇ ਪੈਸੇ ਬਾਰੇ ਸੋਚਿਆ ਹੀ ਨਹੀਂ, ਕਿੱਥੋਂ ਉਹਦੇ ਕੋਲ ਪੈਸਾ ਆਉਂਦਾ, ਕਿੱਥੋਂ ਨਹੀਂ ਆਉਂਦਾ। ਉਹਨੇ ਕਦੇ ਟੈਨਸ਼ਨ ਹੀ ਨਹੀਂ ਉਹਨੂੰ ਪੈਸੇ ਦੀ। ਉਸ ਤੋਂ ਬਾਅਦ ਗੁਰੂ ਜੀ ਨੇ, ਅਸੀਂ ਆ ਗਏ, ਮੈਂ ਡਿਊਟੀ ਗਿਆ, ਮੈਂ ਸ਼ਾਮ ਨੂੰ ਆਇਆ ਇੱਕ ਦਿਨ ਘਰ ਮੋਹਾਲੀ ਆ ਕੇ ਮਿਸੀ ਨੂੰ ਪੁੱਛਿਆ ਕਿ ਗੁਰੂ ਜੀ ਕਿੱਥੇ ਨੇ। ਕਹਿੰਦੇ ਜੀ ਉਹ ਚਲੇ ਗਏ ਸੀ 12 ਵਜੇ, ਆਏ ਨਹੀਂ ਵਾਪਸ। ਮੈਨੂੰ ਵੀ ਟੈਨਸ਼ਨ ਹੋ ਗਈ, ਮੇਰਾ ਦੋਸਤ ਤਾਂ ਇਕੱਲਾ ਕਦੇ ਜਾਂਦਾ ਹੀ ਨਹੀਂ ਕਿਤੇ, ਕਿਉਂਕਿ ਗੁਰੂ ਜੀ ਤਾਂ ਕਦੇ ਜਾਂਦੀ ਨਹੀਂ ਕਿਤੇ ਸੀ। ਤਾਂ ਮੈਂ ਜੀ ਆਪਣਾ ਮੋਟਰਸਾਈਕਲ ਚੱਕਿਆ, ਕਦੇ ਕਿਤੇ ਗਿਆ, ਕਦੇ ਕਿਤੇ ਗਿਆ, ਕਦੇ ਜਿੱਥੇ ਜਿੱਥੇ ਜਾਂਦੇ ਸੀ ਲੱਭਿਆ, ਪਰ ਗੁਰੂ ਜੀ ਨਹੀਂ ਮਿਲੇ। ਗੁਰੂ ਜੀ ਮਾਤਾ ਜੀ ਸਰਜੀਤ ਕੌਰ, ਜਿਹੜੇ ਕਿ ਇੱਕ ਨਹਾਇਤ ਸ਼ਰੀਫ ਲੇਡੀ ਸੀ, ਬਹੁਤ ਜੈਂਟਲ ਲੇਡੀ ਸੀ, ਉਹਨਾਂ ਦੇ ਚਿਹਰੇ ਤੇ ਵੀ ਨੂਰ ਸੀ, ਮਾਤਾ ਸਰਜੀਤ ਕੌਰ ਦੇ। ਉੱਥੇ ਇੱਕ ਰੂਪ ਸਿੰਘ, ਜਿਹੜੇ ਆਪਣੇ ਮੰਦਿਰ ਦੇਖ ਰੇਖ ਕਰ ਰਹੇ ਨੇ, ਬੜੇ ਮੰਦਿਰ ਦੀ ਦੇਖ ਰੇਖ ਕਰਦੇ ਨੇ, ਆਪਣੇ ਗੌਰਵ ਜੀ, ਅਸਲੀ ਨਾਮ ਦਾ ਨਵਦੀਪ ਸਿੰਘ ਹੈ ਵੈਸੇ, ਉਹ ਜਿਹੜੇ ਗੌਰਵ ਜੀ ਨੇ ਆਪਣਾ ਮੰਦਿਰ ਚਲਾ ਰਹੇ ਨੇ ਬੜੇ ਚੰਗੇ ਢੰਗ ਨਾਲ। ਉਹ ਗੌਰਵ ਜੀ ਦੇ ਪਿਤਾ ਜੀ ਰੂਪ ਸਿੰਘ ਜੀ ਤੇ ਗੁਰੂ ਜੀ ਦੇ ਮਾਤਾ ਜੀ ਬੜੀ ਵਾਰੀ ਗੁਰੂ ਜੀ ਨੂੰ ਮਿਲਣ ਵਾਸਤੇ ਆਉਂਦੇ ਸੀ, ਇਹ ਕਹਿਣ ਵਾਸਤੇ ਕਿ ਚਲੋ ਪਿੰਡ ਵੀ ਚੱਲਿਆਓ ਕਦੇ, ਪਰ ਗੁਰੂ ਜੀ ਨਹੀਂ ਜਾਂਦੇ ਸੀ। ਉਹ ਚਾਹੁੰਦੇ ਸੀ ਵੀ ਮੈਂ ਬਾਹਰ ਬਲੈਸ ਕਰਾਂ। ਉਹਨਾਂ ਦਾ ਜਿਹੜਾ ਮੋਹ ਸੀ ਉਹ ਸਿਰਫ ਪ੍ਰਮਾਤਮਾ ਵੱਲ ਸੀ, ਲੋਕਾਂ ਨੂੰ ਬਲੈਸ ਕਰਨ ਵੱਲ ਸੀ। ਉਹ ਨਹੀਂ ਗਏ ਕਦੇ ਵੀ। ਗੁਰੂ ਜੀ ਬੜੇ ਬਰਦਰ ਸੀ ਬਹਾਦਰ ਸਿੰਘ, ਉਹ ਮਤਲਬ ਬੜੀ ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ, ਕਰਦੇ ਸੀ ਵੀ ਗੁਰੂ ਜੀ ਨੂੰ ਪਿੰਡ ਲੈ ਕੇ ਜਾਈਏ, ਘਰ ਦੇ ਹੱਥ ਵਡਾਉਣ ਕੰਮ ਦੇ ਵਿੱਚ, ਪਰ ਗੁਰੂ ਜੀ ਤੇ ਲੱਗਣੀ ਹੋਰ ਸੀ। ਗੁਰੂ ਜੀ ਤਾਂ ਭਗਵਾਨ ਸੀ, ਉਹ ਘਰ ਨਹੀਂ ਜਾਂਦੇ ਸੀ, ਬਹੁਤ ਘੱਟ ਕੋਸ਼ਿਸ਼ ਕਰਦੇ ਸੀ। ਮੇਰੇ ਕੋਲੇ ਉਹਨਾਂ ਨੂੰ ਗੁਰੂ ਜੀ ਨੂੰ ਲੈਣ ਵਾਸਤੇ ਗੁਰੂ ਜੀ ਦਾ ਪਰਿਵਾਰ ਹਫ਼ਤਾ ਰਹਿ ਜਾਂਦਾ ਸੀ ਮੋਹਾਲੀ ਆ ਕੇ ਮੇਰੇ ਘਰ, ਇਹਨਾਂ ਨੂੰ ਲਿਜਾਣ ਵਾਸਤੇ, ਪਰ ਗੁਰੂ ਜੀ ਬਹੁਤ ਨਾ, ਉਹ ਜਾਂਦੇ ਨਹੀਂ ਸੀ। ਗੁਰੂ ਜੀ ਬਹੁਤ ਘੱਟ ਕੋਸ਼ਿਸ਼ ਕਰਦੇ ਸੀ, ਕਿਉਂਕਿ ਉਹਨਾਂ ਦੀ ਤਾਂ ਭਗਤੀ ਦੀ ਏਮ ਸੀ, ਭਗਤੀ। ਖੈਰ ਜੀ, ਜਦੋਂ ਮੈਂ ਡਿਊਟੀ ਆਇਆ, ਮਿਸੀ ਨੂੰ ਪੁੱਛਿਆ ਗੁਰੂ ਜੀ ਕਿੱਥੇ ਨੇ, ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ, ਦੁਪਹਿਰੇ ਚਲੇ ਗਏ। ਮੈਂ ਮੋਟਰਸਾਈਕਲ ਚੱਕ ਕੇ ਜਿੱਥੇ ਜਿੱਥੇ ਅਸੀਂ ਜਾਂਦੇ ਸੀ ਲੱਭਿਆ, ਪਰ ਗੁਰੂ ਜੀ ਮੈਨੂੰ ਨਹੀਂ ਲੱਭੇ। ਥੱਕ ਹਾਰ ਕੇ ਮੈਂ 4-5 ਦਿਨ ਦੇ ਬਾਅਦ ਫਿਰ ਡਿਊਟੀ ਜਾਣਾ ਸ਼ੁਰੂ ਕਰਤਾ। ਬੜਾ ਦਿਲ ਦੇ ਵਿੱਚ ਮੇਰਾ ਦੋਸਤ ਕਿੱਥੇ ਚਲਾ ਗਿਆ, ਕਿੱਥੇ ਰਹਿੰਦਾ ਹੋਊਗਾ, ਕੀ ਕਰਦਾ ਹੋਊਗਾ, ਲੋਕਾਂ ਨੂੰ ਕੀ ਪਤਾ ਵੀ ਕੌਣ ਹੈ, ਕਿੱਦਾਂ ਉਹਨਾਂ ਨੂੰ ਰੱਖਦੇ ਹੋਣਗੇ। ਖੈਰ ਜੀ, ਮੈਂ ਲੱਭਦਾ ਸ਼ੁਰੂ ਕੀਤਾ। 8 ਸਾਲ ਬਾਅਦ ਮੇਰੇ ਤਰਾਫੀ ਦੇ ਵਿੱਚ ਮੈਨੂੰ ਮੇਰੇ ਕਮਾਂਡੈਂਟ ਸਾਹਿਬ ਸੀ, ਮੈਨੂੰ ਕਹਿੰਦੇ ਸ਼ਿਵ, ਮੇਰੇ ਇੱਕ ਗੁਰੂ ਜੀ ਨੇ, ਮੈਂ ਸਿਪਾਹੀ ਹੁੰਦਾ ਸੀ, ਮੈਂ ਅੱਜ ਕਰਨਲ ਹੈ, ਉਹਨਾਂ ਨੇ ਮੈਨੂੰ ਬਲੈਸ ਕਰਿਆ ਸੀ ਬੜੀ ਪਹਿਲਾਂ, ਮੈਂ ਕਰਨਲ ਅਹਿਮਦ ਬਤਾਓ, ਚਲੋ ਅੱਜ ਤੁਹਾਨੂੰ ਮੈਂ ਲੈ ਕੇ ਚੱਲਦਾ ਚੰਡੀਗੜ੍ਹ, ਮੇਰੇ ਇੱਕ ਗੁਰੂ ਜੀ ਆਏ ਹੋਏ ਨੇ, ਤੁਹਾਨੂੰ ਵੀ ਬਲੈਸ ਕਰਾ ਕੇ ਲਿਆਉਂਦੇ ਹਾਂ। ਮੈਂ ਕਿਹਾ ਚਲੋ ਜੀ, ਮੈਨੂੰ ਵੀ ਬਲੈਸ ਕਰਾ ਦਿਓ। ਹੁਣ ਕਮਾਂਡੈਂਟ ਕਹੇ ਤਾਂ ਅਸੀਂ ਕੌਣ ਹੁੰਦੇ ਰੋਕਣ ਵਾਲੇ, ਮੈਂ ਤਾਂ ਇੱਕ ਨਿੱਕਾ ਅਫਸਰ, ਛੋਟਾ ਅਫਸਰ। ਅਸੀਂ ਜੀਪ 'ਚ ਬੈਠੇ ਚੰਡੀਗੜ੍ਹ 36 ਸੈਕਟਰ ਆ ਗਏ। 36 ਸੈਕਟਰ ਆ ਕੇ ਮੈਨੂੰ ਰਸਤੇ 'ਚ ਮੇਰੇ ਕਮਾਂਡੈਂਟ ਸਾਹਿਬ ਕਹਿੰਦੇ ਗੁਰੂ ਜੀ ਦੀ ਬੜੀ ਮਹਿਮਾ ਹੈ, ਇਹ ਕਲਿਆਣ ਕਰ ਦਿੰਦੇ ਨੇ, ਬਲੈਸ ਕਰ ਦਿੰਦੇ ਨੇ, ਤੁਹਾਡੇ ਵੀ ਕਸ਼ਟ ਕੱਟ ਦੇਣਗੇ, ਤੁਹਾਡੀਆਂ ਵੀ ਪ੍ਰਮੋਸ਼ਨਾਂ ਫਟਾਫਟ ਹੋ ਜਾਣਗੀਆਂ। ਚਲੋ ਜੀ, ਮੈਂ ਵੀ ਬੜਾ ਖੁਸ਼ ਸੀ ਵੀ ਚਲੋ ਗੁਰੂ ਜੀ ਨੂੰ ਮੱਥਾ ਟੇਕ ਕੇ ਆਉਂਦੇ। ਕਿਹੜੇ ਗੁਰੂ ਜੀ, ਸਾਡੇ ਕਮਾਂਡੈਂਟ ਦੇ। ਅਸੀਂ ਜੀਪ ਬਾਹਰ ਰੋਕੀ, ਕਮਾਂਡੈਂਟ ਸਾਹਿਬ ਨੇ, ਅਸੀਂ ਉੱਤਰੇ, ਹੱਥ ਧੋਤੇ, ਹੱਥ ਧੋਣ ਤੋਂ ਬਾਅਦ ਹੱਥ ਪੂੰਝੇ ਤਾਂ ਜੁੱਤੇ ਪਹਿਲੀ ਉਤਾਰਤੇ ਸੀ। ਮੈਨੂੰ ਕਮਾਂਡੈਂਟ ਸਾਹਿਬ ਕਹਿੰਦੇ ਤੁਸੀਂ ਮੇਰੇ ਪਿੱਛੇ ਪਿੱਛੇ ਆ ਜਾਓ, ਮੈਂ ਮੱਥਾ ਟੇਕੂੰਗਾ, ਫਿਰ ਤੁਸੀਂ ਵੀ ਮੱਥਾ ਟੇਕ ਲਿਓ। ਫਿਰ ਮੈਂ ਉਹਨਾਂ ਨੂੰ ਦੱਸ ਦੂੰਗਾ ਜੀ ਸਾਡੇ ਸ਼ਿਵ ਕੁਮਾਰ ਸਾਹਿਬ ਨੇ, ਤੁਸੀਂ ਇਹਨਾਂ ਦਾ ਕਲਿਆਣ ਕਰ ਦਿਓ, ਇਹਨਾਂ ਨੂੰ ਬਲੈਸ ਕਰ ਦਿਓ। ਖੈਰ ਆਪਨੇ ਮੱਥਾ ਟੇਕਿਆ, ਜਦ ਝੁੱਕ ਕੇ ਮੱਥਾ ਟੇਕਿਆ ਕਮਰੇ ਦੇ ਅੰਦਰ ਵੜ ਕੇ, ਮੈਂ ਦੇਖਿਆ ਕਿ ਮੇਰੇ ਦੋਸਤ ਨੇ, ਤੇ ਗੁਰੂ ਜੀ ਕਦੋਂ ਤੇ ਬਣ ਗਏ, ਇਹ ਤਾਂ ਮੇਰਾ ਦੋਸਤ ਨਿਮਰਤ ਸਿੰਘ ਹੈ। ਖੈਰ ਜੀ, ਮੈਨੂੰ ਗੁਰੂ ਜੀ ਨੇ ਜਦ ਦੇਖਿਆ, ਗੁਰੂ ਜੀ ਖੜੇ ਹੋ ਗਏ, ਮੈਨੂੰ ਜੱਫੀ ਪਾ ਲਈ। ਸ਼ਿਵ, ਤੈਨੂੰ ਕਿੱਦਾਂ ਪਤਾ ਲੱਗਿਆ? ਮੈਂ ਕਿਹਾ ਜੀ, ਮੈਨੂੰ ਤਾਂ ਕਮਾਂਡੈਂਟ ਸਾਹਿਬ ਹੀ ਲੈ ਕੇ ਆਏ ਨੇ, ਮੈਨੂੰ ਤਾਂ ਪਤਾ ਹੀ ਨਹੀਂ ਜੀ ਕਿੱਥੇ ਚਲੇ ਗਏ ਸੀ। ਤੁਹਾਨੂੰ ਵੀ ਮੇਰੀ ਯਾਦ ਆਈ ਜਦੋਂ 5 ਮਾਰਚ 75 ਯਾਦ ਕਰੋ, ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਸੀ ਜਦੋਂ ਮੈਂ ਜਾ ਰਿਹਾ ਸੀ। ਤੁਸੀਂ ਨਹੀਂ ਸੋਚਿਆ ਸ਼ਿਵ ਤੁਹਾਨੂੰ ਕਿੰਨਾ ਯਾਦ ਕਰੂਗਾ, ਕਿੰਨਾ ਮਿਸ ਕਰੂਗਾ ਜਦ ਮੈਨੂੰ ਛੱਡ ਕੇ ਆ ਗਏ। ਸ਼ਿਵ, ਮੈਂ ਤੈਨੂੰ ਕਈ ਵਾਰੀ ਆਇਆ, ਤੂੰ ਘਰ ਬਦਲ ਲਿਆ ਸੀ, ਗੁਰੂ ਜੀ ਨੂੰ ਖੈਰ ਮੈਨੂੰ ਟਾਲਤਾ, ਗੁਰੂ ਦਾ ਜਾਣੀ ਜਾਣ ਸੀ ਮੈਂ ਕਿਤੇ। ਮੈਂ 1986, 85, 86, 84 3 ਸਾਲ ਲਗਾਤਾਰ ਗੁਰੂ ਜੀ ਕੋਲ ਜਾਂਦੇ ਰਹੇ।
ਹੱਸਣਾ ਖੇਡਣਾ 36 ਸੈਕਟਰ ਗੁਰੂ ਜੀ ਨੇ ਸਟੇ ਕੀਤਾ ਉਸ ਟਾਈਮ। ਉਸ ਤੋਂ ਬਾਅਦ ਗੁਰੂ ਜੀ 86 ਦੇ ਵਿੱਚ ਜਲੰਧਰ ਚਲੇ ਗਏ ਸੀ। ਜਲੰਧਰ ਜਾ ਕੇ ਗੁਰੂ ਜੀ ਨੇ ਬੜੇ ਲੋਕਾਂ ਦਾ ਉਸ ਟਾਈਮ ਪੂਰਾ ਪੰਜਾਬ ਦੇ ਮਾਹੌਲ ਖਰਾਬ ਸੀ, ਹਾਲਾਤ ਇੰਨੇ ਸੀ ਵੀ ਬੜੇ ਮਰਡਰ ਹੋ ਜਾਂਦੇ ਸੀ, ਅੱਤਵਾਦ ਸੀ ਜਮਾਨਾ। ਤੇ ਗੁਰੂ ਜੀ ਨੇ ਬੜੀ ਦੁਨੀਆ ਨੂੰ ਦਿੱਲੀ ਉੱਤੇ ਜਲੰਧਰ ਬਲੈਸ ਕੀਤਾ, ਬੜੇ ਲੋਕਾਂ ਦਾ ਕਲਿਆਣ ਕੀਤਾ। ਉਸ ਤੋਂ ਬਾਅਦ 96 ਦੇ ਸਟਾਰਟਿੰਗ ਦੇ ਵਿੱਚ ਗੁਰੂ ਜੀ ਪੰਚਕੂਲਾ ਸੈਕਟਰ 2 ਆ ਗਏ। ਉੱਥੇ ਸੈਕਟਰ 2 ਪੰਚਕੂਲਾ ਆਏ। ਮੈਨੂੰ ਤਾਂ ਪਤਾ ਹੀ ਹੁੰਦਾ ਸੀ ਗੁਰੂ ਜੀ ਆਏ ਨੇ, ਮੈਂ ਉੱਥੇ ਜਾ ਕੇ ਮਿਲਦਾ ਹੁੰਦਾ ਸੀ। ਹੁਣ ਤੁਹਾਨੂੰ ਮੈਂ ਦੱਸਦਾ ਵੀ ਗੁਰੂ ਜੀ ਬਲੈਸ ਕਿੱਦਾਂ ਕਰਦੇ। ਮੇਰੇ ਇੱਕ ਡਾਕਟਰ ਸੀ ਰਿਸ਼ਤੇਦਾਰੀ ਵਿੱਚੋਂ, ਸਰਕਾਰੀ ਹਸਪੀਟਲ ਦੇ ਡਾਕਟਰ ਸੀ, MBBS ਕਰੀ ਹੋਈ ਸੀ ਉਹਨਾਂ ਨੂੰ, MBBS। ਉਹਨਾਂ ਨੂੰ ਸ਼ੂਗਰ ਪ੍ਰੋਬਲਮ ਸੀ, ਤਾਂ ਗੁਰੂ ਜੀ ਕੋਲੇ ਮੈਂ ਉਹਨਾਂ ਨੂੰ ਲੈ ਗਿਆ। ਕਹੇ ਕਿਉਂਕਿ ਬਚਪਨ ਤੋਂ ਸ਼ੂਗਰ ਸੀ। ਗੁਰੂ ਜੀ ਕਹਿੰਦੇ ਜਾਓ ਪਹਿਲਾਂ ਮੱਧ ਤੇ ਜਾ ਕੇ ਲੰਗਰ ਕਰੋ, ਫਿਰ ਆਇਓ ਮੇਰੇ ਕੋਲ। ਅਸੀਂ ਲੰਗਰ ਕਰਨ ਚਲੇ ਗਏ ਉੱਪਰ। ਲੰਗਰ ਪ੍ਰਸ਼ਾਦ ਦੇ ਵਿੱਚ ਜਲੇਬੀਆਂ ਸੀ। ਤੇ ਡਾਕਟਰ ਸਾਹਿਬ ਜਲੇਬੀ ਦੇਖ ਕੇ ਘਬਰਾ ਕੇ ਕਹਿੰਦੇ ਮੈਂ ਤਾਂ ਕਦੇ ਚੀਨੀ ਦਾ ਇੱਕ ਦਾਣਾ ਨਹੀਂ ਖਾਧਾ, ਤੇ ਜਲੇਬੀਆਂ ਨੇ। ਮੈਂ ਗੁਰੂ ਜੀ ਖਾ ਲਓ। ਡਾਕਟਰ ਸਾਹਿਬ ਖਾ ਲਓ, ਇਹ ਗੁਰੂ ਜੀ ਦੀ ਪ੍ਰਸ਼ਾਦ ਹੈ। ਮੈਂ ਕਹਿ ਕੇ ਡਾਕਟਰ ਸਾਹਿਬ ਨੂੰ ਜਲੇਬੀਆਂ ਖਿਲਾਤੀਆਂ। ਮੈਨੂੰ ਡਰ ਅੰਦਰੋਂ ਇਹ ਵੀ ਸੀ ਗੁਰੂ ਜੀ ਕਿਤੇ ਜਲੇਬੀਆਂ ਤਾਂ ਖਿਲਾ ਰਹੇ ਨੇ, ਕਿਤੇ ਡਾਕਟਰ ਸਾਹਿਬ ਨੂੰ ਇੱਥੋਂ ਚਾਕੀ ਨਾਲ ਜਾਣਾ ਪਵੇ, ਕਿਤੇ ਕੋਈ ਚੋਰ ਨਾ ਕਿਤੇ ਮਿੱਠਾ ਨਹੀਂ ਖਾਧਾ। ਪਰ ਜਲੇਬੀਆਂ 6 ਦੇਤੀਆਂ ਡਾਕਟਰ ਸਾਹਿਬ ਨੂੰ। ਮੈਨੂੰ ਤਾਂ ਇੱਕ ਹੀ ਜਲੇਬੀ ਮਿਲੀ। ਗੁਰੂ ਜੀ ਨੇ ਉਹਨਾਂ ਨੇ ਸਾਰੀ 6 ਰੱਖਤੀਆਂ। 6 ਜਲੇਬੀਆਂ ਖਾਣ ਤੋਂ ਬਾਅਦ ਲੰਗਰ ਪ੍ਰਸ਼ਾਦ ਕੀਤਾ। ਜਦੋਂ ਅਸੀਂ ਸੀढ़ी ਉਤਰ ਰਹੇ ਸੀ ਤਾਂ ਡਾਕਟਰ ਸਾਹਿਬ ਮੈਨੂੰ ਕਹਿੰਦੇ ਸ਼ਿਵ ਮੇਰੇ ਤਾਂ ਗਲੇ ਦੀ ਖਰਾਸ਼ ਹੀ ਠੀਕ ਹੋ ਗਈ ਜਿਹੜੀ ਬਚਪਨ ਤੋਂ ਹੁੰਦੀ ਸੀ। ਇਹ ਚੰਗੀਆਂ ਜਲੇਬੀਆਂ ਨੇ ਬਹੁਤ। ਮੈਂ ਕਿਹਾ ਇਹ ਤਾਂ ਗੁਰੂ ਜੀ ਦੀ ਬਲੈਸਿੰਗ ਹੈ, ਜਲੇਬੀਆਂ ਨਹੀਂ ਹੈ, ਇਹ ਤਾਂ ਗੁਰੂ ਜੀ ਦੀ ਬਲੈਸਿੰਗ ਨਾਲ ਤੁਹਾਡਾ ਗਲਾ ਠੀਕ ਹੋਇਆ। ਨੀਚੇ ਗਏ, ਅਸੀਂ ਤਾਂ ਗੁਰੂ ਜੀ ਨੂੰ ਕੁਛ ਵੀ ਨਹੀਂ ਦੱਸਿਆ ਸੀ। ਕਹਿੰਦੇ ਡਾਕਟਰ ਤੇਰਾ ਕਲਿਆਣ ਕਰਤਾ, ਤੇਰੀ ਸ਼ੂਗਰ ਖਤਮ ਕਰਤੀ, ਬਲੱਡ ਪ੍ਰੈਸ਼ਰ ਖਤਮ ਕਰਤਾ, ਜਾ ਤੂੰ ਨਵੀਂ ਜ਼ਿੰਦਗੀ ਜੀ ਆਪਦੀ, ਜਾ ਕੇ ਚੈੱਕ ਕਰਾ ਕੇ ਆਈ। ਪਰਸੋਂ 6 ਜਲੇਬੀਆਂ ਖਾਧੀਆਂ ਨੇ। ਲਓ ਜੀ, ਗੁਰੂ ਜੀ ਨੇ ਡਾਕਟਰ ਸਾਹਿਬ ਨੇ ਤੀਜੇ ਦਿਨ ਚੈੱਕ ਕਰਾ ਕੇ ਜਦੋਂ ਆਏ ਤਾਂ ਉਹਨਾਂ ਦੀ ਸ਼ੂਗਰ ਨੋਰਮਲ ਸੀ, 80/120। ਉਸ ਤੋਂ ਬਾਅਦ ਗੁਰੂ ਜੀ ਨੇ ਮੁੜ ਕੇ ਜੋ ਡਾਕਟਰ ਸਾਹਿਬ ਨੇ ਜ਼ਿੰਦਗੀ ਦੇ ਵਿੱਚ ਸ਼ੂਗਰ ਦੀ ਦਵਾਈ, ਬਲੱਡ ਪ੍ਰੈਸ਼ਰ ਦੀ ਦਵਾਈ ਨਹੀਂ ਖਾਧੀ, ਸਿਰਫ ਜਲ ਪ੍ਰਸ਼ਾਦ ਲੈਂਦੇ ਸੀ, ਜਾਂ ਉਹ ਐਕਸਰਸਾਈਜ਼ ਕਰਦੇ ਸੀ ਥੋੜ੍ਹੀ ਬਹੁਤ, ਜਾਂ ਸਤਸੰਗ ਅਟੈਂਡ ਕਰਦੇ ਸੀ। ਹੁਣ ਵੀ ਉਹ ਗੁਰੂ ਜੀ 75-76 ਸਾਲ ਦੀ ਉਮਰ ਹੈ, ਉਹ ਕੋਈ ਦਵਾਈ ਨਹੀਂ ਖਾਂਦੇ। ਮੈਂ ਤੁਹਾਨੂੰ ਇਹੀ ਕਹੂੰਗਾ ਕਿ ਗੁਰੂ ਜੀ ਦੇ ਜਲ ਪ੍ਰਸ਼ਾਦ ਦੇ ਵਿੱਚ ਉਹ ਸ਼ਕਤੀ ਹੈ ਜਿਹਦਾ ਕੋਈ ਅੰਤ ਹੀ ਨਹੀਂ ਹੈ। ਜੇ ਅਸੀਂ ਕੋਈ ਦਵਾਈ ਲੈ ਰਹੇ ਹਾਂ, ਉਹਦਾ ਨਹੀਂ ਅਸਰ ਹੋ ਰਿਹਾ, ਮੰਨ ਲਓ ਨਹੀਂ ਅਸਰ ਹੋ ਰਿਹਾ, ਤੁਸੀਂ ਜਲ ਪ੍ਰਸ਼ਾਦ ਨਾਲ ਦਵਾਈ ਲੈ ਕੇ ਦੇਖੋ, ਜੇ ਨਾ ਉਸੇ ਦਿਨ ਅਸਰ ਸ਼ੁਰੂ ਕਰੇ ਤਾਂ ਮੈਨੂੰ ਕਹਿ ਦਿਓ, ਨਾਲ ਹੀ ਅਸਰ ਸ਼ੁਰੂ ਹੋ ਜੂ ਦਵਾਈ ਦਾ। ਦੂਸਰੀ ਗੱਲ, ਤੁਸੀਂ ਲੋਕ ਬੇਟੇ ਰਜੇਸ਼ ਬੇਟੇ ਮੇਰੇ ਡਾਕਟਰ ਨੇ, ਮੈਨੂੰ ਪਤਾ ਹੈ ਇਹ ਡਾਕਟਰ ਹੈ। ਤੇ ਜਿਹੜੀ ਲੇਡੀਜ਼ ਦੇ ਟਿਊਬਸ ਵਗੈਰਾ ਦੀ ਪ੍ਰੋਬਲਮ ਹੋਵੇ, ਉਹ ਬੱਚਾ ਨਹੀਂ ਹੋ ਸਕਦਾ। ਤੁਸੀਂ ਵੀ ਜਾਣਦੇ ਹੋ, ਮੈਂ ਤਾਂ ਖੈਰ ਇਹਦੇ ਬਾਰੇ ਅਣਜਾਣ ਹੈ। ਮੈਨੂੰ ਤਾਂ ਬੰਬਾਂ ਬਾਰੇ ਪੁੱਛ ਲਓ, ਸਾਰੀ ਜ਼ਿੰਦਗੀ ਬੰਬਾਂ 'ਚ ਗੁਜ਼ਾਰੀ ਹੈ। ਰਾਈਫਲ ਬਾਰੇ ਪੁੱਛ ਲਓ, ਬੰਬ ਗੋਲੀਆਂ ਬਾਰੇ ਪੁੱਛ ਲਓ, ਇਹ ਲੇਡੀਜ਼ ਬਾਰੇ ਗੈਨੀ ਬਾਰੇ ਮੈਨੂੰ ਤਾਂ ਇਹ ਵੀ ਚੀਜ਼ ਨਹੀਂ ਆਉਂਦੀ ਹੈ। ਉਹ ਡਾਕਟਰਾਂ ਨੇ ਦੱਸਿਆ ਸੀ, ਕਿਉਂਕਿ ਇੱਕ ਸੀਨੀਅਰ ਪ੍ਰੋਫੈਸਰ ਡਾਕਟਰ ਸੀ। ਮੇਰੀ ਕਜ਼ਨ ਸਿਸਟਰ ਦੀ ਸ਼ਾਦੀ ਹੋਈ ਸੀ, ਤਾਂ ਉਹਨਾਂ ਦੇ 92 ਸ਼ਾਦੀ ਹੋਈ, 96 ਤੱਕ ਕੋਈ ਬੱਚਾ ਨਹੀਂ ਸੀ। ਉਹ ਬੜੀ ਰੋਂਦੀ ਰਹਿੰਦੀ ਸੀ। ਉਹਨੇ ਕੋਈ ਡਾਕਟਰ ਨਹੀਂ ਛੱਡਿਆ, ਐਲੋਪੈਥਿਕ, ਹੋਮੋਪੈਥਿਕ, ਉਹ ਈਵਨ ਕਿ ਜਿਹੜੇ ਉਹ ਹੱਥ ਜੀ ਪਾ ਕੇ ਸੜਕਾਂ ਦੇ ਕਿਨਾਰੇ ਬੈਠੇ ਨੇ, ਉਦੋਂ ਵੀ ਦਵਾਈ ਲੈ ਆਉਂਦੇ ਸੀ, ਕੋਈ ਡਾਕਟਰ ਨਹੀਂ ਛੱਡਿਆ। ਅਖੀਰ ਦੇ ਵਿੱਚ ਇੱਕ PGI ਦੇ ਸੀਨੀਅਰ ਡਾਕਟਰ ਸੀ, ਪ੍ਰੋਫੈਸਰ ਸੀ, ਉਹਨਾਂ ਨੂੰ ਮੈਂ ਕਿਹਾ ਜੀ ਬੜੀ ਪਰੇਸ਼ਾਨ ਨੇ ਮੇਰੀ ਸਿਸਟਰ, ਮੇਰੇ ਨੋਨ ਸੀ ਉਹ ਡਾਕਟਰ, ਤੁਸੀਂ ਦੇਖੋ ਜੀ ਕੋਈ ਬਲ ਬਣਦੀ ਹੈ, ਇਹਨਾਂ ਦੇ ਟੈਸਟ ਵਗੈਰਾ ਦੇਖੋ, ਬਲੱਡ ਚੈੱਕ ਕਰੋ, ਜੋ ਵੀ ਹੋਣਾ ਤੁਸੀਂ ਚੈੱਕ ਕਰੋ। ਐਵੇਂ ਬਹੁਤ ਪੈਸਾ ਬਰਬਾਦ ਕਰਤਾ, 1.5 ਲੱਖ ਦੇ ਕਰੀਬ ਇਹਨਾਂ ਨੇ ਰੁਪਈਆ ਵੇਸਟ ਕਰਤਾ। ਉਹਨਾਂ ਨੇ ਚੈੱਕ ਕਰਿਆ, ਕਹਿੰਦੇ ਸ਼ਿਵ, ਦੂਸਰੇ ਨੇ ਮੈਨੂੰ ਇਕੱਲੇ ਨੂੰ ਇੱਕ ਪਾਸੇ ਬੁਲਾ ਕੇ ਦੱਸਿਆ ਵੀ ਤੁਹਾਡੀ ਜਿਹੜੀ ਸਿਸਟਰ ਇਹਨਾਂ ਦੇ ਟਿਊਬਸ ਹੀ ਨਹੀਂ ਹੈ, ਖਤਮ ਨੇ। ਤੁਹਾਡੇ ਜਿਹੜੇ ਇਹਨਾਂ ਦੇ ਹਸਬੈਂਡ ਨੇ, ਉਹਨਾਂ ਦੇ ਸਪਰਮ ਨਹੀਂ ਹੈ ਬੱਚੇ ਵਾਲੇ, ਬੱਚਾ ਕਿੱਦਾਂ ਹੋ ਸਕਦਾ, ਇੰਪੋਸੀਬਲ। ਇਹਨਾਂ ਨੂੰ ਸਮਝਾਓ, ਪੈਸੇ ਨਾ ਖਰਾਬ ਕਰਨ, ਬਾਕੀ ਜ਼ਿੰਦਗੀ ਇੱਦਾਂ ਹੀ ਗੁਜ਼ਾਰਨੀ ਪੈਣੀ ਇਹਨਾਂ ਨੂੰ। ਮੈਂ ਕਿੱਦਾਂ ਦੱਸਾਂ, ਇਹ ਗੱਲ ਮੈਂ ਦੱਸ ਨਹੀਂ ਸਕਦਾ ਕਿ ਵੀ ਇੱਦਾਂ ਹੋ ਗਿਆ ਤਾਂ ਮਰ ਜੂਗੀ। ਖੈਰ ਜੀ 2-4 ਦਿਨ ਮੇਰੀ ਸਿਸਟਰ ਪਿੱਛੇ ਪਈ ਰਹੀ, ਕਜ਼ਨ ਸਿਸਟਰ ਸੀ। ਮੈਂ ਹੁਣ ਦੱਸੋ ਕੀ ਕਿਹਾ, ਮੈਂ ਅਖੀਰ 'ਚ ਦੱਸ ਹੀ ਦਿੱਤਾ ਵੀ ਬੇਟੇ ਇਹ ਇੱਕ ਪ੍ਰੋਬਲਮ ਹੈ, ਤੁਹਾਡੇ ਬੱਚਾ ਨਹੀਂ ਹੋ ਸਕਦਾ। ਮੇਰੀ ਸਿਸਟਰ ਨੇ, ਮੈਨੂੰ ਯਾਦ ਹੈ ਉਹ ਦਿਨ, ਕਿ ਉਹ ਸਾਰਾ ਦਿਨ ਅੱਖਾਂ ਦੇ ਵਿੱਚ ਕਿੱਦਾਂ ਉਹਦੇ ਹੰਝੂ ਸੀ, ਰੋ ਰਹੀ ਸੀ। 3-4 ਦਿਨ ਬੀਤੇ ਜਾਂ ਹਫ਼ਤਾ ਬੀਤਿਆ, ਮੈਨੂੰ ਐਗਜ਼ੈਕਟ ਯਾਦ ਨਹੀਂ। ਉਹਨੇ ਨੀਂਦ ਦੀਆਂ ਗੋਲੀਆਂ 15-16 ਮੂੰਹ 'ਚ ਪਾਇਆ, ਪੱਕਾ ਮਾਰਿਆ ਵੀ ਮੈਂ ਜੀ ਕੇ ਕੀ ਕਰਨਾ, ਮੈਂ ਤਾਂ ਇਸ ਤੋਂ ਚੰਗਾ ਦੁਨੀਆ ਤੋਂ ਚੱਲੂ, ਕਿਉਂਕਿ ਪਲ ਤੜਫ ਕੇ ਮਰਨ ਨੂੰ ਤਾਂ ਮੈਂ ਜ਼ਿੰਦਗੀ ਛੱਡ ਹੀ ਦਿੰਦੀ ਹਾਂ। ਹਸਪੀਟਲ ਟਾਈਮ ਰਹਿੰਦੇ ਹਸਪੀਟਲ ਲੈ ਗਏ, ਉੱਥੇ ਉਹਨਾਂ ਨੇ ਜੋ ਵੀ ਟ੍ਰੀਟਮੈਂਟ ਦਿੱਤਾ, 24-25 ਘੰਟੇ ਉਹ ਠੀਕ ਹੋ ਕੇ ਘਰ ਆ ਗਈ। ਫਿਰ ਉਹ ਰੋਂਦੀ ਰਹਿੰਦੀ ਸੀ, ਕਦ ਤੱਕ ਕਿਸੇ ਦੀ ਕੋਈ ਰਾਖੀ ਰੱਖ ਸਕਦਾ। 15-20 ਦਿਨਾਂ ਬਾਅਦ ਪਤਾ ਨਹੀਂ ਉਹ ਕਿਤੋਂ ਜਾ ਕੇ ਨੀਂਦ ਦੀਆਂ ਗੋਲੀਆਂ ਲਿਆਈ, ਫਿਰ ਉਹਨੇ ਲੈ ਲਈਆਂ। ਫਿਰ ਉਹ ਹਸਪੀਟਲ ਜਾ ਕੇ ਜਿੱਦਾਂ ਕੋਈ ਵਧੀ ਹੁੰਦੀ ਹੈ ਬਚ ਗਈ। ਮੈਂ ਉਹਨਾਂ ਨੂੰ, ਮੈਂ ਡਾਕਟਰ ਸਾਹਿਬ ਗੁਰੂ ਜੀ ਕੋਲੇ ਲੈ ਗਿਆ। ਮੈਂ ਗੁਰੂ ਜੀ, ਮੈਂ ਜਦੋਂ ਲੈ ਕੇ ਗਿਆ ਤਾਂ ਗੁਰੂ ਜੀ ਮੈਨੂੰ ਦੇਖ ਕੇ ਹੱਸ ਪੈਂਦੇ ਸੀ,
लै भी अज कोई शिव किसी को फिर नवा केस लिया भी ब्लैस करो। मैंने देख के बड़े हस पैंदे सी वो, क्योंकि गुरु जी मेरे तो पैनों नूं हथ कदे नहीं सी लवांदे। मैं बड़ी कोशिश करनी, गुरु जी मैनू भी ब्लैस कर दो। गुरु जी कहते शिव तेरी जगह मेरे दिल च है, सब के सामने तू मैंने जफ्फी पा के मिलिया कर, तू कदे भी पैरों ना लाई हथ, क्योंकि तेरा मेरा प्यार रहना चाहिए, अखीर तक दोस्ती रहूगी। तू मेरा गुरु चेला नहीं, आप कदे बनांगे। मैनू उन्होंने मेरे दिल च भी हुंदा सी यार मैं भी आशीर्वाद लै ला, मैं भी तेरा एक बारी हथ ला ला पैरों नूं, मैनू भी आशीर्वाद मिलू। पर गुरु जी ने पहली जानी जानते भी शिव पैरों हथ लाओ चोरियों, पर वो मैनू नहीं लगन देंदे सी, पहली मैनू हथ रोक लेंदे सी, खड़े होकर जफ्फी पा लेंदे। खैर मेरी सिस्टर नूं देख के कहंदे शिव डॉक्टर ने जवाब देता ना, इहदियां प्रॉब्लम इहो जिहियां ने, मैं की कर सकदा। मैं कहा गुरु जी तुसीं कर की नहीं सकदे, दसो मैनू तुसीं किहनूं किहनूं आशीर्वाद दिंदे हो, सब दा कल्याण करदे हो, तुसीं इन्हां नूं आशीर्वाद दिओ। तो मर गई 2 बारी बची है, तुसीं प्लीज। कहंदे शिव तू आया किसी आस से आया, मैनूं याद आ, तू जा कल्याण करता। तुसीं एक वास्ते आए हो, 2 दित्ते, 2 दित्ते, एक बच्चा नहीं 2 दित्ते बेटे तुसीं। मैं वो बच्चा मेरे नाल अक्सर सत्संगां ते कई बार चला जांदा। एक बच्चा 96 ब्लैस किया 97 दे विच, अज 23 साल का हो गया। दूसरा बच्चे की 99 च बर्थ होया, अज 20 साल का हो। दोहे बच्चे गुरु जी की ब्लैसिंग के नाल सेहतमंद ने। दोहां नूं गुरु जी ने एक नूं रिलायंस दे विच एडजस्ट करता, एक नूं फोटोग्राफर बनाता, बड़ी अच्छा वधिया फोटोग्राफर बन गया। वो छोटी उम्रां दे विच सैट करते गुरु जी ने, क्योंकि गुरु जी का आशीर्वाद सी उन्हां दे उत्ते। जिस दिन कदे फिर मिलांगे मैं उन्होंने दोहां नूं बुला के तुहानूं दिखाऊंगा ये दोनों बच्चे। उस तो बाद वो अक्सर मेरे नाल सत्संग से कई बार चले जाते हैं। वो बच्चे बीतिया 97 दे विच जे मतलब बर्थडे मना के 97 का, उस तो बाद वो मैंने कहते होंगे कि शिव हुण आपां दिल्ली चलना, अगे दिल्ली चलना। पहले जलंधर चंडीगढ़ से, फिर जलंधर आ गए, जलंधर फिर पंचकूले आए, फिर चंडीगढ़ आए, फिर दिल्ली चलना, दिल्ली चलना। 97 के एंड दे विच दिसंबर नवंबर दे विच गुरु जी दिल्ली चले, दिल्ली चले गए। दिल्ली जाके उन्होंने अपना अपने उत्थे जाके संगत को ब्लैस करना शुरू किया, बहुत संगत को ब्लैस किया। 98 की गल है, जो मेरी 42-43 उम्र थी। हुण मैं तेनों अपने ही दसदा, सब नाल पहलां मेरे सिर के बाल सारे चिट्टे हो गए। मैं तुहाडे सामने बैठा, एक भी बाल काला नहीं सी, सारा सिर मेरा चिट्टा हो गया सी जिद्दां अंग्रेज हुंदे ने। तो मैंने मेरे ऑफिस से सारा स्टाफ हादसा हुंदा, सर तुसीं बुढ़े हो गए, रिटायरमेंट लैके तुसीं घर चले जाओ। मैनूं बड़ा दुख होना, यार तुसीं मेरे तो सारे बड़े हो, थोड़ी 50-50 साल दे, मैं 43-44 साल का, 42-44 साल का होऊंगा, तुसीं मैनूं बुढ़ा दसदे हो। नहीं सर तुसीं हुण बुढ़े हो गए, बाल चिट्टे हो गए, तुसीं घर जाओ, रिटायरमेंट लैके चले जाओ। मैं बड़ा परेशान हो जाता। मैं जी दुखी होकर किसी दिन मतलब वैसे चंडीगढ़ दिल्ली आया हुआ सी, एम्पायर स्टेट के पहुंचा, जाके मैं गुरु जी को कहा, मैं गुरु जी जाके खड़े ही सी आले, मैं देख के हस के मैं निर्मल सिंह इदा करो एक कुर्सी जी जै जी थोड़ी एक होर बना लो। कहने की गल शिव? मैं कहा मेरे बाल हो गए चिट्टे, लोग मैंने बड़े मजाक करते हैं, बुढ़े हो गए बुढ़े हो गए। मैं भी हूँ उस तरह जहा करा लेना, थोड़े नाल एक छोटा गुरु जी बन के बह जाऊंगा, जब तुम कितने बाहर जाया करोगे फिर मैं ब्लैस कर दिया करूँ लोगों को, आप भी थोड़े दोस्त ही हैं। गुरु जी हथ पे कमला कहते, गुरु जी पंजाबी कहने होंगे कि कमला, या हथ पे कहने कमला, जा तेरा ब्लैस करता, तेरे सिर के बाल काले करते, जा तू अपनी नौकरी करे कर, मैं थोड़े सामने बैठा जा देख लो मेरे बाल, मैं कोई टाई नहीं लाता। हाँ मैं मेरी मिस्ट्री बैठी है गुस्से हो जाती है, कहनी मैनू क्यों नहीं ब्लैस कराया, थोड़े दोस्त ही तुहानू ब्लैस करके मैनू क्यों नहीं कराया ब्लैस। मैं तू लड़ती थी उन्होंने, होर खिला गर्म रोटी उन्होंने, तेनू ब्लैस ताइयों नहीं करके गए गुरु जी ने। गुरु जी मेरी मिस्ट्री को कहते मैनू ना ब्लैस कर दो गुरु जी, मैनू भी अपना नामदान दे दो। उन्हें समझ लिया भी मैंने तो भोले नाथ जी का नाम लैन वास्ते कह के गए थे, मैं तो समझ नहीं रही शायद शिव मेरे नाम शिव थोड़ा नाम लैन बैठ गए, इस करके वो शिव कहती जी भी मैं नहीं थोड़ा नाम लैंदी, थोड़ा दोस्त कहना। चलो टाइम बीतिया, होर बड़िया गल्लां हुई। मेरी सिस्टर मैं तुहानूं दसदा, मेरी रियल सिस्टर की बेटी की असीं एंगेजमेंट करके आए जलंधर, आके गुरु जी को मत्था टेकन गए, गुरु जी ब्लैस कर दो एंगेजमेंट करे आए। वो कमले कितने करे एंगेजमेंट, मुंडा तो मैं संगरूर देखी बैठा ये वास्ते, कुड़ी वास्ते मुंडा संगरूर देखा है, वकील है मुंडा, तुसीं उत्थे करी जाने हो, संगरूर होऊगा इहदा रिश्ता। बेटे हफ्ते बाद उत्थों साडा टुटाई हो गई, जिहड़ा गुरु जी ने मुंडा दस्सिया साडा उत्थे रिश्ता पक्का हो गया। गुरु जी इदां कह दस दिंदे सी भी यह होऊगा तुहाडा, ताइयों तो असीं हैरान हो जांदे सी गुरु तुहानूं किद्दां पता लग जांदा। खैर उस तो बाद टाइम बहुत बीतता रहा, बहुत बीत रहा, गुरु जी ने बहुत ब्लैसिंग लोगों को दित्तियां। मेरे भूआ जी की उम्र 87 साल की थी, रियल भूआ जी जिन्होंने को 3 साल रहे थे, जब 87 साल की उम्र थी उन्होंने, तो उन्होंने हार्ट अटैक होकर डेथ हो गई।
ਹਾਰਟ ਅਟੈਕ ਹੋ ਕੇ ਡੈਥ ਹੋ ਗਈ। ਗੱਲ 2006 ਦੀ ਆ, ਅਕਤੂਬਰ ਨਵੰਬਰ 2006 ਦੀ ਹੈ। ਉਹਨਾਂ ਦੀ 87 ਸਾਲ ਦੀ ਉਮਰ ਦੇ ਵਿੱਚ ਹੋ ਕੇ ਡੈਥ ਹੋਈ ਜਦੋਂ, ਤਾਂ ਮੇਰੀ ਭੂਆ ਜੀ ਦੇ ਲੜਕੇ ਲੈਫਟੀਨੈਂਟ ਜਨਰਲ ਸੀ, ਉਹਨਾਂ ਨੇ ਉਹਨਾਂ ਨੂੰ ਹਸਪੀਟਲ, ਕਮਾਂਡ ਹਸਪੀਟਲ ਜਾ ਕੇ ਕਿਹਾ ਵੀ ਦੇਖੋ ਡਾਕਟਰ ਸਾਹਿਬ ਕਹਿੰਦੇ ਜਿਹਨਾਂ ਦੀ ਡੈਥ ਹੋ ਗਈ ਹੈ, ਪਰ ਆਪਾਂ ਇਹਨਾਂ ਨੂੰ ਟਰਾਈ ਕਰਦੇ ਹਾਂ। ਉਹਨਾਂ ਨੂੰ ਵੈਂਟੀਲੇਟਰ 'ਤੇ ਲਾਤਾ, ਵੈਂਟੀਲੇਟਰ 'ਤੇ ਲਾਇਆ ਤਾਂ 2 ਦਿਨ, ਇੱਕ ਦਿਨ ਵੈਂਟੀਲੇਟਰ 'ਤੇ ਲੰਘ ਗਿਆ, ਦੂਜੇ ਦਿਨ ਵੈਂਟੀਲੇਟਰ 'ਤੇ ਲੰਘ ਗਿਆ। ਮੈਨੂੰ ਗੁਰੂ ਦਾ ਦਿੱਲੀ ਤੋਂ ਫੋਨ ਆਇਆ, ਸ਼ਿਵ ਤੂੰ ਕਿੱਥੇ ਆ? ਮੈਂ ਕਿਹਾ ਜੀ ਮੈਂ ਚੰਡੀਗੜ੍ਹ ਆਇਆ, ਜਦੋਂ ਭੂਆ ਜੀ ਦੀ ਡੈਥ ਹੋ ਗਈ। ਕਹਿੰਦੇ ਮੈਂ ਦਿੱਲੀ ਚੰਡੀਗੜ੍ਹ ਆ ਰਿਹਾ ਸਤਸੰਗ ਕਰਨ ਵਾਸਤੇ, 7 ਸੈਕਟਰ ਚੰਡੀਗੜ੍ਹ, ਤੂੰ ਮੈਨੂੰ ਉੱਥੇ ਆ ਕੇ ਮਿਲੀ। ਮੈਂ ਖੈਰ ਜੀ ਗੁਰੂ ਜੀ ਸ਼ਾਮ ਨੂੰ ਸਤਸੰਗ ਸੀ, ਉੱਥੇ ਇੱਕ DIG ਸਾਹਿਬ ਦੇ ਘਰੇ ਸਤਸੰਗ ਸੀ, ਵਿਵੇਕ ਗੋਗੀ, ਮੈਨੂੰ ਨੌ ਵੀ ਜ਼ਿਆਦਾ DIG ਸਾਹਿਬ ਦਾ, ਜਿੱਥੇ ਸਤਸੰਗ 'ਤੇ ਆਏ ਸੀ। ਮੈਂ ਚਲਾ ਗਿਆ, ਮੈਂ ਗੁਰੂ ਜੀ ਨੂੰ ਜਾ ਕੇ ਨਮਸਕਾਰ ਕੀਤਾ, ਕਿਉਂਕਿ ਪੈਰਾਂ ਨੂੰ ਤਾਂ ਹੱਥ ਲਵਾਉਂਦੀ ਨਹੀਂ ਸੀ, ਮੇਰੇ ਤੋਂ ਗਲੇ ਮਿਲੇ ਸਭ ਦੇ ਸਾਹਮਣੇ। ਜਦੋਂ ਮੈਂ ਉਹਨਾਂ ਨੂੰ ਕਿਹਾ ਗੁਰੂ ਜੀ ਭੂਆ ਜੀ ਦੀ ਡੈਥ ਹੋ ਗਈ, ਮੈਂ ਹਸਪਤਾਲ ਆਇਆ। ਕਹਿੰਦੇ ਕਿੱਦਾਂ ਹੋ ਗਿਆ ਉਹਨਾਂ ਦੀ ਡੈਥ ਹੋ ਗਈ? ਉਹਨਾਂ ਦੀ ਤਾਂ ਹਾਲੇ 5 ਸਾਲ ਹੋਰ ਉਮਰ ਪਈ ਹੈ। ਮੈਂ ਕਿਹਾ ਗੁਰੂ ਜੀ 2 ਦਿਨ ਹੋ ਗਏ ਡੈਥ ਹੋਈ, ਤਾਂ ਵੈਂਟੀਲੇਟਰ 'ਤੇ ਲਾਏ ਹੋਏ ਨੇ, ਰਿਸ਼ਤੇਦਾਰਾਂ ਨੂੰ ਦੱਸ ਰਹੇ ਵੀ ਤੂੰ ਇੱਦਾਂ ਦਾ ਡੈਥ ਹੋ ਗਈ। ਉਹ ਕਹਿੰਦਾ ਕਮਲੇ ਜਾ ਦੁਆ ਕੇ ਭੂਆ ਜੀ ਨੂੰ ਦੱਸੋ ਕਿ 5 ਸਾਲ ਹੋਰ ਤੁਸੀਂ ਹਾਲੇ ਜ਼ਿੰਦਗੀ ਜਿਉਣੀ ਹੈ। ਖੈਰ ਜੀ ਮੈਂ ਦੱਸਿਆ ਵੀ ਮੇਰਾ ਦੋਸਤ ਮੈਨੂੰ ਵੀ ਮਿੱਠੀ ਗੋਲੀ ਦੇਈ ਜਾਂਦਾ, 2 ਦਿਨ ਹੋ ਗਏ ਡੈਥ ਹੋਈ ਨੂੰ, ਇਹ ਕਹਿੰਦੇ ਨੇ 5 ਸਾਲ ਹੋਰ ਜਿਉਣਾ ਹਾਲੇ। ਬੇਟੇ ਮੈਂ ਗੁਰੂ ਜੀ ਉਸ ਤੋਂ ਬਾਅਦ ਬਲੈਸ ਕਰਨ ਤੋਂ ਬਾਅਦ, ਸਾਨੂੰ ਬਲੈਸ ਕਰਨ ਤੋਂ ਬਾਅਦ ਦਿੱਲੀ ਵਾਪਸ ਚਲੇ ਗਏ। ਉਸੇ ਦਿਨ ਸ਼ਾਮ ਨੂੰ ਮੈਂ ਜੀ ਖੈਰ ਹਸਪੀਟਲ ਗਿਆ, ਮੇਰੇ ਬ੍ਰਦਰ ਨੂੰ ਜਾ ਕੇ ਕਹਿੰਦੇ ਕੀ ਕਹਿੰਦੇ ਗੁਰੂ ਜੀ ਬਈ? ਮੈਂ ਕਿਹਾ ਗੁਰੂ ਜੀ ਕਹਿ ਕੇ 5 ਸਾਲ ਹੋਰ ਲਾਈਫ ਹੈ। ਬ੍ਰਦਰ ਕਹਿੰਦੇ ਸ਼ਿਵ ਤੈਨੂੰ ਤਾਂ ਪਤਾ ਹੀ ਹੈ ਇਹ ਤਾਂ 2 ਦਿਨ ਤੋਂ ਡੈਥ ਹੋਈ ਹੋਈ ਹੈ। ਮੈਂ ਕਿਹਾ ਗੁਰੂ ਜੀ ਕਹਿ ਗਏ ਨੇ, ਮੈਂ ਵੀ ਸਮਝਦਾ ਵੀ ਉਹਨੇ 2 ਦਿਨ ਤੋਂ ਡੈਥ ਹੋਈ ਹੈ। ਅਸੀਂ ਜੀ ਇੰਨੇ ਨੂੰ ਇੱਕ ਬਟਮੈਨ ਸੀ, ਚਾਹ ਲੈ ਕੇ ਆ ਗਿਆ ਸੀ, ਚਾਹ ਪੀਣ ਲੱਗ ਗਏ ਤਾਂ ਇੰਨੇ ਅੰਦਰੋਂ ਇੱਕ ਸਿਸਟਰ ਆਈ, ਉਹ ਕਹਿੰਦੀ ਤੁਸੀਂ ਦੱਸਤਾ ਤੁਹਾਡੇ ਮਤਲਬ ਕਿ ਮੰਮੀ ਦੀ ਡੈਥ ਬਾਰੇ ਗੁਰਜਨ ਸਾਹਿਬ ਕਹਿੰਦੇ ਨਹੀਂ ਥੋੜਾ ਲੋਕਲ ਨੂੰ ਪਤਾ, ਹਾਲੇ ਬਾਹਰ ਨਹੀਂ ਅਸੀਂ ਕਿਸੇ ਕੋਲ ਗੱਲ ਕੀਤੀ ਹੈ। ਕਹਿੰਦੀ ਜੋ ਰੁਕੋ ਮੈਂ ਹੁਣ ਦੇਖ ਕੇ ਆਈ ਹਾਂ, ਉਹਨਾਂ ਦੀ ਪਲਸ ਚੱਲ ਰਹੀ ਹੈ, ਪਲਸ ਚੱਲ ਰਹੀ ਹੈ 2 ਦਿਨ ਬਾਅਦ ਹਸਪੀਟਲ ਦੇ ਵਿੱਚ। ਖੈਰ ਜੀ ਅਸੀਂ ਇੱਕ ਦੂਜੇ ਨੂੰ ਦੇਖਿਆ ਵੀ ਕਿੱਦਾਂ ਚੱਲ ਸਕਦੀ ਹੈ 2 ਦਿਨਾਂ ਬਾਅਦ। ਖੈਰ ਜੀ ਉਸ ਤੋਂ ਬਾਅਦ 1.5 ਘੰਟੇ ਬਾਅਦ ਇੱਕ ਕਰਨਲ ਸਾਹਿਬ ਤੇ ਸਰਦਾਰ ਜੀ ਦੇ ਆਏ, ਕਹਿੰਦੇ ਜਨਰਲ ਸਾਹਿਬ ਕੋਈ ਰੱਬੀ ਚਮਤਕਾਰ ਹੈ ਕਿ ਵੈਂਟੀਲੇਟਰ ਤੇ ਉਹ ਸਾਹ ਆਟੋਮੈਟਿਕ ਕੰਮ ਕਰਨਾ, ਹਾਰਟ ਬੀਟ ਕੰਮ ਕਰ ਰਹੀ ਉਹਨਾਂ ਦੀ, ਉਹਨਾਂ ਦਾ ਆਕਸੀਜਨ ਲੈਵਲ ਉੱਪਰ ਆ ਗਿਆ ਜਿਹੜਾ ਬਿਲਕੁਲ ਖਤਮ ਸੀ। ਅਸੀਂ ਦੋਏ ਹੈਰਾਨ ਹੋ ਗਏ ਵੀ ਇਹ ਤਾਂ ਗੁਰੂ ਦਾ ਆਸ਼ੀਰਵਾਦ ਹੀ ਹੋ ਸਕਦਾ, ਹੋਰ ਤਾਂ ਕੋਈ ਇਹੋ ਜਿਹਾ ਕੋਈ ਚਮਤਕਾਰ ਹੋ ਨਹੀਂ ਸਕਦਾ। ਖੈਰ ਜੀ ਦੂਜੇ ਦਿਨ ਉਹਨਾਂ ਨੂੰ ਵੈਂਟੀਲੇਟਰ ਉਤਾਰਤਾ, ICU ਤੋਂ ਬਾਹਰ ਸ਼ਿਫਟ ਕਰਤਾ। 10 ਦਿਨਾਂ ਬਾਅਦ ਮੇਰੇ ਭੂਆ ਜੀ ਘਰ ਆ ਗਏ। ਮੇਰੇ ਭੂਆ ਜੀ ਨੇ ਦੱਸਿਆ ਵੀ ਤੁਹਾਨੂੰ ਗੁਰੂ ਜੀ ਨੇ ਬਲੈਸ ਕਰਤਾ 5 ਸਾਲ ਵਾਸਤੇ। ਮੈਨੂੰ ਯਾਦ ਆ ਮੇਰੇ ਭੂਆ ਜੀ ਨੇ ਆਲੇ ਦੁਆਲੇ ਹੱਥ 'ਚ ਮਾਰੇ, ਆਪਦੀ ਦਵਾਈਆਂ ਇਕੱਠੀਆਂ ਕਰਕੇ ਲਿਫਾਫੇ 'ਚ ਪਾ ਕੇ ਸਰਾਣੇ ਰੱਖ ਲਈਆਂ। ਕਹਿੰਦੀ ਜਾਂ ਮੈਨੂੰ ਗੁਰੂ ਜੀ ਨੇ ਬਲੈਸ ਕੀਤਾ 5 ਸਾਲ ਵਾਸਤੇ, ਹੁਣ ਮੈਂ ਦਵਾਈ ਕਿਉਂ ਖਾਣੀ ਹੈ? ਮੇਰੇ ਭੂਆ ਜੀ ਨੇ ਕੋਈ ਦਵਾਈ ਨਾ ਖਾਧੀ ਜੀ 5 ਸਾਲ। ਮੇਰੇ ਭੂਆ ਜੀ 92 ਸਾਲ ਦੇ ਹੋ ਗਏ ਸੀ। ਇਹ ਗੱਲ ਹੈਗੀ ਆ 2012 ਦੀ। 92 ਸਾਲ ਦੇ ਹੋ ਗਏ। 92 ਸਾਲ ਦੇ ਜਦੋਂ ਹੋਏ ਮੇਰੇ ਭੂਆ ਜੀ ਦੇ ਫਿਰ ਚਿਹਰੇ ਤੋਂ ਰੰਗਤ ਜੀ ਉੜਨ ਲੱਗ ਗਈ ਵੀ ਗੁਰੂ ਜੀ 5 ਸਾਲ ਕਹਿ ਗਏ ਜੀ, ਮੇਰੇ 5 ਸਾਲ ਪੂਰੇ ਹੋ ਗਏ, ਹੁਣ ਮੈਂ ਦੁਨੀਆ ਤੋਂ ਜਾਊਂਗੀ, ਹੁਣ ਮੈਨੂੰ ਜਾਣਾ ਹੀ ਆ ਦੁਨੀਆ ਤੋਂ। 5 ਸਾਲ ਦੀ ਬਲੈਸਿੰਗ ਜੋ ਪੂਰੀ ਹੋ ਗਈ ਆ। ਮੇਰੇ ਭੂਆ ਜੀ ਵਿੱਚੋਂ ਗੁਰੂ ਦਾ ਸਰੂਪ ਰੱਖਿਆ ਸੀ, ਗੁਰੂ ਦੇ ਸਰੂਪ ਨੂੰ ਦੇਖਦੇ ਹੁੰਦੇ ਸੀ। ਜੀ ਤੱਕ ਉਹਨੇ ਕਿਹੜੀ ਪੜ੍ਹਨੀ ਸੀ, ਗੁਰੂ ਦੇ ਸਰੂਪ ਨੂੰ ਦੇਖ ਕੇ ਮੱਥਾ ਟੇਕਦੇ ਹੁੰਦੇ ਸੀ। ਤਾਂ ਕਦੇ ਮੈਂ ਸੁਣਿਆ ਭੂਆ ਜੀ ਮੇਰੇ ਕਹਿ ਰਹੇ ਨੇ ਗੁਰੂ ਜੀ ਮੇਰੇ 2 ਤੇ ਪੋਤੇ ਛੋਟੇ ਨੇ, ਮੈਨੂੰ 5 ਸਾਲ ਹੋਰ ਦਿਓ, ਮੈਨੂੰ ਜ਼ਿੰਦਗੀ ਦੇ 5 ਸਾਲ ਆਸ਼ੀਰਵਾਦ ਹੋਰ ਦੇ ਦਿਓ। ਮੈਂ ਕਿਹਾ ਭੂਆ ਤੈਨੂੰ ਬੜਾ ਲਾਲਚ ਪੈ ਗਿਆ, ਤੂੰ ਮਹੀਨਾ 2 ਮਹੀਨੇ ਮੰਗ, ਤੂੰ 5 ਸਾਲ ਹੀ ਮੰਗਣ ਲੱਗੀ। ਫਿਰ ਤੂੰ 2 ਮਹੀਨੇ ਦੀ ਗੱਲ ਕਰ, ਮਹੀਨੇ 20 ਦਿਨ ਦੀ ਗੱਲ ਕਰ, ਤੂੰ ਤਾਂ 5 ਸਾਲ ਤੱਕ ਇਕੱਠੀ ਗੱਲ ਫੇਰ ਸ਼ੁਰੂ ਕਰਤੀ। ਇੰਨੀ ਤਾਂ ਬੰਦੇ ਦੀ ਗਰੰਟੀ ਕਿਸੇ ਮਸ਼ੀਨ ਦੀ ਗਰੰਟੀ ਨਹੀਂ ਹੁੰਦੀ। ਕਹਿੰਦੀ ਨਹੀਂ ਗੁਰੂ ਜੀ ਦੇ ਕੇ ਜਾਣਗੇ ਮੈਨੂੰ ਆਸ਼ੀਰਵਾਦ। ਉਹਨੂੰ ਇੰਨੀ ਉਮੀਦ ਸੀ ਗੁਰੂ ਜੀ ਤੇ, ਇੰਨੀ ਆਸਥਾ ਸੀ, ਉਹਨਾਂ ਨੇ ਜੀ ਗੁਰੂ ਜੀ ਨੂੰ ਆਪਦੀ ਆਸਥਾ ਦੇ ਨਾਲ ਮਜਬੂਰ ਕਰਤਾ ਹੋਊਗਾ ਜਿਹੜਾ ਮੇਰਾ ਮੰਨਣਾ। ਗੁਰੂ ਜੀ ਕਹਿੰਦੇ ਇੱਕ ਦਿਨ ਮੈਂ ਮੇਰੇ ਕੋਲ ਭੂਆ ਜੀ ਕੋਲ ਗਿਆ, ਭੂਆ ਬੜੀ ਖੁਸ਼ ਨੇ, ਕਹਿੰਦੀ ਸ਼ਿਵ ਗੁਰੂ ਜੀ ਆਏ ਸੀ ਅੱਜ। ਮੈਂ ਕਿਹਾ ਭੂਆ ਗੁਰੂ ਜੀ ਵਿਹਲੇ ਨਹੀਂ ਜੋ ਤੇਰੇ ਕੋਲੇ ਆ ਗਏ? ਨਹੀਂ ਸ਼ਿਵ ਗੁਰੂ ਜੀ ਆਏ ਸੀ, ਉਹ ਮੈਨੂੰ ਕਹਿ ਗਏ ਨੇ ਭੂਆ ਤੂੰ 3 ਸਾਲ ਮੈਨੂੰ ਰੋਟੀ ਖਿਲਾਈ ਸੀ ਜਾਂ ਤੈਨੂੰ 5 ਸਾਲ ਹੋਰ ਦਿੱਤੇ। ਮੈਂ ਗੁਰੂ ਜੀ ਸਹੁੰ ਖਾ ਕੇ ਕਹਿੰਦੀ ਗੁਰੂ ਜੀ ਮੈਨੂੰ ਮਾਫ ਨਹੀਂ ਤੂੰ ਬੋਲਾ। ਮੇਰੇ ਭੂਆ ਜੀ ਨੇ ਦੁਆਰਾ ਮੇਰੇ ਭੂਆ ਜੀ ਦੀ 97 ਈਅਰ ਓਲਡ ਬਿਨਾਂ ਕਿਸੇ ਮੈਡੀਸਨ ਤੋਂ 97 ਸਾਲ ਦੀ ਉਮਰ ਦੇ ਵਿੱਚ ਮੇਰੇ ਭੂਆ ਜੀ ਬੁੱਢੇ ਦੀ ਅਰਜੀ ਲਾ ਦੇ ਐਪਲੀਕੇਸ਼ਨ ਦੇ ਗੁਰੂ ਜੀ ਨੂੰ ਕਿ ਮੈਨੂੰ ਲੈ ਜਾਓ, ਮੇਰੇ ਭੈਣ ਭਾਈ ਸਾਰੇ ਦੁਨੀਆ ਤੋਂ ਚਲੇ ਗਏ ਨੇ, ਮੈਂ ਜੀਣਾ ਨਹੀਂ ਚਾਹੁੰਦੀ, ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ, ਮੈਨੂੰ ਲੈ ਜਾਣੋ। ਇੱਕ ਹਫ਼ਤਾ ਕਹਿੰਦੇ ਨੇ ਹੋਏ ਸੀ, ਮੈਂ ਗਿਆ, ਮੈਂ ਜਾਂਦੀ ਰਹਿੰਦਾ ਸੀ। ਮੇਰੀ ਭੂਆ ਜੀ ਕੱਲ੍ਹ ਵੀ ਮੈਂ ਮੇਰੀ ਭੂਆ ਜੀ ਦੇ ਘਰ ਗਿਆ ਸੀ, ਉਹ ਮੇਰੇ ਭੂਆ ਜੀ ਤਾਂ ਨਹੀਂ, ਉਹਨਾਂ ਦੇ ਬੇਟੇ ਨੇ। ਤਾਂ ਮੇਰੇ ਭੂਆ ਜੀ ਕੋਲ ਜਦੋਂ ਮੈਂ ਗਿਆ ਮੈਨੂੰ ਕਹਿੰਦੀ ਸ਼ਿਵ ਆਹ ਗੁਰੂ ਜੀ ਬੈਠੇ ਨੇ, ਮੈਨੂੰ ਲੈਣ ਆਏ ਨੇ ਬਾਈ ਦੇ ਉੱਤੇ। ਮੈਂ ਕਿਹਾ ਭੂਆ ਇੱਥੇ ਕਿੱਥੇ ਬੈਠੇ ਨੇ, ਮੈਨੂੰ ਤਾਂ ਦਿਖਾਈ ਨਹੀਂ ਦੇ, ਤੈਨੂੰ ਕਿੱਥੋਂ ਦਿਖਣ ਲੱਗ ਗਈ? ਆਹ ਬੈਠੇ ਤਾਂ ਹੈਗੇ ਨੇ, ਤੈਨੂੰ ਦਿਖ ਰਹੇ, ਆਹ ਤੇਰਾ ਦੋਸਤ ਬੈਠਾ।
ਜਾਓ ਗੇਟ ਤੇ ਸਿਪਾਹੀਆਂ ਨੂੰ ਕਹਿ ਦਿਓ ਮੇਰੇ ਭੂਆ ਜੀ ਦੇ ਘਰ ਦੇ ਅੱਗੇ ਟੈਂਟ ਲੱਗਿਆ ਹੋਇਆ ਸੀ ਫੌਜ ਦਾ, ਕਿਉਂਕਿ ਜਨਰਲ ਸਾਹਿਬ ਦੇ ਘਰ ਮੂਹਰੇ ਟੈਂਟ ਲੱਗਿਆ ਸੀ, ਇਹਨਾਂ ਨੂੰ ਕਹਿ ਦਿਓ ਰਸਤਾ ਦੇ ਦੇਣਗੇ, ਗੁਰੂ ਜੀ ਮੈਨੂੰ ਲੈਣ ਆਏ ਨੇ, ਇਹਨਾਂ ਨੂੰ ਬਸ ਪਰੇ ਹਟਾ ਦਿਓ, ਗੇਟ ਖੋਲ ਦਿਓ, ਮੈਨੂੰ ਲੈ ਕੇ ਜਾਣਗੇ। ਲਓ ਜੀ ਉਹ 2-3 ਦਿਨ ਇਹ ਗੱਲਾਂ ਕਰਦੀ ਰਹੀ। ਅਸੀਂ ਸਮਝਿਆ ਵੀ ਸ਼ਾਇਦ ਮੇਰੇ ਭੂਆ ਦੀ ਫੈਮਿਲੀ ਹੋ ਗਈ। ਤਾਂ 2-3 ਦਿਨਾਂ ਬਾਅਦ ਇੱਕ ਦਿਨ ਦੇਖਿਆ ਮੇਰੇ ਭੂਆ ਜੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਜੀ ਆਪਣੇ ਨਾਲ ਲੱਗੇ ਨੇ। ਮੇਰਾ ਵਿਸ਼ਵਾਸ ਹੈ ਕਿ ਜਿਹੜਾ ਬੰਦਾ ਦਿਲੋਂ ਗੁਰੂ ਜੀ ਨਾਲ ਜੁੜਿਆ ਹੋਇਆ ਉਹ ਗੁਰੂ ਜੀ ਆਪ ਬਲੈਸ ਕਰਕੇ ਲਿਜਾਂਦੇ ਨੇ, ਜਿੱਥੇ ਵੀ ਲਿਜਾਂਦੇ ਨੇ, ਜਿਹੜੇ ਸਵਰਗਾਂ 'ਚ ਜਿੱਥੇ ਆਪਣੇ ਚਰਨਾਂ 'ਚ ਲਿਜਾਂਦੇ ਨੇ ਉਹ ਗੁਰੂ ਜੀ ਲਿਜਾਂਦੇ ਨੇ, ਜਿਹੜੇ ਗੁਰੂ ਜੀ ਨੂੰ ਦਿਲੋਂ ਮੰਨਦੇ। ਖੈਰ ਜੀ ਟਾਈਮ ਬੀਤਿਆ, 2007 ਦੀ ਗੱਲ ਹੈ। ਗੁਰੂ ਜੀ ਕਹਿੰਦੇ ਸ਼ਿਵ ਤੂੰ ਨੌਕਰੀ ਛੱਡ ਦੇ, ਤੂੰ ਮੇਰੇ ਕੋਲ ਆ ਜਾ। ਮੈਂ ਕਿਹਾ ਗੁਰੂ ਜੀ ਤੁਹਾਡੇ ਕੋਲ ਤਾਂ ਇੰਨੀ ਸੰਗਤ ਹੈ, ਇੰਨੀ ਸੰਗਤ ਆਉਂਦੀ ਹੈ, ਤੁਹਾਡੇ ਕੋਲ ਤਾਂ ਟਾਈਮ ਨਹੀਂ ਗੱਲ ਕਰਨ ਦਾ, ਤੁਸੀਂ ਇਕੱਲੇ ਕਿੱਦਾਂ ਹੋਗੇ? ਨਹੀਂ ਸ਼ਿਵ ਤੂੰ ਆ ਜਾ ਮੇਰੇ ਕੋਲੇ, ਤੂੰ ਮੇਰਾ ਦੋਸਤ ਹੈ, ਮੇਰੇ ਕੋਲੇ ਆ ਜਾ। ਮੈਨੂੰ ਅੱਜ ਵੀ ਯਾਦ ਆ ਕਿ ਉਹ ਮੈਨੂੰ ਬਹੁਤ ਬੁਲਾਉਂਦੇ ਸੀ, ਮੈਂ ਉਹਨਾਂ ਨੂੰ ਟਾਲ ਦਿੰਦਾ ਸੀ। ਗੁਰੂ ਜੀ ਦੀ ਬੇਨਤੀ ਸ਼ਿਵ ਤੂੰ ਰਿਜ਼ਾਈਨ ਕਰ ਦੇ ਨੌਕਰੀ ਤੋਂ, ਨੌਕਰੀ ਛੱਡ ਦੇ, ਮੇਰੇ ਕੋਲੇ ਆ ਜਾ ਤੈਨੂੰ। ਮੈਂ ਕਿਹਾ ਮੇਰੀ ਮਿੱਤੀ ਬੱਚੇ, ਕਹਿੰਦੇ ਗੁਰੂ ਜੀ ਕਹਿੰਦੇ ਉਹਨਾਂ ਨੂੰ ਬਲੈਸ ਕਰ ਦਾਂਗੇ, ਉਹਨਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਆਏਗੀ, ਸਭ ਹੱਲ ਹੋ ਜੂਗਾ। ਮੈਨੂੰ ਲਾਲਚ ਸੀ, ਮੈਂ ਆਰਮੀ ਦਾ ਅਫਸਰ ਸੀ, ਰਾਜਿਆਂ ਵਾਲੀ ਜ਼ਿੰਦਗੀ ਸੀ, ਵੀ ਨਹੀਂ ਛੱਡਣਾ ਚਾਹੁੰਦਾ ਸੀ ਨੌਕਰੀ। ਮੈਂ कहता ठीका गुरु जी छड़ दूंगा, मैं ऐ करूँ वो करूँ, रिजाइन करके आऊँगा। गुरु का जानी जान थी। मैं हर सैटरडे संडे, मेरी बाला पोस्टिंग थी, हर सैटरडे संडे मैं गुरु जी को आंदा, हर सैटरडे संडे गुरु जी को मिलना, हंसना खेडना, गप्पा मारनिया गुरु जी को आंदे सी। मैनूं याद है शिवरात्रि आई, नच्चे टप्पे, उस तो बाद बैसाखी आई। बैसाखी की रात दे गाउण वाले गा रहे थे, भंगड़ा पै रहा सी, लोग नच टप रहे थे। रात के 1:15 बजे मैं गुरु जी ने कहा गुरु जी लेफ्टिनेंट जनरल कौशल जी, गुरु जी इजाजत दो, सवेरे मेरी ड्यूटी मैं जाना चाहना। गुरु जी कहने शिव तू रुक जा यार, कल चला जाए। मैं कहने गुरु जी मेरी ड्यूटी है, मैं दोबारा फिर आ जाऊँ सैटरडे। अच्छा हूँ तू कदों आएगा? मैं कहा अगले सैटरडे आऊँगा। मैंने याद है गुरु जी कहने शिव प्रॉमिस कर कि तू अगले सैटरडे आएगा। मैं कहा गुरु जी वादा ना लो, वादे तक टुट जाते हैं, वादे तो तोड़न वास्ते होंगे ने, वादा नहीं आप करते, आप आवांगे वैसे तुहाडे कोल आवांगे, हर सैटरडे का मानना कदे मिस गया सैटरडे नहीं। शिव आप गल्लां करनियां ने, तेरे नाल बैठ के गल्लां करनियां ने, तू वादा करके जा भी मैं आऊँगा। मैं ठीक है गुरु जी, मैं 3 बार मजाक किया आऊँगा आऊँगा आऊँगा। गुरु जी मैंने याद है उन्होंने वादा लिया, मैं मजाक कर गया आऊँगा गुरु जी, आऊँगा आऊँगा आऊँगा, होर दसो होर वादा लो। खैर वादा करके मैं गुरु जी तो बड़े मुश्किल रास्ते निकल के, क्योंकि रात के 1:30 बजे 2 बजे बाहरली संगत जा चुकी थी, मंदिर के अंदर बहुत ज्यादा रश, अंदरों बड़ी मुश्किल निकल के बाहर मैं कार से जाके इसे पार्किंग से बैठे। मेरे ब्रदर जो कार स्टार्ट कर लगे तो लैफ्ट साइड से परछावां जब पता नहीं की आया, मैं फटाफट जब लैफ्ट साइड से बाहर मुंह करके देखा, बाहर गुरु जी खड़े सी नंगे पैर। मैं कहा गुरु जी तुहाडे नंगे पैर ने, तुसीं गड्डी छड्ड के आ गए, तुहाडे कंडे लगणगे, तुसीं गड्डी क्यों छड्डिया संगत खाली गड्डी छड्ड के? ਉਹ शिव तो गुरु जी नहीं तेरा दोस्त है, गुरु जी तो उत्थे बैठे ने गद्दी से अपनी संगत च बैठे ने, तेरे दोस्त ने वादा जा बुलाना आया। बेटे मैनू नहीं अज तक समझ आई वो कौन सी परछावां। गुरु जी अपनी गद्दी से बैठे ने, वो परछावां कौन सी गुरु जी के रूप में मेरे को आया। मैं गुरु जी को हाथ जोड़ के कहा, मैं गुरु जी तुसीं जाओ, मेरी कार उदों ना वो साडी जिहड़ी कार सी मेरे ब्रदर की कार सी, ਉਹਦੇ शीशे आटोमैटिक नहीं सी लाउण वाले, वो घुमाना पैंदा सी इंदा हैंडल। मैं हैंडल घुमाया, नीचे शीशा करिया, मैं गुरु जी हाथ जोड़े, गुरु जी तुसीं जाओ, मैं तुहानूं वादा करके आया अगले सैटरडे मैं पक्का आऊँगा तुहाडे कोल। ठीक है शिव मैं तेरी वेट करूँगा, तो इंतजार करूँगा, अपनी गल्लां करनियां ने। पता नहीं गुरु जी ने की गल्लां करनियां ने। मैं क्या इदां दी गल्लां करदा सोचदा सोचदा याद च लैके असीं आ गए। जद गड्डी स्टार्ट की मैं शीशा चढ़ान लग्या तां ना उत्ते गुरु जी सी, ना कोई परछावां सी, ना पिछे तक ना अगे तक कोई इंसान नहीं सी। मैं देखा वो कौन सी कित्थे गायब हो गया, मैनूं अज तक ये नहीं समझ आ रही। पर मैं सोचदा गुरु जी तुसीं तां कुछ भी कर सकदे सी, ये तां मेरी समझ नहीं थी भी तुसीं भगवान हो। मैं ही नहीं समझ सकिया तुहानूं, तुसीं अपनी दोस्ती दे विच ही मैनूं पागल बना रखिया सारी जिंदगी। अपनी दोस्ती की भी शिव तेरी मेरी दोस्ती ना खत्म होवे, पर मैं तुम समझ नहीं दूंगा मैं कौन हाँ, इसी दोस्ती च उलझा के रखो। अगला हफ्ता आया, जिहड़ा मेरा वादा सी टुट गया, मैं नहीं जा सकिया। हर सैटरडे जिहड़ा शिव जांदा सी उस सैटरडे नूं ना जा सकिया, जिहड़े गुरु नानक ने वादे करके आया सी अगला सैटरडे आर्मी की ड्यूटी सी, नहीं जा सकिया। टाइम बीतता गया 1.5 महीना निकल गया। 30 मई 2007 की गल है। जिहड़े कमरे मैं बैडरूम में लेटा है, मेरे पिछे बैडरूम है,
ਰਾਤ ਨੂੰ ਮੈਂ ਲੇਟਿਆ ਹੋਇਆ ਸੀ। ਰਾਤ ਦੇ ਤਕਰੀਬਨ 1:15 ਵਜੇ ਲੈਂਡਲਾਈਨ ਟੈਲੀਫੋਨ ਸੀ ਸਾਡਾ, ਉਹਦੇ ਘੰਟੀ ਵੱਜੀ, ਬੈਲ ਹੋਈ। ਬੈਲ 1:15 ਵਜੇ। ਮੈਂ ਕਿਹਾ ਕੋਈ ਫੌਜ ਤੋਂ ਡਿਸਟਰਬ ਕਰ ਰਿਹਾ ਹੋਊਗਾ ਡਿਊਟੀ ਤੋਂ, ਕਿ ਡਿਊਟੀ ਆਓ, ਰਾਤ ਨੂੰ ਕੋਈ ਕੰਮ ਪੈ ਗਿਆ। ਮੈਂ ਸੋਚਿਆ ਮੈਨੂੰ ਯਾਰ ਡਿਸਟਰਬ ਕਰਨਗੇ, ਮੈਂ ਉੱਠਿਆ ਹੀ ਨਾ, ਪਹਿਲਾਂ ਤਾਂ ਕੋਈ ਸ਼ਰਾਰਤ ਕਰ ਰਿਹਾ। ਪਰ ਜਦੋਂ ਨਹੀਂ ਹਟੀ ਬੈਲ ਵੱਜਣੋਂ, ਮੈਂ ਉੱਠਿਆ, ਜਾ ਕੇ ਟੈਲੀਫੋਨ ਚੱਕਿਆ। ਮੇਰਾ ਟੈਲੀਫੋਨ ਮੈਂ ਰੱਖਿਆ ਹੈ, ਤੁਸੀਂ ਕਿਹਾ ਦਿਖਾਇਓ, ਇਹ ਟੈਲੀਫੋਨ ਹੈ, ਇਹ ਟੈਲੀਫੋਨ ਮੈਂ ਐਂ ਚੱਕਿਆ। ਮੇਰੇ ਯਾਦ ਆ, ਹੈਲੋ ਕਰਦਾ ਰਿਹਾ, ਤਾਂ ਅੰਦਰੋਂ ਆਵਾਜ਼ ਆਈ, ਤੇਰਾ ਵਾਅਦਾ ਕਿੱਥੇ ਗਿਆ ਸ਼ਿਵ। ਇਹੀ ਟੈਲੀਫੋਨ ਤੇ ਮੈਂ ਗੱਲ, ਜਿਸ ਦਿਨ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਲਾਇਆ ਹੋਇਆ ਕੰਮ, ਇਹੀ ਸੇਮ ਏਦਾਂ ਹੀ ਸੀ। ਹੈਲੋ ਅੱਗੇ ਤੋਂ ਇਹੀ ਆਵਾਜ਼ ਆਈ, ਸ਼ਿਵ ਤੇਰਾ ਵਾਅਦਾ ਕਿੱਥੇ ਗਿਆ ਸ਼ਿਵ, ਤੂੰ ਤਾਂ ਵਾਅਦਾ ਕਰਕੇ ਗਿਆ ਸੀ, ਤੂੰ ਤਾਂ ਆਇਆ ਹੀ ਨਹੀਂ ਦੁਬਾਰਾ, ਤੇਰੀ ਕਿੰਨੀ ਉਡੀਕ ਕੀਤੀ ਹੂੰ ਮੈਂ ਕਿਹਾ ਗੁਰੂ ਜੀ ਵੈਰੀ ਸੌਰੀ, ਮੈਂ ਆ ਨਹੀਂ ਸਕਿਆ, ਮੇਰੀਆਂ ਡਿਊਟੀਆਂ ਲੱਗ ਗਈਆਂ, ਮੈਂ ਸਵੇਰੇ ਪਹਿਲੀ ਬੱਸ ਆਊਂਗਾ। ਸ਼ਿਵ ਹੁਣ ਨਾ ਤੂੰ ਆਈ। ਮੈਂ ਕੀ ਗੱਲ ਗੁਰੂ ਜੀ, ਕਿਤੇ ਜਾਣਾ ਤੁਸੀਂ? ਨਹੀਂ ਸ਼ਿਵ, ਮੈਂ ਤਾਂ ਤੈਨੂੰ ਬਲੈਸ ਕਰਨ ਵਾਸਤੇ ਫੋਨ ਕੀਤਾ, ਤੇਰਾ ਕਲਿਆਣ ਕਰਨ ਵਾਸਤੇ ਤੈਨੂੰ ਫੋਨ ਕੀਤਾ, ਤੈਨੂੰ ਬਲੈਸ ਕਰਨਾ ਸੀ, ਤੇਰਾ ਕਲਿਆਣ ਕਰਨਾ ਸੀ, ਤੈਨੂੰ ਜ਼ਿੰਦਗੀ 'ਚ ਖੁਸ਼ੀਆਂ ਦੇਣੀਆਂ ਸੀ, ਤੈਨੂੰ ਇਸੇ ਕਰਕੇ ਬੁਲਾਇਆ ਸੀ ਵੀ ਤੂੰ ਆ ਜੀ, ਆਪਾਂ ਗੱਲਾਂ ਕਰਾਂਗੇ। ਕੋਈ ਗੱਲ ਨਹੀਂ, ਤੇਰੀ ਡਿਊਟੀ ਲੱਗੀ। ਮੈਂ ਗੁਰੂ ਜੀ ਨਾਰਾਜ਼ ਨਾ ਹੋਵੋ, ਮੈਂ ਸਵੇਰੇ ਪਹਿਲੀ ਬੱਸ ਆ ਜਾਊਂਗਾ, ਤੁਸੀਂ ਕਿਸੇ ਨੂੰ ISBT ਗੱਡੀ ਦੇ ਕਾਰ ਭੇਜ ਦਿਓ ਕੋਈ, ਕਿਉਂਕਿ ਦਿੱਲੀ ਔਰ ਮੈਂ ਬਾਹਰ ਸਟੇਟ ਜਾਣਾ ਬੜਾ ਔਖਾ ਹੁੰਦਾ ਸੀ, ਕਿਸੇ ਕੋਈ ਕਾਰ ਕੂਰ ਭੇਜ ਦਿਓ। ਨਹੀਂ ਸ਼ਿਵ ਹੁਣ ਨਾ ਤੂੰ ਆਈ, ਹੁਣ ਆਪਾਂ ਨਹੀਂ ਮਿਲਾਂਗੇ, ਆਪਣੀ ਤਾਂ ਲਾਸਟ ਮੁਲਾਕਾਤ ਹੈ ਇਹ, ਆਪਾਂ ਹੁਣ ਜ਼ਿੰਦਗੀ 'ਚ ਕਦੇ ਮਿਲਾਂਗੇ ਨਹੀਂ, ਨਾ ਆਪਣੀ ਕਦੇ ਗੱਲਬਾਤ ਹੋਣੀ ਆ। ਮੈਂ ਤਾਂ ਤੈਨੂੰ ਬਲੈਸ ਕਰਨ ਵਾਸਤੇ ਫੋਨ ਕੀਤਾ। ਮੈਂ ਗੁਰੂ ਜੀ ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਬੈਕੀਆਂ, ਆਪਾਂ ਤਾਂ ਸਵੇਰੇ ਹੀ ਮਿਲਾਂਗੇ, ਮੈਂ ਸਵੇਰੇ ਆ ਰਿਹਾ ਪਹਿਲੀ ਵਾਰ। ਨਹੀਂ ਸ਼ਿਵ ਹੁਣ ਨਾ ਤੂੰ ਆਈ, ਤੇਰਾ ਕਲਿਆਣ ਕਰਤਾ, ਤੈਨੂੰ ਬਲੈਸ ਕਰਤਾ, ਤੂੰ ਜ਼ਿੰਦਗੀ 'ਚ ਖੁਸ਼ੀਆਂ ਮਾਣੇਗਾ। ਇੱਕ ਗੱਲ ਯਾਦ ਰੱਖੀ। ਮੈਂ ਕਿਹਾ ਗੁਰੂ ਜੀ ਮੇਰੀ ਕਿਹੜੀ ਸੰਗਤ ਹੈ, ਮੇਰੀ ਤਾਂ ਕੋਈ ਸੰਗਤ ਹੀ ਨਹੀਂ, ਮੈਂ ਤਾਂ ਇੱਕ ਆਰਮੀ 'ਚ ਹੈ। ਆਰਮੀ 'ਚ ਸਿਪਾਹੀ ਹੁੰਦੇ ਨੇ, ਜਵਾਨ ਹੁੰਦੇ ਨੇ, ਕਈ ਵੀ ਅਫਸਰ ਨੂੰ ਚੰਗਾ ਨਹੀਂ ਕਹਿੰਦੇ, ਗਾਲੀ ਕੱਢਦੇ ਨੇ ਵੀ ਅਫਸਰ ਤੰਗ ਕਰਦਾ, ਅਫਸਰ ਨੂੰ ਕਦੇ ਵੀ ਕੋਈ ਚੰਗਾ ਨਹੀਂ ਸਮਝਦਾ। ਇਹ ਤਾਂ ਤੁਹਾਡੀ ਬਲੈਸਿੰਗ ਹੈ, ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ। ਨਹੀਂ ਸ਼ਿਵ ਤੈਨੂੰ ਸੰਗਤ ਬਹੁਤ ਪਿਆਰ ਕਰੂਗੀ। ਮੈਂ ਗੁਰੂ ਜੀ ਮੈਨੂੰ ਤਾਂ ਇੱਕ ਵੀ ਸੰਗਤ ਨਹੀਂ ਜਾਣਦੀ, ਮੈਂ ਤੁਹਾਡਾ ਦੋਸਤ ਹੈ, ਕਿਸੇ ਨੂੰ ਇਹ ਨਹੀਂ ਪਤਾ ਵੀ ਸ਼ਿਵ ਤੁਹਾਡਾ ਦੋਸਤ ਹੈ। ਸ਼ਿਵ ਤੈਨੂੰ ਸੰਗਤ ਬਹੁਤ ਪਿਆਰ ਕਰੂਗੀ। ਤੈਨੂੰ ਕਹਤਾ ਮੈਂ, ਤੈਨੂੰ ਖੁਸ਼ੀਆਂ ਮਿਲਣਗੀਆਂ, ਜ਼ਿੰਦਗੀ 'ਚ ਖੁਸ਼ੀ ਰਹੇਗਾ, ਕੋਈ ਕਮੀ ਨਹੀਂ ਰਹੂਗੀ ਤੈਨੂੰ। ਮੈਨੂੰ ਇੰਨਾ ਬਲੈਸ ਕੀਤਾ ਗੁਰੂ ਜੀ ਨੇ, ਮੈਨੂੰ ਉਹ ਦਿਨ ਯਾਦ ਹੈ। ਇੰਨੀ ਗੱਲ ਕਹਿੰਦੇ ਲਾਸਟ ਦੇ ਵਿੱਚ ਇਹੀ ਵਰਡ ਸੀ, ਸ਼ਿਵ ਤੈਨੂੰ ਸੰਗਤ ਬਹੁਤ ਪਿਆਰ ਕਰੂ। ਸਾਡਾ ਟੈਲੀਫੋਨ ਡਿਸਕਨੈਕਟ ਹੋ ਗਿਆ। ਮੈਂ ਟੈਲੀਫੋਨ ਸੀਟ ਤੇ ਰੱਖ ਕੇ ਜਦ ਮੈਂ ਬੈਡਰੂਮ ਵੱਲ ਚੱਲਣ ਲੱਗਿਆ, ਮੇਰੀ ਮਿਸੀ ਦੀ ਆਵਾਜ਼ ਮਾਰੀ ਇਹਨਾਂ ਨੇ, ਜਿਹੜੇ ਬੈਠੇ ਸੀ ਹੁਣ ਆਏ ਸੀ, ਕਹਿੰਦੇ ਸ਼ਿਵ, ਉਹਨਾਂ ਨੇ ਆਵਾਜ਼ ਮਾਰੀ ਮਿਸੀ ਨੇ, ਕਿਹਦੇ ਨਾਲ ਗੱਲਾਂ ਕਰੀ ਜਾ ਰਹੇ? ਮੈਂ ਗੁਰੂ ਦਾ ਟੈਲੀਫੋਨ ਸੀ ਦਿੱਲੀ ਤੋਂ, ਪਤਾ ਨਹੀਂ ਅੱਜ ਕਿੱਦਾਂ ਦੀਆਂ ਬੈਕੀਆਂ ਗੱਲਾਂ ਕਰ ਰਹੇ ਸੀ, ਕਿ ਲਾਸਟ ਮੁਲਾਕਾਤ ਹੈ, ਆਪਾਂ ਨਹੀਂ ਕਦੇ ਮਿਲਾਂਗੇ, ਤੈਨੂੰ ਬਲੈਸ ਕੀਤਾ, ਕਲਿਆਣ ਕੀਤਾ, ਹੁਣ ਆਪਣੀ ਜ਼ਿੰਦਗੀ 'ਚ ਕਦੇ ਮੇਲ ਨਹੀਂ ਹੋਊਗਾ ਆਪਣਾ, ਤੈਨੂੰ ਸੰਗਤ ਬਹੁਤ ਯਾਦ ਕਰੂ। ਮੇਰੀ ਮਿਸੀ ਕਹਿੰਦੀ ਤੁਹਾਡਾ ਦਿਮਾਗ ਠੀਕ ਹੈ, ਆਪਣਾ 1.5-2 ਮਹੀਨੇ ਹੋ ਗਏ ਟੈਲੀਫੋਨ ਤਾਂ ਡੈਡ ਪਿਆ, ਆਪਾਂ ਨੂੰ ਤਾਂ ਡਿਸਕਨੈਕਟ ਕਰਵਾਤਾ, ਤਾਰ ਵੀ ਕਰਵਾਤੀ, ਤੁਸੀਂ ਸੁੱਤੇ ਪਏ ਖੜੇ ਗੱਲਾਂ ਕਰੀ ਜਾ ਰਹੇ ਹੋ। ਮੈਂ ਤਾਂ ਖੜ ਕੇ ਗੱਲ ਕਰ ਰਿਹਾ, ਐਸੇ ਕਮਰੇ ਦੇ ਵਿੱਚ ਗੱਲ ਕਰ ਰਿਹਾ, ਤੇ ਸਾਹਮਣੇ ਖੜਾ ਸੀ ਜਿੱਥੇ ਸਾਡਾ ਸਵਿਚ ਬੋਰਡ ਸੀ, ਉਹਦੇ ਵਿੱਚ ਇੱਕ ਤਾਰ ਵੀ ਸੀ ਕਰੰਟ ਦੇਣ ਨੂੰ ਰੱਖੀ, ਉਹ ਤਾਰ ਵੀ ਬਾਹਰ ਪਈ ਸੀ ਕੱਢੀ ਹੋਈ। ਤੁਸੀਂ ਡੈਡ ਟੈਲੀਫੋਨ ਤੇ ਗੱਲਾਂ ਕਰੀ ਜਾ ਰਹੇ, ਤੁਹਾਡਾ ਦਿਮਾਗ ਠੀਕ ਆ? ਮੈਂ ਫਟਾਫਟ ਦੁਬਾਰਾ ਟੈਲੀਫੋਨ ਚੱਕਿਆ, ਫਿਰ ਕੰਨ ਨੂੰ ਲਾਇਆ, ਹੈਲੋ ਕਰਦਾ ਹੀ ਰਿਹਾ। ਨਾ ਕੋਈ ਡਾਇਲ ਟੋਨ ਸੀ ਉਹਦੇ ਵਿੱਚੋਂ, ਨਾ ਉਹਦੇ ਵਿੱਚੋਂ ਕੋਈ ਆਵਾਜ਼ ਸੀ। ਇਹੀ ਮੇਰੇ ਦੋਸਤ ਦੀ ਲਾਸਟ ਆਵਾਜ਼ ਸੀ, ਜਿਹੜੀ ਉਹਨਾਂ ਨੇ ਮੈਨੂੰ ਪੁਕਾਰਿਆ, ਆਵਾਜ਼ ਮਾਰੀ, ਸ਼ਿਵ ਜਾਗ, ਤੇਰਾ ਦੋਸਤ ਤੈਨੂੰ ਉਡੀਕਦਾ ਰਿਹਾ, ਤੂੰ ਨਹੀਂ ਆਇਆ। ਮੈਂ ਉਸ ਟਾਈਮ ਨੂੰ ਬਹੁਤ ਪਛਤਾਨਾ ਕਿ ਗੁਰੂ ਜੀ ਤੁਸੀਂ ਮੈਨੂੰ ਲੋਕ ਤੁਹਾਨੂੰ ਮਿਲਣ ਨੂੰ ਦੱਸਦੇ ਸੀ, ਮੈਂ ਤੁਹਾਡੇ ਬੁਲਾਏ ਤੋਂ ਨਹੀਂ ਆ ਸਕਿਆ। ਪਰ ਅੱਜ 13 ਸਾਲ ਹੋ ਗਏ, ਉਹ ਟੈਲੀਫੋਨ ਉੱਦਾਂ ਹੀ ਪਿਆ। ਮੈਂ ਵੇਟ ਕਰਦਾ ਕਿ ਸ਼ਾਇਦ ਗੁਰੂ ਜੀ ਕਦੇ ਫਿਰ ਵੀ ਇੱਥੋਂ ਆਵਾਜ਼ ਮਾਰਨਗੇ, ਫਿਰ ਵੀ ਕਦੇ ਆਵਾਜ਼ ਆਊ, ਸ਼ਿਵ ਤੇਰਾ ਵਾਅਦਾ ਕਿੱਥੇ ਗਿਆ, ਤੂੰ ਆਇਆ ਹੀ ਨਹੀਂ ਸੀ ਲਾਸਟ ਟਾਈਮ ਤੱਕ। ਬਸ ਇਹੀ ਸੋਚਦਾ ਮੈਂ 13 ਸਾਲ ਨਿਕਲ ਗਏ ਕਿ ਜ਼ਿੰਦਗੀ 'ਚ ਫਿਰ ਕਦੇ ਗੁਰੂ ਜੀ ਆਵਾਜ਼ ਮਾਰਨਗੇ, ਪਰ ਕਦੇ ਆਵਾਜ਼ ਨਹੀਂ ਆਈ। ਸਵੇਰੇ ਰਾਤ ਦੇ 3 ਵਜੇ ਤੱਕ ਉਸ ਦਿਨ ਮੈਂ ਸੋਚਦਾ ਰਿਹਾ ਆਵਾਜ਼ ਕਿੱਥੋਂ ਆਈ। 3 ਵਜੇ ਤੱਕ ਮੈਂ ਜਾਗਦਾ ਰਿਹਾ, 3 ਵਜੇ ਤੋਂ ਬਾਅਦ ਮੈਂ ਸੌਂ ਗਿਆ। ਸਵੇਰੇ 5 ਵਜੇ ਮੇਰੇ ਬ੍ਰਦਰ ਜਨਰਲ ਸਾਹਿਬ ਦਾ ਫੋਨ ਆਇਆ, ਸ਼ਿਵ ਗੁਰੂ ਇਜ਼ ਨੋ ਮੋਰ, ਗੁਰੂ ਜੀ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਜਾ ਚੁੱਕੇ ਨੇ। ਮੈਂ ਕਿੱਦਾਂ ਦੱਸਿਆ ਉਹਨਾਂ ਨੂੰ ਹੋਊਗਾ ਕਿ ਗੁਰੂ ਜੀ ਤਾਂ ਰਾਤ ਮੇਰੇ ਨਾਲ ਫੋਨ ਤੇ ਇੱਦਾਂ ਗੱਲਾਂ ਕਰ ਰਹੇ ਨੇ। 10 ਵਜੇ ਮੈਨੂੰ ਉਹਨਾਂ ਨੇ ਦੱਸਿਆ ਕਿ 10 ਵਜੇ ਮੈਂ ਕਿਹਾ ਗੁਰੂ ਦਾ ਫੋਨ ਆਇਆ ਸੀ ਮੈਨੂੰ, 1:30 ਵਜੇ ਰਾਤ ਦੇ 1:15 ਵਜੇ। ਕਹਿੰਦੇ ਉਹ ਤਾਂ 30 ਤਰੀਕ ਦੀ ਰਾਤ ਨੂੰ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ, ਉਹਨੂੰ ਹਸਪੀਟਲ ਲੈ ਗਏ ਸੀ। ਹਸਪੀਟਲ ਲੈਣ ਦੇ ਵਿੱਚ ਕੋਈ ਕਹਿ ਨਹੀਂ ਸਕਦਾ ਗੁਰੂ ਜੀ ਚਲੇ ਗਏ, ਕਿਉਂਕਿ ਏਡੇ ਬੜੇ ਮਹਾਂਪੁਰਸ਼ਾਂ ਨੂੰ, ਭਗਵਾਨ ਨੂੰ ਕਿੱਦਾਂ ਕੋਈ ਕਹਿ ਦੇ। ਡਾਕਟਰ ਨੇ ਬੜੀ ਕੋਸ਼ਿਸ਼ ਕੀਤੀ, 2:30 ਵਜੇ ਜਾ ਕੇ ਡਿਕਲੇਅਰ ਕਰਿਆ ਸੀ ਕਿ ਗੁਰੂ ਜੀ ਨੋ ਮੋਰ, ਗੁਰੂ ਜੀ ਦੁਨੀਆ ਤੋਂ ਜਾ ਚੁੱਕੇ ਨੇ, ਨੈਕਸਟ ਦੁਨੀਆ 'ਚ ਜਾ ਚੁੱਕੇ ਨੇ ਬਲੈਸਿੰਗ ਕਰਨ ਵਾਸਤੇ। ਗੁਰੂ ਜੀ ਬੜੀ ਵਾਰ ਮੈਨੂੰ ਕਹਿੰਦੇ ਹੁੰਦੇ ਸੀ, ਸ਼ਿਵ ਤੂੰ ਦੇਖੇਗਾ, ਜਦੋਂ ਕੋਈ ਆਸ਼ੀਰਵਾਦ ਦਿੰਦੇ ਸੀ, ਤੂੰ ਦੇਖੇਗਾ ਐ ਹੋ ਜਾਊਗਾ, ਤੂੰ ਦੇਖੇਗਾ ਐ ਹੋ ਜਾਊਗਾ।
ਜਾਂ ਗੁਰੂ ਜੀ ਦਾ ਮੰਦਿਰ ਬਣ ਰਿਹਾ ਸੀ, ਮੈਂ ਕਿਹਾ ਨਿਰਮਲ ਸਿੰਘ ਤੂੰ ਕਿੱਥੇ ਯਾਰ, ਤੂੰ ਝਾੜੀਆਂ ਦੇ ਵਿੱਚ ਮੰਦਿਰ ਬਣਾਤਾ, ਇੰਨੀ ਦੂਰ ਕਿਹਨੇ ਜਾਣਾ ਮੱਥਾ ਟੇਕਣ। ਸ਼ਿਵ ਤੂੰ ਦੇਖੇਂਗਾ ਇੱਥੇ ਮੇਲੇ ਲੱਗਿਆ ਕਰਨਗੇ, ਇੱਥੇ ਰਸ਼ ਹੋ ਜਾ ਕਰੂਗਾ, ਪੈਰ ਧਰਨ ਨੂੰ ਲਾਈਨਾਂ ਲੱਗਿਆ ਕਰਨਗੀਆਂ। ਮੈਂ ਕਿਹਾ ਗੁਰੂ ਜੀ ਇੱਥੇ ਝਾੜੀਆਂ ਚੱਡੀ ਦੂਰ ਕੌਣ ਆਊਗਾ ਮੱਥਾ ਟੇਕਣ। ਨਹੀਂ ਸ਼ਿਵ ਤੂੰ ਦੇਖੇਂਗਾ। ਮੈਂ ਕਿਹਾ ਗੁਰੂ ਜੀ ਤੁਸੀਂ ਨਹੀਂ ਦੇਖੋਗੇ। ਨਹੀਂ ਸ਼ਿਵ ਮੈਂ ਤਾਂ ਅੱਗੇ ਵੀ ਜਾਣਾ। ਮੈਂ ਕਿਹਾ ਪਹਿਲਾਂ ਗੁਰੂ ਜੀ ਤੁਸੀਂ ਚੰਡੀਗੜ੍ਹ ਸੀ, ਫਿਰ ਜਲੰਧਰ, ਫਿਰ ਦਿੱਲੀ ਆ ਗਏ, ਹੁਣ ਅੱਗੇ ਕਿਤੇ ਲਖਨਊ ਜਾਣਾ ਹੈ। ਮੈਨੂੰ ਕੀ ਪਤਾ ਸੀ ਉਹ ਕਿਹੜੀ ਅੱਗੇ ਕਹਿੰਦੇ ਨੇ ਵੀ ਕਿੱਥੇ ਜਾਣਾ, ਕਿਹੜੀ ਦੁਨੀਆ ਜਾਣਾ। ਮੈਂ ਸਮਝ ਨਹੀਂ ਸਕਿਆ ਸੀ ਗੁਰੂ ਜੀ ਨੂੰ, ਪਰ ਅੱਜ ਗੁਰੂ ਜੀ ਨੂੰ ਮੈਂ ਯਾਦ ਕਰ ਲੈਂਦਾ। ਉਹਨਾਂ ਦੀ ਬਲੈਸਿੰਗ ਸਾਡੇ ਨਾਲ ਨੇ, ਤੁਹਾਡੇ ਨਾਲ ਨੇ, ਮੇਰੇ ਨਾਲ ਨੇ। ਮੈਂ ਗੁਰੂ ਜੀ ਨੂੰ ਇਹੀ ਦੁਆ ਕਰਦਾ, ਗੁਰੂ ਜੀ ਆਪਣੀ ਸੰਗਤ ਨੂੰ ਬਲੈਸ ਕਰਦੇ ਰਹੋ। ਚਲੋ ਅਸੀਂ ਬਹੁਤ ਕਮੀ ਮਹਿਸੂਸ ਕਰਦੇ ਹਾਂ ਕਿ ਅੱਜ ਤੁਸੀਂ ਫਿਜ਼ੀਕਲ ਰੂਪ ਸਾਡੇ ਨਹੀਂ ਹੈ, ਪਰ ਮੈਂ ਦਾਅਵੇ ਨਾਲ ਕਹਿਣਾ ਕਿ ਪਲ ਪਲ ਗੁਰੂ ਜੀ ਸਾਡੇ ਨਾਲ ਨੇ। ਜ਼ਰੂਰੀ ਨਹੀਂ ਕਿ ਗੁਰੂ ਜੀ ਇੰਪਾਇਰ ਸਟੇਟ ਜਾਂ ਉੱਥੇ ਉਹਨਾਂ ਦਾ ਲਾਸਟ ਟਾਈਮ ਸੀ। ਗੁਰੂ ਜੀ ਦਾ ਲਾਸਟ ਟਾਈਮ ਤਾਂ ਹੋਇਆ ਹੀ ਨਹੀਂ। ਗੁਰੂ ਜੀ ਨੇ ਚੋਲਾ ਛੱਡਿਆ, ਆਤਮਾ ਉਹਨਾਂ ਦੀ ਇੱਥੇ ਹੈ, ਸਾਨੂੰ ਬਲੈਸ ਕਰ ਰਹੀ ਹੈ। ਸਤਸੰਗ ਤੋਂ ਬਾਅਦ ਸਿੱਧੇ ਘਰ ਜਾਓ, ਲੰਗਰ ਪ੍ਰਸ਼ਾਦ ਖਤਮ ਕਰੋ, ਪੈਕ ਕਰਕੇ ਘਰਾਂ 'ਚ ਨਾ ਲਿਜਾਓ, ਡਾਇਰੈਕਟ ਕਨੈਕਸ਼ਨ ਰੱਖੋ। ਡਾਇਰੈਕਟ ਕਨੈਕਸ਼ਨ ਸ਼ਿਵ ਅੰਕਲ ਦੇ ਨਾਲ, ਸਤਸੰਗ ਕਰਨ ਦੇ ਨਾਲ ਗਾਈਡ ਤੁਹਾਨੂੰ ਕਰਨਗੇ। ਬਲੈਸਿੰਗ ਤੁਹਾਡੇ ਮੰਨਣ ਨਾਲ ਹੈ। ਕਦੇ ਵੀ ਵਹਿਮੀ ਨਾ ਜੋ ਕਿ ਪੁਰਾਣੀ ਸੰਗਤ ਉਹ ਨਵੀਂ ਸੰਗਤ, ਜਿਹੜੀ ਅੱਜ ਨਵੀਂ ਸੰਗਤ ਆ ਉਹ ਵੀ ਪੁਰਾਣੀ ਸੰਗਤ ਹੈ। ਜਿਹੜੀ ਪੁਰਾਣੀ ਸੰਗਤ ਗੁਰੂ ਜੀ ਨੂੰ ਦਿਲੋਂ ਨਹੀਂ ਮੰਨਦੀ ਉਹ ਵੀ ਗਈ ਹੋਈ ਹੈ, ਕਿਉਂਕਿ ਕਈ ਲੋਕ ਗੁਰੂ ਜੀ ਦੀਆਂ ਗੱਲਾਂ ਇੱਦਾਂ ਕਰਦੇ ਨੇ, ਗੁਰੂ ਜੀ ਦੇ ਨਾਂ 'ਤੇ ਵਹਿਮ ਪੈਦਾ ਕਰਦੇ ਨੇ, ਗੁਰੂ ਜੀ ਦੇ ਨਾਂ 'ਤੇ ਆਦੇਸ਼ ਦਿੰਦੇ ਨੇ। ਅੱਜ ਗੁਰੂ ਜੀ ਨੇ ਆਹ ਆਦੇਸ਼ ਕਰਤਾ, ਅੱਜ ਗੁਰੂ ਜੀ ਨੇ ਹੁਕਮ ਦਿੱਤਾ, ਐਸਾ ਗੁਰੂ ਜੀ ਕੁਛ ਨਹੀਂ। ਗੁਰੂ ਤਾਂ ਬੜੇ ਭੋਲੇ ਤੇ ਗੁਰੂ ਜੀ ਕੋਈ ਆਦੇਸ਼ ਨਹੀਂ ਦਿੰਦੇ, ਗੁਰੂ ਜੀ ਤਾਂ ਆਪਣੇ ਬੈਠੇ ਬੈਠੇ ਕਲਿਆਣ ਕਰ ਦਿੰਦੇ। ਬਾਕੀ ਮੰਨਣ 'ਤੇ ਹੈ, ਤੁਸੀਂ ਮੰਨੋ, ਦਿਲੋਂ ਮੰਨੋ, ਗੁਰੂ ਜੀ ਤੁਹਾਨੂੰ ਬਲੈਸ ਕਰਨਗੇ, ਸਾਰੀ ਸੰਗਤ ਨੂੰ ਬਲੈਸ ਕਰਨਗੇ। ਜਿੱਥੇ ਵੀ ਸੰਗਤ ਗੁਰੂ ਦੀ ਹੈ, ਮੈਂ ਤਾਂ ਮੇਰੇ ਖਿਆਲ ਬੜੇ ਦੇਸ਼ ਘੁੰਮਿਆ ਆ। ਕਰੋਨਾ ਕਰਕੇ ਮੈਂ ਇੱਥੇ ਬੈਠਾ, ਹੋ ਜੇ ਕਰੋਨਾ ਨਾ ਹੁੰਦਾ ਮੈਂ ਤੁਹਾਡੇ ਵੀ ਰੂਬਰੂ ਹੁੰਦਾ। ਤੁਹਾਡੇ ਕੋਲ ਜੋ ਆਨਲਾਈਨ ਹੈ ਤੁਹਾਡੇ ਸਾਹਮਣੇ ਹੀ ਹੁੰਦਾ। ਮੈਂ ਤਾਂ ਇਹੀ ਕਹੂੰਗਾ ਗੁਰੂ ਜੀ ਨੂੰ ਡਾਇਰੈਕਟ ਮੰਨੋ। ਜਦੋਂ ਵੀ ਟਾਈਮ ਮਿਲਦਾ ਦਿੱਲੀ ਆਉਂਦੇ ਹੋ, ਬੜੇ ਮੰਦਿਰ ਦਰਸ਼ਨ ਜ਼ਰੂਰ। ਬੜਾ ਇਹਦੇ ਵਿੱਚ ਪਾਈ ਹੈ ਉਹ 12 ਸ਼ਕਤੀਲਿੰਗਾਂ ਦੀ ਸ਼ਕਤੀ ਦਾ ਬਲੈਸਿੰਗ ਲਓ, ਉਹਦੇ ਵਿੱਚੋਂ ਦੀ ਮੰਤਰ ਨਿਕਲੋ, ਤੁਹਾਡੇ ਮਨ ਨੂੰ ਸ਼ਾਂਤੀ ਮਿਲੂ। ਜੇ ਤੁਸੀਂ ਵਰਤ ਤਰੀਕੇ ਨਾਲ ਕਦੇ ਨਾ ਮੁੜਿਓ, ਕਿਉਂਕਿ ਲੰਗਰ ਪ੍ਰਸ਼ਾਦ ਜੀ ਗੁਰੂ ਜੀ ਨੇ ਬਲੈਸਿੰਗ ਵਾਸਤੇ ਰੱਖਿਆ ਹੋਇਆ ਵੀ ਜਿਹੜਾ ਬੰਦਾ ਮੱਥਾ ਟੇਕ ਕੇ ਲੰਗਰ ਪ੍ਰਸ਼ਾਦ ਕਰਕੇ ਆਪਣੇ ਘਰੇ ਚਲਾ ਜਾਊਗਾ, ਬਸ ਉਹ ਬਲੈਸ ਹੋ ਗਿਆ। ਸ਼ਰਤ ਹੈ ਕਿ ਸ਼ਰਧਾ ਨਾਲ ਆਉਣਾ, ਸ਼ਰਧਾ ਨਾਲ ਹੀ जाना। जय गुरु जी, जय गुरु जी बेटे, जय गुरु। जय गुरु जी। अंकल थोड़े क्वेश्चंस हैं, संगत को पूछ सकते हैं आपसे? क्योंकि बेटे मेरा सत्संग, हाँ बेटे दसो। हाँ, एक तो अंकल प्लीज बताइए कि आपके बच्चे कैसे खेलते थे जय गुरु गुरु जी जी। के साथ। जय गुरु जी। अर्चना आंटी वेलकम। जय गुरु जी, जय गुरु हाँ जी जी। बेटे, Thank you जय so गुरु much, जी। Prana Guru ji. Jai Guru ji, uncle. जय गुरु। So blessed to hear your satsang. आपके आज- सत्संग सुन के आज इतनी भी- blessing, आज- इतना अच्छा आज- लग रहा है, आज बहुत बिना ही बेटे, अच्छा लग रहा है। Thank you so much. Thank you. बेटे ऐसे है पुत्र। देखो बेटे, मैं ना लोगों ਨੂੰ जो गुरु जी सिखा के सबसे नीमा जी। शिव, सबसे नीमा शिव ते गुरु जी की सच्चाई। बेटे देखो बड़े लोगों ने रात ਨੂੰ कहानी बना लेनी है, दूजे दिन सत्संग बना के दस देना। ਹੁਣ बेटे ਜਿਹੜਾ बचपन बीत गया वो बदल नहीं सकता, वो ही रहूगा। बिल्कुल 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 मैं बिल्कुल। तो 10 ਵਾਰੀ ਹੋਰ ਹੋਣਗੀਆਂ ਜਿਹੜੀਆਂ ਹੁਣ ਕੋਈ ਆਪਾਂ ਗੁਰੂ ਨਾਨਕ ਦੇਵ ਜੀ ਦੀ ਲਾਈਫ ਹੈ, ਗੁਰੂ ਜੀ ਦੀ ਲਾਈਫ ਹੈ, ਉਹ ਤਾਂ ਬੇਟੇ ਜਿਹੜੀ ਬੀਤੀ ਆ ਉਹ 'ਚ ਹੁਣ ਅਮੈਂਡਮੈਂਟ ਨਹੀਂ ਹੋ ਸਕਦੀ, ਉਹ ਤਾਂ ਉਹੀ ਰਹੂਗੀ। ਹੁਣ ਨਵੀਆਂ ਸੰਗਤ ਕਈ, ਮੈਂ ਸੁਪਨੇ ਦੀ ਗੱਲ ਨਹੀਂ ਕਰਦਾ, ਮੈਨੂੰ ਵੀ ਸੁਪਨੇ ਗੁਰੂ ਜੀ ਦੇ ਬਚਪਨ ਦੇ ਆਉਂਦੇ ਨੇ। ਅਸੀਂ ਕਿੱਦਾਂ ਸਾਈਕਲ ਤੇ ਜਾਂਦੇ ਸੀ, ਲੜ ਪੈਂਦੇ ਸੀ, ਤੂੰ ਚਲਾ। ਬੜੀ ਵਾਰੀ ਜਦੋਂ ਗੁਰੂ ਜੀ ਮੈਂ ਸਾਈਕਲ ਚਲਾਉਂਦਾ ਸੀ, ਅੱਗੇ ਤੋਂ ਇੰਨਾ ਹਵਾ ਦਾ ਪ੍ਰੈਸ਼ਰ ਹੁੰਦਾ, ਮੈਨੂੰ ਤੋਬਾ ਬੋਲ ਜਾਣੀ, ਮੈਂ ਤੂੰ ਸਾਈਕਲ ਨਾ ਚੱਲਣਾ। ਮੈਂ ਕਹਿੰਦਾ ਦੋਸਤ ਤੁਸੀਂ ਚਲਾਓ, ਮੇਰੀ ਤਾਂ ਬੱਸ ਹੋ ਗਈ ਅੱਜ। ਤੇ ਗੁਰੂ ਜੀ ਨੇ ਚਲਾਉਣ ਲੱਗ ਜਾਣਾ ਹਵਾ ਵਿੱਚ, ਉੱਤੇ ਪੈਦਲ ਪੋਲੇ ਗੁਰੂ ਸਾਈਕਲ ਉੱਤੇ ਹੀ ਦੌੜ ਲੈਣਾ। ਮੈਂ ਗੁਰੂ ਜੀ ਨੂੰ ਰੌਲਾ ਪਾ ਲੈਣਾ, ਨਹੀਂ ਮੈਂ ਹੀ ਚਲਾਊਂਗਾ ਯਾਰ, ਮੇਰੀ ਵਾਰੀ ਆ। ਉਹ ਗੁਰੂ ਜੀ ਕਦੇ ਨਹੀਂ ਸੀ ਦੱਸਦੇ ਸ਼ਿਵ ਤੂੰ ਚਲਾਏਗਾ ਹਵਾ ਫਿਰ ਬਦਲ ਜੂਗੀ, ਤੂੰ ਰਹਿਣ ਦੇ ਮੇਰੇ ਕੋਲ ਹੀ। ਇਹ ਗੁਰੂ ਜੀ ਦੀ ਮਹਿਮਾ ਸੀ। ਮੈਂ ਤਾਂ ਇਹੀ ਕਹੂੰਗਾ ਉਹ ਭਗਵਾਨ, ਅਸੀਂ ਉਹਨਾਂ ਦੀ बिल्कुल। अंकल आपके ਪਤੀ ਕਹਿੰਦੇ ਸੀ ਜਦ ਤੱਕ ਸਿੱਧੂ ਵੱਧ ਗੁਰੂ ਜੀ ਬੋਲ। ਇਹ ਦੇਖੋ ਮੇਰੇ ਬਾਲ ਵੀ, ਇਹ ਗੁਰੂ ਜੀ ਦੀ ਬਲੈਸਿੰਗ ਹੈ ਜੋ ਮੇਰੇ ਬਾਲ ਖਾ ਰਹੇ ਨੇ। ਮੇਰੀ 4 ਸਾਲ ਉਮਰ ਆਈ, ਮੇਰੀ ਮਿੱਜ਼ੀ ਕਹਿੰਦੀ ਮੈਨੂੰ ਕਿਉਂ ਨਹੀਂ ਬਲੈਸ ਕਰਾਇਆ, ਮੈਂ ਡਾਈ ਲਾ ਰਹੀ ਹਾਂ, ਗਲਤ ਕਰਦੀ ਹਾਂ। ਹਾਂਜੀ ਹੁਣ ਤੁਸੀਂ ਪੁੱਛ ਸਕਦੇ ਹੋ ਬੇਟਾ ਗੁਰੂ ਜੀ ਬਾਰੇ।
हाँ जी अंकल, आपके बच्चे कैसे खेलते थे गुरुजी के साथ? आपके दोनों बॉयज कैसे खेलते थे गुरुजी के साथ? गुरुजी की गोदी में बैठते थे, कैसे करते थे? क्या बताऊं, मेरे बहुत खिलाया गुरुजी को। गुरुजी ने मेरे बच्चों को गोदी उठाकर, मेरा जो बेटा चेतन है ना, जो ऑस्ट्रेलिया में सेटल्ड है, ये तो गुरुजी के मोढे पे बैठ जाता था, गुरुजी मेरे को घुमाओ, अंकल घुमाओ मेरे को। गुरुजी उसको घर के बाहर भी घुमा कर ले जाते थे। कई बार गुरुजी के पास पैसा नहीं थे होते, गुरुजी पता नहीं मैं बहुत गुरुजी बस सिर्फ दुकान से बेटे को मेरे को गच्छ टॉफी ले देना, ले देना। गुरुजी ने ऐसी कहते ले भी कितने पैसे, ऐसे ही पकड़ा देते थे पैसे। गुरुजी का खाली हाथ होता था, उसमें 10 रुपए 20 रुपए जितने देने होते थे उससे। अंकल आपका माइक्रोफोन म्यूट हो गया है। अंकल हाँ हेलो, आवाज आ गया। मैं वैसे तो डीएनडी पे डू नॉट डिस्टर्ब पे लगाया हुआ है, बीच में कॉल आ जाती है मेरे को, क्योंकि संगत की कम से कम जब से मैं सत्संग कर रहा हूँ ना, 100 कॉल आ गई होगी, 100 कॉल आ गई होगी, जो मैं रोक रहा हूँ उनको। देखो वही गुरुजी बोल गए ना कि गुरुजी का ही प्यार है बेटे, करेगी, बहुत प्यार करेगी। देखो बहुत प्यार बेटे, मेरे को सिर्फ संगत का प्यार चाहिए। पैसा तो गुरुजी ने कोई कमी नहीं रखी है बेटे। मैं बेटे आपके अरुण जी हैं, मैं मिला हूँ इनको, एक अरुण जी हैं आपके यूएसए में, कैलिफोर्निया रहते हैं, वो ग्वालियर के रहने वाले हैं, बहुत अच्छे इंसान हैं। हाँ, बीना बेटी है, वो मेरे इस घर पे सामने सोफे पे एक, मैं आपको दिखाता हूँ, वो मेरे पास आए थे, इस सोफे पे मेरे साथ जो जी आप सोफा देख रहे हो ना, इस सोफे पे इधर बैठ कर गए हैं मेरे पास, तकरीबन 4-5 घंटे बैठकर हमारे साथ गुरु जी की महिमा करके गए हैं। तो वो बीना बेटी जो हाँ जी अंकल आ गई, मैं तो यही चाहता हूँ कि गुरु जी सारी संगत को ब्लेस करें। तो क्वेश्चन बेटे पूछ सकते हो, गुरु जी के बारे में पूछ सकते हो, क्योंकि गुरु जी के बारे में अच्छा, दूसरी बात, एक बात मैं ये कहना चाहता हूँ कि गुरु जी की लाइकिंग क्या थी। गुरु जी एक तो बड़े साफ सुथरे रहते थे, वो चाहते थे कि संगत भी बड़ी साफ सुथरी रहे। साफ मीन्स के कपड़े साफ, ये नहीं कि अगर पुराने भी हैं उसको भी सफाई करके रखो। दूसरी बात, जब भी कभी सत्संग करते हैं, आजकल तो ऑनलाइन है, चलो छोड़ो, जब भी हम कभी सत्संग करते हैं तो बेटे हलवा जरूर बनाओ। गुरु जी हलवा बहुत लाइक करते सी, मैं बताया दस्या ਤੁਹਾਨੂੰ, ਅਸੀਂ ਗੁਰਦੁਆਰੇ ਚ 2 ਵਾਰੀ पक्का सत्संग 2 ਵਾਰੀ प्रसाद लेंदे थी लंगर चला के। जब मैं दिल्ली जाता सी तो मैंने कहते जो दूसरा प्रसाद नहीं लेना गुरुद्वारे वाला, मैं दे दे यार, पर मैं ਹੁਣ कमीज ਨਾਲ नहीं ਪੂੰਗਾ। ਇਹ ਸਾਡੀ ਬਚਪਨ ਸੀ। ਤੇ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਹਲਵਾ ਪ੍ਰਸ਼ਾਦ ਸਤਸੰਗ ਦੇ ਵਿੱਚ ਜ਼ਰੂਰ ਬਣਾਓ, ਚਾਹੇ ਥੋੜਾ ਥੋੜਾ ਦੇ ਦਿਓ, ਪਰ ਹਲਵੇ ਨਾਲ ਗੁਰੂ ਦੀ ब्लेसिंग डेफिनेट है पक्की। एक मूंग की दाल, गुरु जी कहते थे सत्संगों में बढ़ाकर मत कराओ कि उसने दाल बनाई मैं दाल बनाऊं, उसने पनीर बनाया मैं शाही पनीर बनाऊं, उसने मशरूम। सत्संग में कभी बेटे शाही पनीर, मसी सब्जियां जो शादी में बनती है नहीं बनानी है। प्लीज मैं रिक्वेस्ट करता हूँ कि सत्संग में मूंग की दाल और एक मौसमी सब्जी, जो भी आलू गोभी, आलू गाजर, मटर जो भी बनाओ, हलवा बनाओ, फुलके बनाओ। पूरी को भी अवॉइड करते थे। पूरी अगर कई बार पूरी तो ऐसे ना जल्दी बन जाती है, अदरवाइज फुल्का दाल गुरु जी कहते थे लंगरी होना चाहिए, शादी वाली रोटी नहीं होनी चाहिए। बाकी बेटे गुरु जी बैठे हैं ब्लेस करने वास्ते, आज भी गुरु जी हमारे बीच में है, और गुरु जी से साथ डायरेक्ट कनेक्शन बना के रखो। आपके यूएसए में बड़ी संगत आकर गई है, जो आपने अपनी सुना के समझा गए आपको। कोई कहता है जी मेरे में शक्ति है, मैं ब्लेस, ऐसी कुछ नहीं है। ब्लेसिंग गुरु जी की है, वही ब्लेस करते हैं। ब्लेसिंग मैं तुम्हारे सामने बैठा हूँ, मेरे से पुराना कोई नहीं है। इसलिए
मैं आप जैसे इंसान हूँ बेटे, सिर्फ गुरु जी का दोस्त हूँ। गुरु जी आपको, धीरजा बेटी, रजेश बेटा और आप सारी संगत को गुरु जी बहुत ब्लेस करें। आज मैंने बीना बेटी नहीं देखी है, शायद आज नहीं आए हैं वो सत्संग पे, वो ऑनलाइन नहीं होंगे, नहीं तो मेरे से बात हो ही जाती है उनकी। ऑनलाइन है, अरुण भैया भी हैं ऑनलाइन और वीना दीदी भी हैं ऑनलाइन, हैं दोनों ही हैं ऑनलाइन। अंकल जय गुरु जी, अंकल जय गुरु जी। जय गुरु जी जय। हाँ अंकल बेटे अंकल आप तो हमारे, मैंने आपकी सीट भी दिखाई जहाँ बैठकर गए हो। हाँ अंकल तो मैंने इसी देखा। कमरे में, हाँ इसी कमरे में गुरु जी आकर, जिस कमरे में आप, जी अंकल। अंकल आप बाकी एक, बेटे अंकल वो एक सत्संग और सुना दीजिए जब गुरुजी आपके ना यूनिफॉर्म को धोते थे, सारी साबुन खत्म कर देते थे, वो सुना दीजिए प्लीज। ऐसे था, मैं आपको बताया है कि गुरुजी सफाई पसंद थे। वो कहते थे कपड़ा साफ होना चाहिए। तो मैं आर्मी में गया तो कैंटीन से ना उस टाइम लाइफ बॉय एक साबुन आता था, नहीं सॉरी सनलाइट। आजकल तो मैंने सनलाइट साबुन नहीं देखा, उस टाइम एक सनलाइट साबुन आता था। जब हम छोटे छोटे थे सनलाइट साबुन होता था, कपड़े धोने के लिए बरतते थे। तो मैं अपनी कैंटीन से, मिलिट्री कैंटीन से, CID से कहीं साबुन लेकर आता, 5-6 टुकड़े इकट्ठे आता। तो गुरुजी जब मैं आना तो गुरुजी ने एक चाकी अपनी पैंट पे, अपने कमीज पे, मेरी पैंट कमीज चारों को धो देते, चारे अपना भी मेरे भी धो देते थे। मैं उल्टा कहता था यार तुमने तो सारी चाकी घिसा दी इस पे यार, तो सारी। गुरुजी बहुत सफाई पसंद थे, वही मैं आपको हिंट दिया था कि सफाई पसंद थे गुरुजी बहुत। साफ कपड़े पहनो, साफ साफ बन के रहो और अच्छे अच्छे, मतलब ये नहीं है कि कपड़े नए होने चाहिए, कपड़े पुराने भी हो तो साफ होने चाहिए। गुरुजी की जो इच्छा थी संगत की। एक बार की बात है, गुरुजी मीडिया में नहीं आना चाहते थे, कभी भी मीडिया के आगे नहीं आते थे, अपनी खबरें नहीं आने देते थे। एक बार एक मीडिया वाले कैमरा छिपाकर सर्दियों में कंबल में लपेट कर थोड़ा सा बनाकर उनका मुंह नंगा रखकर कैमरे का, उन्होंने गुरुजी के पीछे बैठकर दूर से पूरी वीडियो बनाई। अंपायर स्टेट की बात है, पूरी वीडियो बनाई। जब वो कैमरे वाले ने वीडियो वगैरह बनाकर जाने लगे, जब गुरुजी को माथा टेकर जाने लगे तो गुरुजी कहते अच्छा वीडियो बन गई भी पूरी। वो कहते इनको कैसे पता चला कि वीडियो बना ली है? वीडियो बन गई, बाहर जाकर देख लेना, निकलेगा कुछ नहीं इसमें। जब उन्होंने बाहर जाके देखी वो रील खाली। तो ये गुरुजी की महिमा थी कि उन कैमरों वाले ने जोर लगाया कि हम वीडियो बनाकर इसको डालेंगे फेसबुक पे कहीं ना कहीं, लेकिन गुरुजी की महिमा कि कैमरा चल रहा है लेकिन वीडियो नहीं बन रही। ये गुरुजी की महिमा थी। गुरुजी अपने आप को बिल्कुल मीडिया में नहीं आना चाहते थे, तो अपनी जो शक्ति थी उसका प्रदर्शन निकालना चाहते थे, चुपचाप ब्लेस करके देन जाना चाहते थे। उनको बिल्कुल अहंकार नहीं था, घमंड नहीं था, ह्यूमन नहीं था। मैं तो आप लोगों के कहूँ कि गुरुजी की ब्लेसिंग रहनी है तो अपने आप से नीवा बनाओ। मैं अपने आप को सबसे नीवा समझता हूँ और संगत से प्यार लेता हूँ। संगत में आपस में प्यार होना चाहिए, एक दूसरे को संगत में नफरत नहीं होनी चाहिए। गुरुजी की ब्लेसिंग होनी चाहिए, तभी ब्लेसिंग है अगर हम आपस में प्यार में रहते हैं। जय गुरुजी बेटे, दीपजा बेटे। नहीं अंकल अभी दो चीज और है। एक मेरी फ्रेंड है रूपाली, वो आपसे कुछ पूछना चाहती है, और फिर धीरजा ने आपके लिए कुछ लिखा अंकल, वो जरूर सुनिएगा। रूपाली आपसे क्वेश्चन पूछेगी अंकल। जय गुरुजी अंकल। जय गुरुजी अंकल, मेरा ये क्वेश्चन था आपसे कि आपने वो शेयर किया था गुरुजी के साथ, आपका एक एक्सपीरियंस था जब आपको विराट रूप दिखाया था, जब आप उनके साथ पढ़ते थे। तो आप डिस्क्राइब कर सकते हैं, आपको याद है वो क्या आपने देखा अपनी मेमोरी से, जो भी आपने देखा गुरुजी का विराट रूप? मैंने तो सत्संग में स्टार्टिंग में उसी तो स्टार्ट किया था, ताकि देखो बेटे स्टार्टिंग वो किया 1970 में कि गुरुजी ने जो मेरे को अपना रूप दिखाया, मैंने सुनाया तो है आज सत्संग में। इसका मतलब आपने स्टार्टिंग में नहीं थे, आप बाद में आए हो। थोड़ा लेट ज्वाइन किया था मैंने। नहीं, वो डिटेल रूपाली की आपने बोला ना वो साक्षात शिव रूप थे, तो रूपाली का क्वेश्चन है कि शिव जी के रूप में भी आपने क्या सब कुछ था? क्या क्या देखा अंकल? आप मेरे को डिस्क्राइब कीजिए बस। आई जस्ट वांट टू हियर कि आपने तो क्या किया। अभी मैं शॉर्ट में सुनाता हूँ। हम लोग 16-17 साल 16-17 ईयर एक साथ एक मंजी पे सोए हैं बेटे। वो हार्ड बेड नहीं था, मंजी थी। तो पहले हम छोटे थे,
कोई प्रॉब्लम नहीं थी। जैसे जैसे उम्र बढ़ती गई, शरीर बड़े होते गए, तो हमें जब गुरुजी रात को बैठ जाते थे तो मेरा ऐसे एक साइड पे लेटता था, सारी सारी रात एक साइड पे लेटा रहता था, गुरुजी सेंटर में बैठ जाते थे। तो गुरुजी परीक्षा भी लेते थे, शिव आज तक मेरे को बर्दाश्त कर रहा है। एक दिन मैंने कहा, गुरुजी आप सारी रात बैठते हो, क्या करते हो? मैं परेशान हो जाता हूँ, मेरे से नहीं सोया जाता ऐसे एक साइड, सारी रात थक जाता हूँ, सुबह बांस हो जाती है, मेरे को बड़ी प्रॉब्लम हो जाती है। कहते नहीं शिव कोई बात नहीं, कोई। एक दिन जिद पकड़ ली मैंने, तो गुरुजी कहते शिव बैठ, मैं तेरे को, तू मेरा दोस्त है, क्यों उनकी बात नहीं, तू मेरा दोस्त है, बैठ, आज तेरे को बता ही देता हूँ मैं। तो बेटे मैं बैठ गया, अंधेरा था, तो रात को दुगरी गांव में लाइट नहीं होती थी, तो गुरुजी कहते शिव आंखें बंद कर ले। मैं कहा गुरुजी आंखें बंद करने की क्या जरूरत है, आप 2 फुट पे बैठे हो, मेरे को दिखाई तो दे नहीं रहे हो। दीवारों पे दिया हमने बंद कर दिया, जो दिया बत्ती वाला छोटा सा दिया था, ऐसे ऐसे ऊपर नीचे होता था, वो भी बंद कर दिया। लाइट वैसी गाँव में नहीं, अंधेरी रात है, कमरे में चानन पड़ नहीं रहा, कहाँ से आंखें बंद करने की क्या जरूरत है? नहीं शिव तो आंखें बंद कर ले। मैं उनकी आंखें कहने पे बंद कर ली, हार्डली 10 सेकंड आंखें बंद की थी। कहते शिव आंखें खोल कर देख ले। जब मैंने आंखें खोलकर देखा तो वो सीन मेरी आंखों के आगे ऐसे आ गया कि मैं देखते ही रह गया। मैं उनके शरीर को कमनी छिड़की के देखा कि जहां अंधेरा था वहां चानन था, और साक्षात भोलेनाथ जी के रूप में, जैसे हम मंदिरों में देखते हैं उसमें जान आ जाए, ऐसे वो बैठे थे, और सिर में वैसी बाल खुले है। एकदम पहले तो मैं डर गया, देखो बच्चा था, मेरा दिमाग काम नहीं करा, मैंने समझा भी हमें घर वाले डराते हैं ना कि भूत आ गया, भूत आ जाएगा, घर में आ जाओ, भूत आ जाएगा। पहले तो मैं डर गया कि कहीं भूत बात तो नहीं आ गया जी, लेकिन एकदम दिमाग में स्टक किया तो ये भूत थोड़ी है, ये तो कितना नूर है तेरे पे, ये तो साक्षात भोलेनाथ जी हैं, शिव शंकर जी हैं, जो हम कैलेंडरों पे हैं, देखते हैं, मंदिरों में जाकर देखते हैं। उनका ये रूप मैंने तकरीबन 10 सेकंड देखा होगा, जब 12 सेकंड, जब तक मैंने आंखें खोली रखी मैंने देखा। तो जब मैं आंखें झपकी फिर अंधेरा था, तो आगे से अंधेरे में बाहर जाए शिव और कुछ देखना चाहता है। मैं कहा नहीं दोस्त, तू बस करता रहे, मैं जो पूजा पाजा करने, मैं नहीं आज तुम्हें डिस्टर्ब करता। ये उन्होंने अपना रूप दिखाया था। उस दिन के बाद जब से मैंने को उन्होंने रूप दिखाया था, आज तक मेरे को कोई कष्ट, कोई दुख, मैं आर्मी में रहा, मेरे को कोई प्रॉब्लम नहीं आई, बड़ी हंसी खेल जिंदगी निकली है। आज भी मैं अपनी खुश जिंदगी में बैठा हूँ गुरु जी की बदौलत। गुरु जी को एक बार मैंने कहा, गुरु जी आपका तो बहुत कारोबार अच्छा चल पड़ा, मेरे को भी पैसे पूछे दे दिया करो। गुरु जी कहते शिव, मेरे को 10 का नोट दे दिया हाथ में ऐसे घुमाकर। मैं जब देखा 10 का नोट, मेरे को बड़ा दुख हुआ, गुस्सा आया, यार 10 का नोट दे दिया, तू तो बड़ा कारोबार है तेरा, इतनी दुनिया तेरी भक्त है, तू तेरा दोस्त को 10 रुपए दे रहा है। तो मैंने 10 का नोट उनकी झोली में रख दिया, नहीं यार तू ही रख लीजिए। तो मेरे को ज्यादा शिव 10 का नोट नहीं है, ये तो ब्लेसिंग्स हैं। जब तक तेरे पास 10 का नोट है, तेरे पास कोई कमी नहीं रहेगी जिंदगी में, तू खुशियां मानेगा। मैं आपको 10 का नोट भी दिखा देता हूँ मेरे पास में, मैं आपको 10 का नोट भी दिखा देता हूँ मेरे पर्स में। जब तक गुरुजी ने दिया हुआ है तब से कोई कमी नहीं है, जिंदगी में खुशियां हैं। पैसे में आज बेटे मैं हुंकार नहीं करना चाहता, अगर मेरे को 20 लाख 25 लाख 30 लाख की लोड है तो गुरुजी कहाँ से देते हैं? जो गुरुजी, मेरी कोई आज तक किस्त नहीं है, किसी चीज की किस्त नहीं है। ये देखो, ये मेरा पर्स है, बेल्ट है, ये गुरुजी ने अपना स्वरूप अपने हाथ से उस टाइम ये स्वरूप देते थे। देख गया ना बेटे, ये गुरुजी के हाथ का दिया हुआ स्वरूप है। और ये नोट है कि मिक्स ना कहीं किसी भी चीज से हो जाए, भूल ना जाऊं, ये गुरुजी के हाथ का दिया हुआ नोट। इस नोट की वजह से आज मेरे को कोई पैसे की कमी नहीं है। मेरा बेटा कहता पापा आप तो बूढ़े हो गए, मेरे को दे दो 10 का नोट जी। मैंने उसको दे दिया जब जिद पड़ी। तो 2-3 दिन बाद ऐसे दुखी होकर मेरे पास आया, कहता पापा ये तो मेरी जेब में इतना वेट लग रहा है, जैसे मेरी पैंट में कितना भार लेकर चल रहा हूं मैं, मेरे से इसे इतना नोट भारी हो गया है, आप ही ले लो जो गुरुजी ने आपको दिया है। आप बेटे, मैंने उसने मेरे को वापस कर दिया। वो तो चाहता था कि 10 का नोट पापा गुरुजी वाला मेरे को दे दी, मैंने दे भी दिया, लेकिन ये 10 का नोट गुरुजी की ब्लेसिंग मेरे लिए थी। उन्होंने मैं कहा बेटे मेरे पास जो है वो भी तेरे ही है, तो ये बेटे मेरे पास मरते दम तक मेरे पास रहेगा। थैंक यू अंकल, जय गुरु अंकल। एंड अगर जब मैं चंडीगढ़ आऊंगी तो आई लव टू कम एंड सी इट इन पर्सन माई सेल्फ। सो जय गुरु जी शिव अंकल।
अंकल आप रेडी रहिएगा, बहुत जय संकल्प जी बेटे। है आपके पास सब। जय गुरु जी। फोटो नहीं दिख रही, वीडियो। बेटे ऐसे है, गुरु जी की महिमा करते तो मेरी जिंदगी बीत जाए तब भी मैं थकता नहीं, क्योंकि गुरु जी के सहारे मैं पल पल चल रहा हूँ। मैं तो ये सोचता हूँ मैं एक कदम बढ़ाया तो दूसरा कदम भी मेरा गुरु जी आगे बढ़ाएंगे। तो गुरु जी सफलता की तीसरी पे मेरे को लेकर गए हैं। जिंदगी में मेरे को कोई शिकवा नहीं है कि मेरा ये नहीं हुआ, मेरा वो नहीं हुआ। गुरु जी ने मेरी हर इच्छा पूरी की है। मैं चाहता हूँ, गुरु जी से दुआ करता हूँ, जो संगत आपके साथ जुड़ी हुई है उसको भी ऐसे ही ब्लेस करो जैसे आपने मेरे को किया। आप लोगों के लिए मैं दुआ करता हूँ गुरु जी से और सारी संगत के लिए। जय गुरु जी बेटे, जय गुरु जी। अंकल अंकल आपकी पिक्चर 1 मिनट फ्रीज हुई है, 1 सेकेंड रुक सकते हैं आप प्लीज? 1 सेकेंड। हाँ जी बेटे। अंकल आपको वो धीरजा एक पोएम सुनाएगी। धीरजा अपनी पोएम सुनाओ। अंकल है आपके पास 2 मिनट? बेटे गुरु जी के लिए तो मैं जिंदगी भर फ्री हूँ। गुरु जी के लिए तो मेरी जिंदगी। जब आप पिछली बार आए थे जूम पे सत्संग पे तो पूरी रात सो नहीं पाई थी। आप दोनों की दोस्ती की भावना से ही बस मन ऐसे गदगद हो रहा था, और गुरुजी ने आपकी और उनकी दोस्ती के ऊपर एक थोड़ा सा कुछ लिखवाया था, तो वो मैं नजराना के तौर पे पेश करूंगी गुरुजी की ब्लेसिंग से। बेटे ऐसे करना, वो जो करोगे मेरे को रिकॉर्डिंग भी भेज देना, वो रिकॉर्ड भी भेज देना बेटी करके रिकॉर्डिंग। जरूर जरूर। हाँ जी ठीक। हाँ जी। मैं जी, शुरू कर। करती हूँ। ईश्वर से आपको हुई इतनी प्रीत कि वे खुद ही बन गए आपके मीर। आपने तो खुदा का दिल लिया जी और सदा निभाई दोस्ती की रीत। आप दोनों के प्यार के बारे में जानकर, आप दोनों के रूहानी रिश्ते को बहुत ही प्यारा मानकर आंखों में खुशी और प्रेम के आंसू आ गए कि कैसे इतने अनोखे नाते से गुरुजी आपकी जिंदगी में आ गए। कितनी मस्ती और मजे के साथ आप दोनों बातें करते थे दिन रात। आपने गुरुजी के संग बचपन बिताया, आपने इतने प्यार से सत्संग में बताया। यह सोचकर कि आप दोनों एक ही मंजी पर थे सोते, हम सब इतने भाव विभोर हैं होते। सुनकर आप दोनों के बचपन और युवावस्था के किस्से, वे सत्संग अब बन गए हैं हमारी भी यादों के हिस्से। वो इकट्ठे भोजन खाना, वो साथ साथ विद्यालय जाना, वो भाग कर दीवार पर चढ़ना, वो कुएं और वो तैरने वाली घटना। प्यारे अंकल, आपकी आंखों में जो गुरुजी के लिए प्यार है, उसमें कितनी पवित्रता और मासूमियत का इजहार है। जाहिर है कि यह प्यार महासागर से भी गहरा है और आपकी हिफाजत पर सदा गुरुजी का पहरा है। आपके मानव जीवन को गुरुजी ने अपनी रूहानियत और अपनी दिव्यता से सजाया। आपके गुरुजी के साथ सारी संगत का दिल भर आया। आप पर और सारी संगत पर सदा बनी रहे गुरुजी की कृपा दृष्टि। गुरुजी के प्यार भरे आशीष, सदा सुरक्षित रहे यह सृष्टि। जय गुरु। जय गुरु। जय गुरु की ब्लेसिंग से जब आपको जय आपको दूंगी, तब तक के लिए रिकॉर्डिंग जरूर भेजूंगी। हाँ जी। Very nicely written, very beautiful. It expresses मेरे को the रिकॉर्डिंग emotions so well. मैं सारी संगत के emotions. Very well done. जय Yes. गुरुजी। हम सब इतने खुशकिस्मत हैं अंकल कि हमको आपके सत्संग सुनने को मिले। सच में सब लोग इतने भाव विभोर हुए हैं अभी। आपका बहुत बहुत शुक्राना अंकल, गुरुजी का बहुत बहुत शुक्राना। सबको बहुत बहुत प्यार। जय गुरु जी पुत्र, जय गुरु जी बेटे, जय गुरु। बहुत